KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:10 ਹੋਏ ਨੇ, ਮਿੰਟ ਪਹਿਲਾਂ ਹੀ ਕੁੱਟ ਲਿਆ ਆਪਾਂ। ਤੇ 11 ਜੂਨ ਦਾ ਦਿਨ ਹੈ, ਵਰ੍ਹਾ 2020 ਦਾ, ਤੇ ਵੀਰਵਾਰ ਹੈ 28 ਜੇਠ ਨਾਨਕ ਸ਼ੇ ਸੰਮਤ 552। ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੋਂ ਗੱਲਬਾਤ ਹੋਏਗੀ। ਖਬਰਾਂ ਦੇ ਨਾਲ ਸਿੱਖ ਇਤਿਹਾਸ ਦੇ ਨਿਸ਼ਾਨਾ ਮੱਤੇ ਤੇ ਮਾਣ ਮੱਤੇ ਦੌਰ ਦੇ ਪਹਿਲੇ ਸ਼ਹੀਦ ਸਰਦਾਰ ਕੁਲਵੰਤ ਸਿੰਘ ਜੀ ਨਾਗੋਕੇ ਦਾ ਅੱਜ ਸ਼ਹੀਦੀ ਦਿਵਸ ਹੈ। ਧਰਮਜਦ ਮੋਰਚੇ ਦੇ ਉਹ ਪਹਿਲੇ ਸ਼ਹੀਦ ਹੋਏ ਨੇ, ਜਾਂ ਪੁਲਿਸ ਨੇ ਜ਼ੁਲਮ ਕਰਕੇ, ਇੰਤਹਾ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਤੇ ਝੂਠੇ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਸੀ। ਉਹਨਾਂ ਦੀ ਅੱਜ ਗੱਲਬਾਤ ਹੋਏਗੀ। ਅੱਜ ਦੇ ਦਿਨ ਮਹਾਰਾਣੀ ਚੰਦ ਕੌਰ ਜੀ ਦਾ ਵੀ ਕਤਲ ਹੋਇਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਇਤਿਹਾਸ ਦੀ ਤੁਹਾਡੇ ਨਾਲ ਅੱਜ ਗੱਲਬਾਤ ਹੋਏਗੀ। ਫਿਰ ਖਬਰਾਂ ਦੇ ਨਾਲ ਫਿਰ ਖੁੱਲੀ ਵਿਚਾਰ ਚਰਚਾ ਹੋਣੀ ਹੈ। ਪਹਿਲੇ ਹਿੱਸੇ ਦੇ ਵਿੱਚ ਅੱਜ ਗੱਲ ਕਰਨੀ ਹੈ ਮੈਂ ਹੁਨਰਮੰਦ ਕਾਮਿਆਂ ਦਾ। ਪੇਸ਼ਾ ਕੀ ਹੈ, ਪ੍ਰੋਫੈਸ਼ਨ ਕੀ ਹੈ, ਪ੍ਰੋਫੈਸ਼ਨਲਿਜ਼ਮ ਕੀ ਹੈ, ਪੇਸ਼ੇਵਰ ਕਿਹਨੂੰ ਕਿਹਾ ਜਾਂਦਾ, ਇਹਦੇ ਲਈ ਕੀ ਸਾਨੂੰ ਕਰਨਾ ਚਾਹੀਦਾ, ਕਿਸ ਤਰ੍ਹਾਂ ਸਾਨੂੰ ਦੁਨੀਆ 'ਚ ਵਿਚਰਨਾ ਚਾਹੀਦਾ, ਸਾਡੀ ਝੰਡੀ ਹੋਵੇ ਤੇ ਕਿਹੋ ਜਿਹਾ ਅਸੀਂ ਕੰਮ ਕਰਨਾ, ਕਿਵੇਂ ਕੰਮ ਕਰਨਾ, ਕੀ ਖਿਆਲ ਰੱਖਣਾ, ਕੀ ਸਾਡੇ ਕਾਗਜ਼ ਪੱਤਰ ਚਾਹੀਦੇ, ਲਾਇਸੈਂਸਿੰਗ ਕੀ ਕਹਿੰਦੇ ਨੇ ਇਸ ਦੇਸ਼ ਦੇ ਵਿੱਚ, ਲਾਇਸੈਂਸਿੰਗ ਹੋਣੀ ਕਿਉਂ ਜ਼ਰੂਰਤ ਹੈ, ਕਿਉਂ ਕਾਇਦੇ ਕਾਨੂੰਨ ਬਣਾਏ, ਕੋਰਟਸ ਦੀ ਸਮਝ ਹੋਣੀ ਕਿਉਂ ਜ਼ਰੂਰਤ ਹੈ, ਜਿਹੜੇ ਕੰਮ 'ਚ ਤੁਰਦੇ ਹੋ ਤਾਂ ਉਸ ਕੰਮ ਦਾ ਪਤਾ ਕਿਵੇਂ ਹੋਣਾ ਚਾਹੀਦਾ। ਸਾਡਾ $12 ਦੀ ਜੌਬ ਜਦ ਕੋਈ ਗੋਰਾ ਭਾਈ ਆ ਕੇ $35 'ਚ ਕਰਦਾ, ਉਹ $23 ਦਾ ਫਰਕ ਕੀ ਹੈ, ਉਹ ਕੀ ਖਾਸ ਕਰਦਾ, ਸਾਤੋਂ ਕੀ ਨਹੀਂ ਹੁੰਦਾ। ਅੱਜ ਆਪਣੀ ਗਲਤੀ ਸੁਧਾਰਨ, ਆਪਣੀਆਂ ਗੱਲਾਂ ਕਰਨ ਦਾ ਤੇ ਤੁਸੀਂ ਸ਼ਾਮਲ ਹੋਣਾ, ਆਪਣੇ ਪ੍ਰੋਫੈਸ਼ਨ 'ਚ ਦੱਸਣਾ ਕੀ ਘਾਟਾਂ ਨੇ। ਦੇਖੋ, ਜਦ ਮੈਂ ਗੱਲ ਕਰਦਾ ਤਾਂ ਤੁਹਾਨੂੰ ਇਸ ਤਰ੍ਹਾਂ ਨਾ ਲੱਗੇ ਕਿ ਤੁਹਾਨੂੰ ਮੈਂ ਕੁਛ ਸਮਝਾਉਣ ਦਾ ਯਤਨ ਕਰਦਾ। ਜੇ ਤੁਸੀਂ ਆਪਣੇ ਪ੍ਰੋਫੈਸ਼ਨ 'ਚੋਂ ਆ ਕੇ ਜੁਆਇਨ ਕਰੋਗੇ ਮੈਨੂੰ, ਕਿਸੇ ਵੀ ਪ੍ਰੋਫੈਸ਼ਨ A to Z, ਟਰੱਕ ਚਲਾਉਂਦੇ ਹੋ, ਟੈਕਸੀ ਚਲਾਉਂਦੇ ਹੋ, ਪਲੰਬਰ ਹੋ, ਬਿਲਡਰ ਹੋ, ਕੋਈ ਵੀ 50 ਕਾਮੇ ਜਿਹੜੇ ਘਰ ਤੇ ਕੰਮ ਕਰਦੇ, ਉਹਨਾਂ 'ਚ ਕੋਈ ਕੰਮ ਕਰਦੇ ਹੋ, ਜੇ ਦੱਸ ਦਵੋ ਅੱਜ ਆ ਕੇ, ਧਰਮ ਨਾਲ ਸਵਾਦ ਆ ਜੂ 1 ਘੰਟੇ 'ਚ ਵੀ ਸਾਡੇ ਆਹ ਪ੍ਰੋਫੈਸ਼ਨ 'ਚ ਆਹ ਕਮੀਆਂ ਨੇ, ਮੈਂ ਬੇਨਤੀ ਕਰਦਾ ਇਸ ਨੂੰ ਠੀਕ ਕਰ। ਆਖਰੀ ਘੰਟੇ 'ਚ ਮੇਰਾ ਜਿਹੜਾ ਵੀਰਵਾਰ ਦਾ ਹੁੰਦਾ, ਭਾਈਚਾਰੇ ਦੇ ਸੰਬੰਧੀ ਗੱਲਬਾਤ ਕਰਨੀ ਹੈ। ਜੇ ਭਾਈਚਾਰੇ ਦੇ ਸੰਬੰਧੀ ਮੈਂ ਗੱਲ ਕਰਨੀ ਹੈ, ਇਸ ਦੇਸ਼ ਦੇ ਵਿੱਚ ਸਾਡੇ ਧਰਮ ਅਤੇ ਸੱਭਿਆਚਾਰ ਦੇ ਮੱਦੇ ਨਜ਼ਰ, ਸਾਡੇ ਸਤਿਕਾਰ 'ਚ 100 ਸਾਲਾਂ ਦਾ ਬਜ਼ੁਰਗਾਂ ਦੇ ਇਤਿਹਾਸ ਦੇ ਵਿੱਚ ਸਾਨੂੰ ਦਿੱਤੀਆਂ ਢਿੱਲਾਂ ਸਾਡੇ ਧਰਮ ਤੇ ਸੱਭਿਆਚਾਰ ਨੂੰ ਪ੍ਰਣਾਉਣ ਦੀਆਂ ਤੇ ਇੱਥੇ ਲਾਗੂ ਕਰਨ ਦੀਆਂ, ਉਹਦੇ ਵਿੱਚ ਫਿਰ ਅਸੀਂ ਨੈਤਿਕਤਾ ਦੀਆਂ ਧੱਜੀਆਂ ਕਿਵੇਂ ਉਡਾਉਂਦੇ ਆ, ਉਹ ਵੀ ਗੱਲ ਅੱਜ ਕਰਨੀ ਹੈ। ਜਦ ਤੱਕ ਅਸੀਂ ਘਰ 'ਚ ਬੈਠ ਕੇ ਆਪਣੀਆਂ ਗਲਤੀਆਂ ਨਹੀਂ ਸੁਧਾਰਾਂਗੇ ਤੇ ਬੰਦਾ ਮੂਹਰਿਓਂ ਖੜ ਕੇ ਉਂਗਲ ਕਰੂ, ਫਿਰ ਅਸੀਂ ਨਸਲਵਾਦ ਦਾ ਉੱਥੇ ਤੀਰ ਛੱਡਣਾ। ਰੇਸਿਸਟ ਆ ਇਹ, ਰੇਸਿਸਟ, ਇਹਨੂੰ ਰੇਸਿਸਟ ਕਹਿੰਦੇ ਨੇ। ਯੂ ਆਰ ਰੇਸਿਸਟ, ਫਿਰ ਜ਼ੋਰ ਲਾ ਕੇ ਕਹਿਣਾ। ਅੱਜ ਸੱਭਿਆਚਾਰ ਬਚਾਉਂਦੇ ਹੋਏ MP ਸਾਹਿਬ ਨੂੰ ਦੇਖ ਲਓ ਕਿੰਨਾ ਜ਼ੋਰ ਲਾਉਣਾ ਪਿਆ ਤਾਂ ਸੱਭਿਆਚਾਰ ਬਚਦਾ। ਦੇਖਿਓ ਫੇਸਬੁੱਕ ਤੇ ਜਾ ਕੇ, ਬਹੁਤ ਜਾਨ ਲੱਗਦੀ ਹੈ। ਇਹ ਐਵੇਂ ਨਹੀਂ ਹੁੰਦੀ ਗੱਲ 5-4 ਲੱਖ ਸਾਲ ਦਾ ਕਮਾ ਹੁੰਦਾ। 1844 247 1550 ਆਉਣੇ ਨੰਬਰ ਹੈਗਾ 1844 247 1550। KRPradio.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ ਦੁਨੀਆ ਚ ਜਿੱਥੇ ਬੈਠੇ ਹੋ, ਪ੍ਰੋਗਰਾਮ ਸੁਣ ਰਹੇ ਹੋ, ਧੰਨਵਾਦ ਹੈ। ਪ੍ਰੋਗਰਾਮ ਰਹਿ ਜੇ ਤਾਂ YouTube ਤੇ ਪਾਇਆ ਹੁੰਦਾ ਹੈ, YouTube ਤੇ ਜਾ ਕੇ ਸੁਣ ਸਕਦੇ ਹੋ। ਲੋਕ ਸੱਥ LOKSATTH, ਉੱਥੇ ਜਾ ਕੇ ਤੁਸੀਂ ਇਹ ਪ੍ਰੋਗਰਾਮ ਸੁਣ ਸਕਦੇ ਹੋ। ਦਫ਼ਤਰ ਦਾ ਨੰਬਰ ਹੈ 604 ਤੇ 440 ਤੇ 64 ਤੇ 62। ਇਹ ਨਿੰਮੀ ਡੌਲਾ ਜੀ ਦਾ ਨੰਬਰ ਹੈ। ਮੇਰਾ ਨੰਬਰ 604 729 1224 ਆ। WhatsApp ਤੇ ਟੈਕਸਟ ਬਹੁਤ ਸੌਖਾ ਹੈ, ਤੁਹਾਨੂੰ ਜਵਾਬ ਦੇਣਾ ਮੈਨੂੰ ਸੌਖਾ ਹੈ। ਤੇ ਫੋਨ ਕਾਲਸ ਬਹੁਤ ਹੋ ਜਾਂਦੀ ਹੈ, ਗੁੱਸੇ ਨਾ ਹੋਇਆ ਕਰੋ, ਕਈ ਵਾਰ ਨਹੀਂ ਚੱਕ ਹੁੰਦੀ, ਬੇਬਸੀ ਹੋ ਜਾਂਦੀ ਹੈ। ਤੇ ਨਹੀਂ ਤਾਂ ਕੋਸ਼ਿਸ਼ ਕਰਦਾ ਹੈ ਕਿ ਤੁਹਾਡੇ ਨਾਲ ਮੇਰੀ ਬਾਤ ਹੋ ਜਾਵੇ। ਪਰ ਧੰਨਵਾਦ ਹੈ, ਫਿਰ ਵੀ ਕੋਸ਼ਿਸ਼ ਕਰਿਆ ਕਰੋ। ਸੁਨੇਹਾ ਛੱਡਦਾ ਸੌਖਾ ਹੈ, ਜਦ ਉਧਰੋਂ ਮੈਸੇਜ ਤੇ ਚਲਾ ਜਾਂਦਾ, ਜਦ ਕਹਿ ਕੇ ਬੰਦ ਕਰਦੇ ਮਸ਼ੀਨ ਲੱਗੀ ਹੋਈ ਹੈ, ਉੱਥੇ ਭਰ ਦਿਆ ਕਰੋ ਕੁਛ ਨਾ ਕੁਛ, ਕੋਸ਼ਿਸ਼ ਕਰਿਆ ਕਰੋ। ਤੇ ਫੇਸਬੁੱਕ ਦਾ ਮਸ਼ੀਨ ਬੋਲਦੀ ਹੈ, ਇਸ ਤਰ੍ਹਾਂ ਕਹਿੰਦੇ ਹੁੰਦੇ। ਫੇਸਬੁੱਕ ਦਾ ਅਕਾਊਂਟ ਜਿੱਥੇ ਤੁਸੀਂ ਨਾਲ ਰਹਿੰਦੇ ਹੋ, ਤੇ ਇਸ ਦੇ ਨਾਲ ਹੀ harjeet.g@krpradio.com ਈਮੇਲ। ਕੋਈ ਤੇਲ ਦੇਹਲੀਓਂ ਚੋਵੋ ਮੰਗੋ ਖੈਰਾ ਨੀ, ਆਏ ਧੀਦੋ ਵਰਗੇ ਮਹਿਰਮ ਰੱਬ ਦੀਆਂ ਮਿਹਰਾਂ।
नी बदलियो ताणो छतरी डक्को दुपहरा नी, साडे दर ते खड़ियां आके सुरख सवेरा नी। अज महकां उडड़ आईयां कंडले राहां ते, अज बियावान विच करन बहारां सैरां नी। अज लूसे चाह दी फेर कुरुंबल फुट्टी है, उचारण इधर उधर हो रहा सूत करदा। अज लूसे चाह दी फेर कुरुंबल फुट्टी है, कोई टिल्लियां वाला कील गया अज जहरां नी। दो नेत्र काले तरन काशनी डोरे नी, दो सागर दे विच उठदियां वेखां लहरां नी। पौणों झल्लो पखियां मोम ममोसे नूं, आ करो नी खिदमतगारी कादियां देरां नी। अज वंजर धरत ते बदली वर्गी रहमत दी, अज मारू थल चो सीत वग पियां नहरां नी। अज डेलियां हो गया सुचियां पैड़ां शो शो के, अज डेलियां हो गया सुचियां पैड़ां शो शो के। अज चुमला मिट्टी दिल कमले दियां मेरा नी, अज चिड़ियो गाओ गीत शगन दे रल मिल के। अज चा ना वेखण ताल सुरां ते बहरां नी। सुरिंदर सिंह दाऊ माजरा सऊदी अरब चों लिखदा। 11:23 जी। धन्यवाद सारिਆਂ ਦਾ फिर एक बार। अज दियां ਜਿਹੜੀਆਂ खबरां ਦੀ शुरुआत ਦੇ ਵਿੱਚ कोरोना वायरस की गल करदा, पर पहला एक दसां कि एक नौजवान 16 वरियां दा अर्जन पुन परसों तो 9 तरीक का 3:30 बजे का गुम होया है। 9000 ब्लॉक सीटन प्लेस रिचमंड तो। 5 फुट 11 इंच बच्चे का कद है, मीडियम बिल्ट है, ते काली जिहड़ी वैस्ट पाई है ते ब्लैक हुडी है, एक ब्लैक नाइकी दी जॉगिंग पैंट है। कन्न दे विच एक दे विच उहने जिहड़ा टॉप्स जिहा एक पाया होया, ते वाल जिहड़े ने ओह मत्थे ते ने। सीबी रिचमंड पुलिस ने कहा कि इसका पता जे किसी नूं होवे, 16 वरियां दा अर्जन पुन 3:30 बजे का खोया। 9 तरीक अज 24 घंटे होण लगे ने, किते निगाह जे किसी दी पवे प्लीज़ ख्याल रखियो। खबरां दी शुरुआत दे विच ही दसां कि डॉक्टर फौची जिहड़े जद बोलते आ, सरपंच बहुत औखा खड़ा हुंदा भी इहनूं मैं बोलण तां देना, ये पंगा करू खड़ा। 5 फुट का बंदा है, तंग करता मैं, क्योंकि उन्होंने तो सरपंच ने तो वह घाउणा जिहड़ा वो चाहे वो नहीं। तुसीं देखियो कदे बहुत सियाणप नाल जिहड़ा बंदा है सारे समय च विचरिया, वो है माइक पेंस, छोटा राष्ट्रपति। उन्हें पता लग गया भाई मित्रा, जे राजनीतिक सफर कायम रखना है, ये भरिंडां दे खखर दे विच इहदे कोल दी नहीं लंघना, इहदे पिछे पिछे लंघना। भी अगली बारी अज नहीं तो होर 4 सालां नूं तां 8 सालां नूं बारी आऊगी दोबारा। मोस्टली वाइस प्रेजिडेंट जिहड़े चोण लड़दे आ प्रेजिडेंट, भी जे किते छेड़ लिया भी तू सूत नहीं बोलदा, इहने खखड़ियां करेले कर देणियां गल। डॉक्टर एंथनी फौची जिहड़ा डायरैक्टर है नैशनल इंस्टीट्यूट एलर्जी ते इन्फैक्शियस डिजीज़ दा, उन्हें अज वर्ल्ड हैल्थ ऑर्गेनाइजेशन की गल की है। वो कहना इम्परफेक्ट ऑर्गेनाइजेशन आ यह, पर स्टिल कोई ना कोई विधि विधान कितों आपां शुरू आपां करते हैं, तो ये लई सानूं ये चाहिदी है। रौला हुण नैक्सट वेव का पिया, जिहड़ी गल चल रही है नैक्सट वेव, ये जिहड़ा डर सता रहा है, ये खराब कर सकती है। भारत पार्शियली बंद करना शुरू कर दिता। पंजाब दे विच अज खबरां उन्होंने दे दित्तियां 15 जून तो 5 दिन खुलूगा, 12 एतवार बंद रहूगा। दिल्ली तो आईयां गड्डियां नूं सर्टिफिकेट जिहड़ा लैके आउणा पिया करेगा। दिल्ली दे विच जिहड़ा वो बहुत फैल गया, तो 4थे नंबर ते भारत आ गया। हुण 10-10 हज़ार
ਜਿਹੜੇ ਨੇ ਉਹ ਗਿਣਤੀ ਹਰ ਰੋਜ਼ ਵੱਧ ਰਹੀ ਆ। ਪਰ ਜੇ ਦੇਸ਼ਾਂ ਦੀ ਗਿਣਤੀ ਦੇ ਮੁਤਾਬਕ ਵੇਖੀਏ, ਕਿਤੇ 2 ਕਰੋੜ ਬੰਦਾ ਤੇ 3 ਕਰੋੜ ਯੂਰਪ ਦੇ ਛੋਟੇ ਛੋਟੇ ਦੇਸ਼ਾਂ 'ਚ, ਉੱਥੇ 130 ਕਰੋੜ ਹੈ, ਉਹਦੇ 'ਚ 10,000 ਕੱਖ ਨਹੀਂ। ਜੇ 30-35 ਕਰੋੜ 'ਚ ਲੱਖ ਬੰਦਾ ਮਰ ਗਿਆ ਅਮਰੀਕਾ 'ਚ, ਤੇ ਉੱਥੇ 3 ਗੁਣੇ ਦੇਸ਼ 'ਚ 3 ਲੱਖ ਵੀ ਮਰ ਗਿਆ, ਉੱਥੇ ਕਿਹਨੇ ਪੁੱਛਣਾ? ਹੁਣ ਮੁਸ਼ਕਲ ਉੱਥੇ ਕੀ ਹੈ? ਇਹ 64 ਇੰਚ ਦੀ ਛਾਤੀ ਵਾਲੇ ਤੇ ਬਾਕੀ ਲਾਣਾ ਬਾਣਾ ਜਿਹੜਾ ਤੁਰਿਆ ਫਿਰਦਾ ਨਾਲ ਯੋਗੀ ਵਰਗੇ NSG ਕਮਾਂਡੋਆਂ ਦੇ ਨਾਲ, ਦੇਖ ਲਓ ਕਿਸਮਤ ਦਾ ਸੌਦਾ ਹੈ। ਆਰਾਮ ਨਾਲ ਮੱਠ ਤੇ ਬੈਠਾ ਚਿਲਮ ਖਿੱਚਦਾ ਹੋਊਗਾ, ਤੇ ਅੱਜ ਨੈਸ਼ਨਲ ਸਿਕਿਉਰਿਟੀ ਗਾਰਡ ਦੇ ਕਮਾਂਡੋ ਅੱਗੇ ਪਿੱਛੇ ਫਿਰਦੇ ਨੇ। ਪੰਜਾਬੀਆਂ ਦੇ ਕਹਿਣ ਨੂੰ ਹੈਲੀਕਾਪਟਰ ਤੋਂ ਥੱਲੇ ਉਤਰਦਾ ਨੇ, ਤੇ ਸਿੱਖਾਂ ਵੱਲ ਨੂੰ ਹੋ ਗਿਆ। ਹੁਣ ਕਹਿੰਦਾ ਲਖੀਮਪੁਰ ਖੀਰੀ ਦੇ ਏਰੀਆ ਦੇ ਵਿੱਚ ਉੱਜੜੋ ਇੱਥੋਂ। ਹੁਣ ਜਿਹੜੀਆਂ ਤੁਸੀਂ ਥੇਹਾਂ ਸਿੱਧੀਆਂ ਕੀਤੀਆਂ, ਆ ਕੇ ਇਹਨੂੰ ਵਸਣਯੋਗ ਕੀਤਾ, ਬਘੇਰਿਆਂ ਦੇ ਮੂੰਹ 'ਚ ਮੂੰਹ ਹੱਥ ਪਾਇਆ, ਹੁਣ ਇਹ ਤੁਹਾਡੇ ਨਾਂ ਸਿੱਧ ਹੈ ਨਹੀਂ ਕੁਛ, ਚਲੋ ਇੱਥੋਂ। ਤਰਾਈ ਦਾ ਇਲਾਕਾ ਤੇ ਜਿਹਨੂੰ ਇਸ ਏਰੀਏ ਨੂੰ ਕਹਿੰਦੇ ਨੇ, ਹੁਣ ਜਿਵੇਂ ਗੁਜਰਾਤ 'ਚ ਹੋਇਆ, ਮੱਧ ਪ੍ਰਦੇਸ਼ 'ਚ ਹੋਇਆ, ਇੱਥੋਂ ਸਮਾਨ ਇਹ ਤਾਂ ਅੱਜ ਬੰਦ ਲਓ, ਕੱਲ ਬੰਦ ਲਓ ਮਿੱਤਰੋ। ਇਹ ਤਾਂ ਹੁਣ ਸ਼ੰਭੂ ਬਾਰਡਰ ਤੋਂ ਪਾਰ ਹੀ ਜਾਣਾ ਪੈਣਾ, ਉੱਥੇ ਖਰੀਦ ਫਰੋਖਤ ਕਰਕੇ ਥੋੜਾ ਬਹੁਤਾ ਹੁਣੇ ਆਪਣੇ ਪੰਜਾਬ 'ਚ ਬਸ ਜਾਓ, ਚੰਗੇ ਰਹੋਗੇ। ਤੇ ਕੱਲ ਨੂੰ ਡਾਂਗਾ ਖਾ ਕੇ ਵੀ ਤੁਰੋਗੇ, ਕੱਖ ਨਹੀਂ ਹੋਣਾ, ਕਿਸੇ ਨੇ ਨਹੀਂ ਸੁਣਨਾ। ਮੁੜ ਕੇ ਇੱਜ਼ਤਾਂ ਦਾ ਜਿਹੜਾ ਖੁਆਰ ਅੱਡ ਹੋਊਗਾ। ਹੁਣ ਸਮਾਂ ਇਹ ਚੰਗੇ ਸਮੇਂ ਦੇ ਵਿੱਚ ਵੇਚ ਵੱਟ ਕੇ ਜੇ ਕੋਈ ਵਿਕਦਾ, ਆਪਣੇ ਗੁਰਾਂ ਦੇ ਘਰ ਪਰਤ ਜੋ, ਚੰਗੇ ਰਹੋਗੇ। ਇਹ ਸੱਚ ਹੋ ਕੇ ਨਿਭਣਾ ਤੁਹਾਡੇ ਸਾਹਮਣੇ ਹੋਏਗਾ। ਸੋ ਇਹ ਜਿਹੜੀ ਹੁਣ ਉੱਥੇ ਬੰਦ ਹੋਣਾ ਸ਼ੁਰੂ ਹੋ ਗਿਆ, ਤੇ ਦੂਸਰੀ ਹਲੇ ਤਾਂ ਵੇਵ ਨਹੀਂ, ਪਹਿਲੀ ਹੋਈ ਹੈ। ਬੰਦੇ ਜਿਹੜੇ ਉੱਥੇ ਨੇ ਭਾਰਤ 'ਚ, ਪੰਜਾਬ 'ਚ, ਉਹ ਬਹੁਤ ਕੱਲ ਤੇ ਗੱਲਬਾਤ ਕਰਨ ਤੋਂ ਬਾਅਦ ਹੁਣ ਲੋਕ ਐਕਸ਼ਨ 'ਚ ਹੋਏ ਨੇ। ਅਲਟਰਨੇਟਿਵ ਰਾਊਟ ਕੋਈ ਲੱਭ ਰਿਹਾ ਕੋਈ। ਹੁਣ ਜਿਵੇਂ ਕਿਸੇ ਨੇ KLM ਦੀ ਕੋਈ ਸੀਟ ਕਰਾਈ ਦਿੱਲੀੋਂ, ਏਅਰ ਫਰਾਂਸ ਤੇ KLM ਨੇ, ਦਿੱਲੀੋਂ ਉਹਨੇ ਨਿਊਯਾਰਕ ਦੇਤੀ, ਨਿਊਯਾਰਕ ਤੋਂ ਟੋਰਾਂਟੋ ਦੇਤੀ, ਟੋਰਾਂਟੋ ਤੋਂ ਅਗਲੀ ਫਲਾਈਟ ਹੋ ਗਈ। ਮਤਲਬ ਕਿਵੇਂ ਨਾ ਕਿਵੇਂ ਇਹ ਜੇ ਦੂਸਰੀ ਵਾਰ ਬੰਦ ਹੋ ਗਿਆ ਤਾਂ ਭੁੱਜ ਲਓ ਮੂਹਰਲੇ 3-4 ਮਹੀਨੇ ਉੱਥੋਂ ਜਿਨ੍ਹਾਂ ਦੇ ਪੇਪਰ ਵਰਕ ਖਤਮ ਹੋ ਗਿਆ, ਉਹ ਬਹੁਤ ਔਖਾ। ਕਈਆਂ ਦੇ PR ਕਾਰਡ ਖਤਮ ਹੋ ਗਏ। ਮਿੰਟੂ ਧਾਲੀਵਾਲ ਮੁੰਡਾ ਜਿਹੜਾ ਅਕਸਰ ਬੋਲਦਾ ਹੁੰਦਾ ਆਪਣੇ ਪ੍ਰੋਗਰਾਮ ਤੇ ਆ ਕੇ, ਉਹਦਾ PR ਖਤਮ ਹੋ ਗਿਆ, ਕਾਰਡ ਉਹਦੇ ਕੋਲ ਹੈ ਨਹੀਂ, ਲਿਖ ਚਿੱਠੀਆਂ ਉਹ ਹੰਭ ਗਿਆ, MPਆਂ ਨੂੰ ਮੈਸੇਜ ਛੱਡ ਉਹ ਹੰਭ ਗਿਆ। ਵਾਈਫ ਉਹਦੀ ਹਸਪੀਟਲਾਈਜ਼ਡ ਆ, ਇੱਥੇ ਛੋਟੇ ਛੋਟੇ ਬੱਚੇ ਨੇ, ਬੰਦਾ ਉੱਥੇ ਬੈਠਾ। ਹਾਲ ਵੇਖ ਲਓ। ਤੇ ਮਾਰਚ ਦੇ 20 ਤਰੀਕ ਨੂੰ ਉਹਨੇ ਮੁੜਨਾ ਸੀ। ਮਾਰਚ, ਅਪ੍ਰੈਲ, ਮਈ, ਜੂਨ, 3 ਮਹੀਨੇ ਹੋ। ਘਰ ਦਾ ਇੱਕੋ ਹੀ ਕਮਾਊ ਬੰਦਾ, ਉਹ ਕਿਵੇਂ ਘਰ ਸਰਵਾਈਵ ਕਰੂ? ਤੇ ਤੁਸੀਂ 2-2 ਹਜ਼ਾਰ ਦੇ ਕੇ ਕਿਹਨੂੰ ਕੀ ਦਿਖਾਉਣਾ ਚਾਹੁੰਦੇ ਹੋ ਤੁਸੀਂ? ਜਾਂ ਤੁਹਾਡੇ ਬੰਦੇ ਉੱਜੜ ਰਹੇ ਨੇ? ਜਦ ਇੱਕ ਵਾਰ ਅੰਬੈਸੀ ਨੂੰ ਬੰਦੇ ਨੇ ਐਪਲੀਕੇਸ਼ਨ ਕਰ ਦਿੱਤੀ, ਕੀ ਅੰਬੈਸੀ ਉਹਨੂੰ ਕੋਈ ਟਰੈਵਲ ਡਾਕੂਮੈਂਟ ਨਹੀਂ ਦੇ ਸਕਦੀ ਬਈ ਯਾਰ ਆ ਜਾ, ਤੇਰਾ PR ਕਾਰਡ ਫੇਰ ਬਣਾ ਦਾਂਗੇ, ਆਪ ਚੱਕ ਪੇਪਰ ਤੇਰਾ। ਨਿਤ ਨਾਦਰ ਪਟੇਲ ਟਵਿੱਟਰ ਤੇ ਆ ਕੇ ਗੱਲਾਂ ਲਿਖਦਾ, ਕਦੇ ਕਾਰਪੋਰੇਟ ਟਰੈਵਲ ਦੀਆਂ ਤੇ ਕਦੇ 에ਅਰ ਇੰਡੀਆ ਦੀਆਂ। ਉਹ ਕਿਹਦਾ ਮੁਲਾਜ਼ਮ? ਕਾਰਪੋਰੇਟ ਟਰੈਵਲ ਵਾਲੇ ਦਾ ਮੁਲਾਜ਼ਮ ਆ ਕਿ ਉਹ 에ਅਰ ਇੰਡੀਆ ਵਾਲਿਆਂ ਦਾ ਮੁਲਾਜ਼ਮ? ਇਹ ਕੀ ਚੱਲ ਕੀ ਰਿਹਾ ਉੱਥੇ? ਇਹ ਸਰਕਾਰਾਂ ਨੇ ਗਲਤੀਆਂ ਕਿਉਂ ਕੀਤੀਆਂ? ਆਪਣੇ ਬੰਦੇ ਉੱਥੇ ਕੌਂਸਲਰ ਜਨਰਲ ਲਾ ਕੇ ਉਹਨਾਂ ਤੋਂ ਭਾਲਦੇ ਕੀ ਹੈ? ਹਲੇ ਤਾਂ ਸਾਡੇ ਕਈ ਚੰਡੀਗੜ੍ਹ ਜਾਣ ਨੂੰ ਫਿਰਦੇ ਸੀ, ਰਹਿੰਦੀ ਖੂੰਦੀ ਕੁੱਕੜ ਖੇ ਉਡਾ ਦੇਣੀ ਸੀ ਜੇ ਚਲੇ ਜਾਂਦੇ। ਤੋ ਇਹ ਜਿਹੜਾ ਹੁਣ ਇਸ਼ੂ ਚੱਲ ਰਿਹਾ, ਇਸ ਦੇ ਜਿਹੜਾ ਬੰਦਾ ਫਸ ਗਿਆ ਪਤਾ ਉਹਨੂੰ ਹੀ ਆ ਵੀ ਬਣਨਾ ਮੇਰਾ ਕੀ। ਕਿੰਨਾ ਕੁ ਔਖਾ ਇੱਕ ਬੰਦੇ ਪਰਮਾਨੈਂਟ ਰੈਜ਼ੀਡੈਂਟ ਨੂੰ, ਉਹਦਾ ਇੱਕ ਕਾਰਡ ਉਹਨੇ ਅਪਲਾਈ ਕੀਤਾ, ਉਹਨੂੰ ਟਰੈਵਲ ਡਾਕੂਮੈਂਟ ਦੇ ਕੇ ਉਹ ਬੱਚਾ ਬੰਦਾ ਆਪਣੇ ਪਰਿਵਾਰ 'ਚ ਆ ਜਾਵੇ। ਇਹ ਤਾਂ ਬਹੁਤ ਵੱਡਾ ਇੱਕ ਇਸ਼ੂ ਹੈ। ਕੋਈ ਉੱਥੇ ਅੰਬੈਸੀ ਕੰਮ ਨਹੀਂ ਕਰਦੀ, ਕੋਈ ਕੌਂਸਲ ਆਫਿਸ ਚੰਡੀਗੜ੍ਹ ਦਾ ਨਹੀਂ ਕੰਮ ਕਰਦਾ, ਕੋਈ ਦਿੱਲੀ ਦਾ ਆਫਿਸ ਕੰਮ ਨਹੀਂ ਕਰਦਾ। ਉਹ ਦੇ 3-3 ਘੰਟੇ ਫੋਨ ਤੇ ਕਹਿੰਦਾ ਮੈਂ ਬੈਠਾ ਰਹਿਣਾ ਬਾਈ ਜੀ, ਕੋਈ ਨਹੀਂ ਫੋਨ ਚੱਕਦਾ। ਲਾ ਤਾਂ ਮਲੰਮਾ ਅਗਲੇ ਨੇ ਜਿਹੜਾ ਨਾ ਅਸੀਂ ਕਹਿੰਦੇ ਸੀ ਨੀਲਾ ਪਾਸਪੋਰਟ ਹੈ, ਉਹ ਪਾਸਪੋਰਟ ਦਾ ਹੁਣ ਆਪਾਂ ਨੂੰ ਲੱਗ ਗਿਆ ਪਤਾ, ਗਾਹ ਨੂੰ ਖਿਆਲ ਨਾ ਰੱਖਿਆ ਕਰੋ। ਇਹਦੇ ਨਾਲੋਂ ਤਾਂ ਫਿਰ ਜੇ ਇਹੋ ਜਿਹਾ ਹੀ ਕੁਛ ਹੋਣਾ ਹੈ, ਫਿਰ ਉੱਥੇ ਵਾਲਾ ਹੀ ਪਾਸਪੋਰਟ ਲੈ ਕੇ ਰੱਖ ਲਓ। ਐਟਲੀਸਟ ਜਾਣਾ ਆਉਣਾ ਤਾਂ ਸੌਖਾ ਹੋਊ। ਨਿੱਤ ਮਿੰਤਾਂ ਤਾਂ ਨਹੀਂ 6 ਮਹੀਨੇ ਬਾਅਦ ਇਹਨਾਂ ਦੀਆਂ ਕਰਨੀਆਂ ਪੈਣਗੀਆਂ, ਦੇ ਦਿਓ ਵੀਜ਼ਾ, ਕਦੇ ਵੀਜ਼ਾ ਰੋਕ ਦਿਆਂਗੇ, ਵੀਜ਼ਾ ਚੱਕ ਦਿਆਂਗੇ ਤੇਰਾ। ਮਤਲਬ ਜਦ ਤੁਸੀਂ ਦੂਸਰੇ ਦਰਜੇ ਦੇ ਸ਼ਹਿਰੀ ਕਰਾਰ ਦਿੱਤੇ ਜਾਂਦੇ ਹੋ, ਕਿੱਥੋਂ ਤਾਂ ਤੁਸੀਂ
15-15 14-14 हज़ार बंदा मोरक्को तो चक लिया बई जिहड़ा जिन्हां दा जोर सी उन्होंने करा दिता। हुण उन्हें कम्यूनीकेशन पिछले 1.5 महीने की मैनूं भेजी जिहदे विच उन्हें मैसेज एमपीआं नूं छड्डे होए ने, वॉयस मैसेज छड्डे होए ने, SMS छड्डे होए ने, WhatsApp कोई सुणदा? वो कहंदा पहला ऐ दस बई कहानी की, मदद किहदी कीती, वोटां किहनूं पाईयां, पिंड तेरी तूं तां सिटीजन है नहीं, तेरे तो असीं की कराउणा मित्रा, ना तेरे कोल वोट ना तेरे कोल नोट। ये हुण कम्यूनिटी नूं सोचना पैना नैक्सट वेव ते जाके तुसीं करना की है, तुसीं की करना चाहुंदे हो, किवें इस देश च रहना चाहुंदे हो, की तुहाडा जिहड़ा अगला जिहड़ा वो सिस्टम होवे जित्थों तुसीं घट्टो घट्ट इस दे सत्कारयोग शहरी बन के विचर सको। हुण कई 2-2 हज़ार ते खुश होए ने, वो ट्रूडो दे सवेर तो डफ हत्थ फेरन लग जांदे ने, ते जिहड़ा तुसीं पिछले 10 सालां च दित्ता, 15 सालां च 20 सालां च, वो गिणिया करे। कईयां दियां 4-4 कंपनियां बनाईयां होईयां घर दियां नंबरिंग कंपनियां, जे ते वो उन्हां ते 40-40 हज़ार आ गया, वो उइयों कच्छां वजाउंदे ने, कहंदे डॉलर 1,60,000 आ गया, 2 सालां नूं देखांगे कद बेचना, अड़का लो एक अद्धा घर इहदे नाल। 10-10 हज़ार दे चों माफी आ, मोड़ना 1,20,000, 40 तां उइयों वट लिया। जे साडा यही मापदंड है तां असीं अपनी कम्यूनिटी दा अग्गा नहीं सवार सकते। फिर मन च आउंदा भी उन्होंने 100 साल पहला काहदे लई उजड़ गए, इत्थों क्यों मुड़ गए, ओह क्यों धलेते वर्गे जिहड़े अरबांपति अज हुंदे सब कुछ बेच के क्यों पंजाब नूं तुर गए यार, क्यों साडे पुरखे इत्थों मुड़ गए जिहड़े घुग वसदे सी, क्यों सराप प्रिंसीपल तेजा सिंह जी नूं आके बाबा अतर सिंह मस्तूआने वाले ने क्यों भेजा, कौम साहब जाके वो वैस्टनाइज हो जू, पट्टे जाणगे, क्यों पिछों आए कोलंबिया यूनिवर्सिटी पढ़ पढ़ के थोड़े आले दुआले इत्थे तुरदे फिरदे, असीं अपने हक्कां नूं साਂਭ नहीं सकदे जिहड़ा सानूं दित्ता होया। भाई भाग सिंह, भाई वतन सिंह उन्हां ने जिहड़ियां शहीदियां दित्तियां, असीं की उन्हां दा मुੱਲ तारन लगे होए। सा मेवा सिंह लोपों ने रस्से नूं आप गल च पाया, उन्होंने की उहदे चों असीं कड्ढण लग्या, असीं अपने हक्कां दी राखी नहीं कर सकते, सब कुछ मिलिया होया, क्योंकि असीं इकट्ठे नहीं है। वो कहना मेरा सूत है, मेरी MP नाल सिद्धी है, मेरे घरे असीं आउने जाने, असीं ब्याह शादी च आउने, दुनिया जावे खूह च, देखांगे वोटां वेले मूरले जाके 2 महीने दारू दप्पा पिलावांगे ते वोटां लै गांह जावांगे, वडिया लांगे। किसे तो तां बिरूगा बंदा, बंदे तो नहीं बिरूग, किसे नूं बंदे नूं होर रिश्तेदार नूं भेज दांगे, बीबियां तो मिन्नत तरला करा दांगे, फिर डारां दियां डारां घरां च तुरियां फिरदियां। सो ये जिहड़ी असीं गल ते खड़ गए आके भी असीं आ गए पिछे ना झाकीए, मैं तां इत्थे बैठा, मैं तां कुछ नहीं, मैं तां ना गया ना मेरा कोई टब्बर दा जी उत्थे आ, इसदा मैं तां बैठा तुहाडे कोल। पर असीं बहुत साडा आउण वाले समय दे विच भविख जिहड़ा वो सानूं दिखना चाहिए, असीं किੱਧਰ नूं ਚੱਲੇ, साडे नाल की हो रहा। 2 बंदियां दा उत्थे कतल हो गया, 3-4 उत्थे 1-2 हीट स्ट्रोक नाल मर गए, एक बेबे उन्होंने कतर एयरवेज तो ला दी, ओहदी घरे जाके डेथ हो गई भी तैं गुड टू गो लिखा होया, तैनूं ट्रैवल करन नहीं लिखा। ते कित्थे तुहाडे बने बनाए एयर कनेडा के जहाज 15-15 हज़ार बंदा मोरक्को तो चक के लिया रहे ने, पेरू तो चक के लिया रहे ने, लंडनों लिया रहे ने, उन्हां ते मुश्क आउंदा जिहड़े उत्थे बैठे ने। जिद्दन शिंगारना हुंदा है, जिद्दन छोले चारने हुंदे ने, वड्ढण तो पहलां पा के इत्थे कोई घुटमियां पजामियां नगर कीर्तनां च गेड़े कढदे फिरदे हो, असीं कराउणा की आ तुहाडे, की साडा वधा दिओगे तुसीं साडे नगर कीर्तनां च आके? इत्थे रंभण लग जांदे भी साडे 5-5 लाख दा इकट्ठ होना है, प्रधानमंत्री साहब मैं आ कर दूं, मैं वो कर दूं, जिहड़े गरीब बैठे आ उन्हां दा करो कुछ जे करना। अगलियां ने गेम चला ली, रीपैट्रिएशन फ्लाइट के नाम से एयर इंडिया कमा रही है लाख रुपया एक बंदे का, $2-2 की टिकट जी $700-800 की टिकट है, वो 50-50 हज़ार के उपर ठोकी जाते हैं, उपर एजेंट ते लटाई कराई चलो तुसी। वो पहला टोरंटो लाउंदे ते $700 फेर दे, ये ते कुछ ना कुछ एक्शन आपां कर लीए। कल भी गल की जिहड़ा जिथे चीज होवे ना भुखे नूं कह दे बात पावां टुक, गल मैं वर्ल्ड हैल्थ ऑर्गेनाइजेशन की
ਕੀਤੀ ਡਾਕਟਰ ਫੌਜੀ ਦੀ, ਅਗਲਾ ਬੰਦ ਪੰਜਾਬ 'ਚ ਸ਼ੁਰੂ ਕਰ ਦਿੱਤਾ ਉਹਨਾਂ ਨੇ। ਨੈਕਸਟ ਜਿਹੜਾ ਲਾਕਡਾਊਨ 15 ਜੂਨ ਤੋਂ ਸ਼ੁਰੂ ਹੈ, 5 ਦਿਨ ਸਿਰਫ ਖੁੱਲਣਾ, ਬਾਹਰ ਐਤਵਾਰ ਬੰਦ, ਕੋਈ ਗੱਡੀ ਨਹੀਂ, ਕੋਈ ਦੁਕਾਨ ਨਹੀਂ, ਕੋਈ ਕੁਛ ਨਹੀਂ। ਇਹ ਹਲੇ ਇਨੀਸ਼ੀਅਲ ਹੈ। ਔਰ ਦਿੱਲੀ ਕਦ ਬੰਦ ਹੋ ਜਾਣੀ ਹੈ, 에ਅਰਪੋਰਟ ਕਦ ਬੰਦ ਹੋ ਜਾਣਾ, ਨੋ ਵਨ ਨੋਜ਼। ਬੰਬੇ ਕਦ ਬੰਦ ਹੋ ਜਾਣਾ, ਕਦ ਉਹਨਾਂ ਨੇ ਲਾਕਡਾਊਨ ਕਰ ਦੇਣਾ, ਕੋਈ ਉਹਨਾਂ ਕੋਲ ਹੈ ਹੀ ਕੱਖ ਨਹੀਂ। ਹੁਣ ਨਾ ਉਹ ਕੋਈ ਸਹੂਲਤਾਂ, ਨਾ ਕੋਈ ਟੀਕਾ, ਨਾ ਕੋਈ ਵੈਕਸੀਨ ਬਣੀ ਹੈ। ਇੱਕ ਚੀਜ਼ ਹੈ ਵੀ ਲੋਕ ਸੜਕਾਂ ਤੇ ਆ ਕੇ ਸਾਡੇ ਘਰਾਂ ਨੂੰ ਅੱਗ ਨਾ ਲਾ ਦੇਣ, ਦਿੱਲੀ ਨਾ ਆ ਵੜਨ, ਤਾਂ ਹੀ ਦਿੱਲੀ ਉਹਨਾਂ ਨੇ ਤਰਕੀਬ ਦੇ ਨਾਲ ਮਜ਼ਦੂਰ ਭੇਜੇ ਨੇ ਵੀ ਚਲੋ ਤੁਸੀਂ ਇੱਥੇ, ਬਈ ਜੇ ਕਿਤੇ ਭੁੱਖੇ ਮਰਦੇ ਘਰਾਂ 'ਚ ਆ ਗਏ, ਸਾਡੇ ਸਫਦਰਜੰਗ ਵੱਲ ਨੂੰ ਆ ਗਏ, ਸਾਨੂੰ ਕੂਕ ਦੇਣ। ਆਹ ਗੱਲੋਂ ਭੇਜਿਆ ਉਹਨਾਂ ਨੇ 5-7 ਲੱਖ, ਹੋਰ ਨਹੀਂ ਉਹਨਾਂ ਨੇ ਘਰ ਨੂੰ ਭੇਜਿਆ। COVID-19 ਨੇ ਇਸ ਇੰਡਸਟਰੀ ਤੇ ਕੀ ਫਰਕ ਪਾਇਆ, ਮੌਰਗੇਜਸ ਕਿਵੇਂ ਔਖੀਆਂ ਮਿਲਦੀਆਂ, ਇਹਦੇ ਤੇ ਕੀ ਫਰਕ ਪੈਣ ਵਾਲਾ ਹੈ। ਜਿਹੜਾ 20% ਤੋਂ ਘੱਟ ਡਾਊਨ ਜੁਲਾਈ ਦੇ ਵਿੱਚ ਦੇਣ ਦੀ ਗੱਲ ਚੱਲੀ ਸੀ, ਉਹਦੇ ਇੰਸ਼ੋਰੈਂਸ ਜਿਹੜਾ CMHC ਕੀ ਕਰ ਰਹੀ ਹੈ, ਜਨਵਰਤ ਕੀ ਕਰ ਰਹੀ ਹੈ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਤੂਰ ਸਾਹਿਬ, ਸਵਾਗਤ ਤੁਹਾਡਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਬਹੁਤ ਬਹੁਤ ਥੈਂਕ ਯੂ ਤੁਹਾਡੇ ਟਾਈਮ ਲਈ ਜੀ। ਧੰਨਵਾਦ ਵੀਰ ਜੀ। ਤੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਮੌਰਗੇਜ ਪਹਿਲਾਂ ਵੀ ਆਪਾਂ ਨੂੰ ਪਤਾ ਸਟ੍ਰੈਸ ਟੈਸਟ ਕਰਕੇ ਔਖੀ ਉਹ ਮਿਲਦੀ ਸੀ, ਪਰ ਤਜਰਬੇਕਾਰ ਜਿਹੜੇ ਐਡਵਾਈਜ਼ਰ ਸੀ ਉਹ ਕੁਝ ਨਾ ਕੁਝ ਕਰਕੇ ਇਸ ਤਰ੍ਹਾਂ ਕਰ ਦਿੰਦੇ ਸੀ। ਹੁਣ ਇਹ ਜਿਹੜਾ COVID-19 ਨੇ ਕੁਝ ਹੋਰ ਫਰਕ ਪਾਇਆ, ਗਾਈਡਲਾਈਨਸ ਕੋਈ ਫਰਕ ਪਿਆ ਮੌਰਗੇਜ ਦੇ? ਹਾਂਜੀ, ਇਹਨਾਂ ਗਾਈਡਲਾਈਨਸ ਦੇ ਵਿੱਚ ਵੀ ਥੋੜਾ ਫਰਕ ਪਿਆ, ਪਰ ਜਿਹੜੇ ਉਹਨਾਂ ਦੀ ਅੰਡਰਰਾਈਟਿੰਗ ਹੈਗੀ ਆ ਬੈਂਕਾਂ ਦੀ ਜਾਂ ਲੈਂਡਰਸ ਦੀ, ਉਹਦੇ ਵਿੱਚ ਬਹੁਤ ਜ਼ਿਆਦਾ ਸਟ੍ਰਿਕਟ ਹੋ ਗਏ ਆ ਉਹ। ਠੀਕ ਹੈ ਜੀ। ਉਹਦੇ 'ਚ ਫॉर एग्जांपल ਜੇ ਕੋਈ ਸੈਲਫ ਇੰਪਲੋਇਡ ਹੈ ਤਾਂ ਉਹ ਕਨਫਰਮ ਕਰਨਾ ਚਾਹੁੰਦੇ ਆ ਕਿ ਕੀ ਉਹ ਬਿਜ਼ਨਸ ਵਾਕਈ ਕੋਵਿਡ ਕਰਕੇ ਚੱਲ ਰਿਹਾ, ਜਾਂ ਉਹਦੇ ਤੇ ਕੋਈ ਕਿਸੇ ਚੀਜ਼ ਦਾ ਅਸਰ ਪੈ ਰਿਹਾ ਕਿ ਨਹੀਂ, ਕੋਵਿਡ ਦਾ ਕੋਈ ਅਸਰ ਉਹਦੇ ਤੇ ਪਿਆ ਕਿ ਨਹੀਂ ਪਿਆ। ਉਹਨੂੰ ਕਨਫਰਮ ਕਰਨ ਲਈ ਕਈ ਵਾਰੀ ਉਹ ਬੈਂਕ ਸਟੇਟਮੈਂਟਸ ਮੰਗ ਸਕਦੇ ਆ ਜਾਂ ਕੁਝ ਹੋਰ ਐਡੀਸ਼ਨਲ ਡਾਕੂਮੈਂਟਸ ਮੰਗ ਸਕਦੇ ਆ। ਉਹ ਵੈਰੀਫਿਕੇਸ਼ਨ ਜਿਹੜੀ ਹੈਗੀ ਆ ਉਹ ਉਹਨਾਂ ਨੇ ਟਫ ਕਰ ਦਿੱਤੀ ਹੈਗੀ ਲੈਂਡਰਸ ਨੇ। ਜਿਹੜੇ ਐਮਪਲੋਇਡ ਲੋਕੀ ਸੀਗੇ, ਫॉर एग्जांपल ਉਹਦੇ 'ਚ ਹੁੰਦਾ ਸੀਗਾ ਕਿ ਤੁਹਾਡੇ ਕੋਲ ਜੌਬ ਲੈਟਰ, ਪੇ ਸਟੈਪ ਹੈਗੀ ਆ, ਠੀਕ ਹੈ, ਯੂਜ਼ ਕਰ ਲਓ। ਹੁਣ ਉਹਦੇ 'ਚ ਵੀ ਹੋ ਗਿਆ ਕਿ ਦੇ ਵਾਂਟ ਟੂ ਕਨਫਰਮ ਔਨ ਐਵਰੀ ਸਟੈਪ ਕਿ ਵਿਦਨ ਲਾਸਟ 2 ਵੀਕਸ ਵੀ ਸਾਨੂੰ ਕਨਫਰਮੇਸ਼ਨ ਦਿਓ ਕਿ ਤੁਸੀਂ ਸਟਿਲ ਇੰਪਲੋਇਡ ਹੋ। ਅੱਛਾ ਜੀ। ਇਸ ਤਰ੍ਹਾਂ ਦੀ ਜਿਹੜੀ ਉਹ ਵੈਰੀਫਿਕੇਸ਼ਨ ਹੈਗੀ ਉਹ ਬਹੁਤ ਜ਼ਿਆਦਾ ਸਟ੍ਰਿਕਟ ਹੋ ਗਈ ਹੈ ਜੀ। ਅੱਛਾ ਜੀ, ਇੱਕ ਮੈਨੂੰ ਲੋਕਾਂ ਨੂੰ ਇਹ ਸਮਝਾਇਓ ਕਿ ਜਿਹੜਾ ਇੱਕ ਰੌਲਾ ਪੈ ਰਿਹਾ ਵੀ ਜੁਲਾਈ ਦੇ ਫਸਟ ਵੀਕ ਤੋਂ ਪਹਿਲਾਂ ਲੈ ਲਓ 20% ਤੋਂ ਥੱਲੇ ਤੇ 20% ਦਾ, ਇਹ ਰੌਲਾ ਕੀ ਹੈ ਜੀ? 20% ਤੋਂ ਘੱਟ ਜਾਂ ਡਾਊਨ ਦਿੰਦੇ ਆ, ਉਹਦੇ ਨਾਲ ਉਹਦੇ 'ਚ ਕਿਹੜੀਆਂ ਮੁਸ਼ਕਲਾਂ ਆਉਂਦੀਆਂ, ਬੰਦੇ ਨੂੰ ਹੋਰ ਕੀ ਕਰਨਾ ਪੈਂਦਾ? ਪਹਿਲਾਂ ਤਾਂ ਮੈਂ ਥੋੜਾ ਜਿਹਾ ਐਕਸਪਲੇਨ ਕਰ ਦੇਵਾਂ ਕਿ 20% ਤੋਂ ਥੱਲੇ ਤੇ 20% ਦਾ ਕੀ ਡਿਫਰੈਂਸ ਹੈ। ਠੀਕ ਹੈ ਜੀ। ਜਦੋਂ 20% ਤੁਹਾਡੇ ਕੋਲ ਡਾਊਨ ਹੁੰਦਾ ਜਾਂ ਉਸ ਤੋਂ ਜ਼ਿਆਦਾ ਹੁੰਦਾ, ਉਹਨੂੰ ਅਸੀਂ ਕਨਵੈਨਸ਼ਨਲ ਮੌਰਗੇਜ ਕਹਿੰਦੇ ਆ। ਉਹਦੇ 'ਚ ਸਿਰਫ 2 ਪਾਰਟੀਜ਼ ਇਨਵੋਲਵ ਹੁੰਦੇ ਆ, ਬੋਰੋਅਰ ਤੇ ਲੈਂਡਰ। ਠੀਕ ਹੈ ਜੀ। ਬੈਂਕ, ਠੀਕ ਹੈ, ਬੈਂਕ ਡਿਸਾਈਡ ਕਰਦੀ ਹੈ ਇਹਦੇ ਕੋਲ ਡਾਊਨ ਪੇਮੈਂਟ ਮੈਂ ਇਹਨਾਂ ਨੂੰ ਮੌਰਗੇਜ ਦੇਣੀ ਹੈ ਕਿ ਨਹੀਂ ਦੇਣੀ। ਜਦੋਂ 20% ਤੋਂ ਘੱਟ ਮੌਰਗੇਜ ਹੁੰਦੀ ਉਹਨੂੰ ਹਾਈ ਰੇਸ਼ੀਓ ਮੌਰਗੇਜ ਕਹਿੰਦੇ ਆ। ਉਹਦੇ ਵਿੱਚ ਫਿਰ ਜਿਹੜਾ ਲੈਂਡਰ ਹੈਗਾ ਆ, ਉਹਨਾਂ ਨੇ ਪਹਿਲਾਂ CMHC ਕੋਲੋਂ, ਜੈਨਵਰਥ ਕੋਲੋਂ ਜਾਂ ਕੈਨੇਡਾ ਗਰੰਟੀ ਕੋਲੋਂ, 3 ਆਰਗੇਨਾਈਜੇਸ਼ਨਸ ਹੈ, ਉਹਨਾਂ ਕੋਲੋਂ ਡੀਫਾਲਟ ਇੰਸ਼ੋਰੈਂਸ ਲੈਣਾ ਹੁੰਦਾ। ਡੀਫਾਲਟ ਇੰਸ਼ੋਰੈਂਸ ਦਾ ਇਹ ਮਤਲਬ ਹੈ ਕਿ ਜੇ ਬੋਰੋਅਰ ਡੀਫਾਲਟ ਕਰਦਾ ਹੈ ਤਾਂ ਬੈਂਕ ਨੂੰ ਉਹ ਕੰਪਨੀ ਪੇ ਕਰੇਗੀ ਪੈਸੇ। ਠੀਕ ਹੈ ਜੀ। ਉਹਦਾ ਇੰਸ਼ੋਰੈਂਸ ਫੀਸ ਲੱਗਦੀ ਹੈ ਜਦੋਂ 20% ਤੋਂ ਘੱਟ ਹੁੰਦੇ ਆ। ਠੀਕ ਹੈ। ਫਿਰ ਬੈਂਕ ਦੇ ਜਿਹੜੇ ਬੈਂਕ ਜਾਂ ਲੈਂਡਰ ਹੈਗੇ ਉਹਨਾਂ ਨੂੰ CMHC, ਜੈਨਵਰਥ, ਕੈਨੇਡਾ ਗਰੰਟੀ ਦੀਆਂ ਹੀ ਗਾਈਡਲਾਈਨਸ ਫੋਲੋ ਕਰਨੀਆਂ ਪੈਂਦੀਆਂ, ਆਪਣੀਆਂ ਉਹਨਾਂ ਨੂੰ ਬਾਅਦ 'ਚ ਫੋਲੋ ਕਰਨੀ ਪੈਂਦੀ। ਹੁਣ ਰੂਲ ਇਹ ਚੇਂਜ ਹੋਇਆ ਹੈਗਾ ਜੁਲਾਈ 1 ਤੋਂ ਕਿ ਜਿਹੜੀ CMHC ਨੇ ਕਰ ਦਿੱਤਾ ਕਿ ਜਿੰਨੀ ਇਨਕਮ ਨਾਲ ਤੁਸੀਂ ਕੁਆਲੀਫਾਈ ਕਰਦੇ ਸੀ ਉਹ ਇਨਕਮ ਦੀ ਰਿਕੁਆਇਰਮੈਂਟ ਵੱਧ ਜਾਏਗੀ, ਕਿਉਂਕਿ ਉਹਨਾਂ ਨੇ ਉਹਨੂੰ ਡੈਟ ਸਰਵਿਸ ਰੇਸ਼ੀਓਜ਼ ਕਹਿੰਦੇ ਆ, ਉਹਨਾਂ ਨੇ ਉਹਦੀ ਲਿਮਿਟ ਘਟਾ ਦਿੱਤੀ ਹੈ। ਇਹਦੇ ਨਾਲ ਬਹੁਤ ਪੈਨਿਕ ਹੋਇਆ ਫਸਟ ਟਾਈਮ ਬਾਇਰਸ 'ਚ ਜਿਹੜੇ ਬਾਈ ਕਰਨਾ ਚਾਹੁੰਦੇ ਆ। ਪਰ ਉਹਦੇ 'ਚ ਇੱਕ ਡੇ ਬਿਫੋਰ ਯੈਸਟਰਡੇ ਗੁੱਡ ਨਿਊਜ਼ ਇਹ ਆਈ ਹੈ ਕਿ ਜਿਹੜੀਆਂ ਦੂਜੀਆਂ 2 ਇੰਸ਼ੋਰੈਂਸ ਕੰਪਨੀਜ਼ ਹੈਗੀਆਂ, ਜੈਨਵਰਥ ਐਂਡ ਕੈਨੇਡਾ ਗਰੰਟੀ, ਉਹਨਾਂ ਨੇ ਕਿਹਾ ਕਿ ਅਸੀਂ CMHC ਨੂੰ ਫੋਲੋ ਨਹੀਂ ਕਰਾਂਗੇ। ਸੋ ਆਪਣੇ ਬੋਰਰਸ ਕੋਲ ਜਿਹੜੀਆਂ ਆਪਸ਼ਨਸ ਪਹਿਲਾਂ ਸੀਗੀਆਂ ਉਹ ਜਾਰੀ ਰਹਿਣਗੀਆਂ ਫਿਲਹਾਲ। ਅੱਛਾ, ਇੱਕ ਦੱਸਿਓ ਬਈ 20% ਤੋਂ ਥੱਲੇ, ਕਿਉਂਕਿ ਜੇ 5-6 ਲੱਖ ਦੀ ਵੀ ਚੀਜ਼ ਲਈਏ ਕੋਈ ਤੇ ਬੰਦਾ 5-4 ਸਾਲ ਪਹਿਲਾਂ ਆਇਆ, ਜੇ ਉਹਦਾ 10% ਵੀ ਕਹੀਏ ਤਾਂ $60-70 ਹਜ਼ਾਰ ਤੂਰ ਸਾਹਿਬ ਹੋ ਜਾਂਦਾ। ਬਹੁਤ ਔਖਾ ਹੈ ਇਕੱਠਾ ਕਰਨਾ। ਸੋ ਕੀ ਇਹ 20% ਤੋਂ ਥੱਲੇ ਵਾਲਿਆਂ ਦੀ ਮੌਰਗੇਜ ਸੌਖੀ ਹੋ ਜਾਂਦੀ ਹੈ ਜਾਂ ਖਾਸਾ ਤਰੱਦਦ ਹੈ, ਤੇ ਰਿਕੁਆਇਰਮੈਂਟਸ ਉਹਦੀਆਂ ਕੀ ਨੇ? ਫਿਰ
ਉਹਦੀਆਂ ਰਿਕੁਆਇਰਮੈਂਟਸ ਫਰਕ ਇਹ ਹੁੰਦਾ ਜੀ, ਇੱਕ ਤਾਂ ਜਿਹੜੀਆਂ ਡੈਟ ਸਰਵਿਸ ਰੇਸ਼ੀਓਜ਼ ਹੈ ਉਹ ਸਟ੍ਰਿਕਟ ਹੈਗੀਆਂ ਆ ਕਨਵੈਨਸ਼ਨਲ ਰੇਸ਼ੀਓ ਨਾਲੋਂ, ਠੀਕ ਹੈ ਜੀ। ਅੱਛਾ ਜੀ। ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜੀ ਤੁਹਾਡੀ ਐਮਰਟਾਈਜੇਸ਼ਨ ਹੁੰਦੀ ਹੈ, ਜਿਹਦੇ ਬੇਸ ਤੇ ਤੁਹਾਡੀ ਪੇਮੈਂਟ ਕੈਲਕੂਲੇਟ ਕੀਤੀ ਜਾਂਦੀ, ਉਹ ਮੈਕਸਿਮਮ 25 ਇਅਰਸ ਹੈ। ਜਦੋਂ ਤੁਹਾਡੇ ਕੋਲ 20% ਡਾਊਨ ਹੁੰਦਾ ਉਦੋਂ ਤੁਹਾਡੇ ਕੋਲ 30 ਇਅਰਸ ਦੀ ਐਮਰਟਾਈਜੇਸ਼ਨ ਹੁੰਦੀ ਹੈ, ਠੀਕ ਹੈ। ਤਾਂ ਇਸ ਕਰਕੇ ਉਹਦੀ ਕੁਆਲੀਫਿਕੇਸ਼ਨ ਜਿਹੜੀ ਹੈਗੀ ਆ ਉਹ ਡਿਫਿਕਲਟ ਹੋ ਜਾਂਦੀ ਹੈ। ਜੇ ਕਹਿ ਲਓ ਕਿ ਇੱਕ ਬੰਦੇ, ਜੇ ਆਪਾਂ ਕਹਿ ਲਓ ਕਿ ਫੈਮਿਲੀ ਦੀ ਇਨਕਮ 100,000 ਹੈ, ਅਪਰੋਕਸੀਮੇਟਲੀ ਜੇ ਉਹਨਾਂ ਨੇ ਹਾਈ ਰੇਸ਼ੀਓ ਬਾਈ ਕਰਨਾ ਤਾਂ ਉਹਨਾਂ ਦੀ ਲਿਮਿਟ ਅਬਾਊਟ 500 to 550 ਦੇ ਵਿੱਚ ਦੇ ਆਰ ਡਨ। They cannot buy more than that with a $100,000 family income. ਜੇ ਇਹੀ 20% ਹੈਗਾ ਆ, ਫਿਰ ਉਹਨਾਂ ਕੋਲ ਆਪਸ਼ਨਸ ਬਹੁਤ ਜ਼ਿਆਦਾ ਵੱਧ ਜਾਂਦੀਆਂ। They can go much higher than ਜਿਹੜੇ ਹਾਈ ਰੇਸ਼ੀਓ ਮੌਰਗੇਜਸ ਦੇ ਨਾਲ। ਅੱਛਾ, ਦੋ ਟਰਮਾਂ ਨੇ ਤੁਹਾਡੀਆਂ, ਦੋ ਟਰਮਾਂ ਨੇ ਜਿਹੜੀਆਂ ਵੇਰੀਏਬਲ ਕਹਿੰਦੇ ਹੋ, ਇੱਕ ਤੁਸੀਂ ਫਿਕਸ ਰੇਟ ਕਹਿੰਦੇ ਹੋ, ਉਹਨਾਂ ਦੀ ਅਸਲ ਡੈਫੀਨੇਸ਼ਨ ਕੀ ਹੈ ਜੀ? ਜਿਹੜਾ ਵੇਰੀਏਬਲ ਰੇਟ ਹੈਗਾ ਉਹ ਇਹ ਹੈਗਾ ਕਿ ਉਹ ਜਿਹੜਾ ਬੈਂਕਾਂ ਦਾ ਪ੍ਰਾਈਮ ਰੇਟ ਹੈਗਾ ਉਹਦੇ ਨਾਲ ਲਿੰਕਡ ਹੈਗਾ, ਠੀਕ ਹੈ ਜੀ। ਜਿਹੜਾ ਪ੍ਰਾਈਮ ਰੇਟ ਹੈਗਾ ਉਹ ਬੈਂਕ ਆਫ ਕੈਨੇਡਾ ਦੇ ਰੇਟ ਨਾਲ ਲਿੰਕਡ ਹੈਗਾ ਜੀ। ਇਸ ਵੇਲੇ ਜਿਹੜਾ ਬੈਂਕ ਆਫ ਕੈਨੇਡਾ ਦਾ ਪ੍ਰਾਈਮ ਰੇਟ, ਬੈਂਕ ਆਫ ਕੈਨੇਡਾ ਰੇਟ ਹੈਗਾ ਆ, ਉਹਨੂੰ ਬੈਂਕ ਰੇਟ ਕਹਿੰਦੇ ਆ, ਉਹ ਹੈਗਾ ਆ 0.25%, ਠੀਕ ਹੈ ਜੀ। ਉਹਨੂੰ ਓਵਰਨਾਈਟ ਲੈਂਡਿੰਗ ਰੇਟ ਵੀ ਕਹਿੰਦੇ ਆ। ਜਿਹੜਾ ਬੈਂਕ ਦਾ ਪ੍ਰਾਈਮ ਰੇਟ ਹੈਗਾ ਉਹ ਜਨਰਲੀ ਹੈਗਾ 2.45, ਠੀਕ ਹੈ ਜੀ। ਉਹਦੇ ਤੋਂ 2.2 ਜਿਹੜਾ ਬੈਂਕ ਉਹਦੇ ਉੱਪਰ ਆਪਣਾ ਐਡ ਕਰਦਾ। ਜਿਹੜੇ ਵੇਰੀਏਬਲ ਰੇਟ ਹੁੰਦਾ ਉਹ ਉਹਦੇ ਨਾਲ ਚੇਂਜ ਹੁੰਦਾ, ਉਹਦੇ ਉੱਪਰ ਆਪਾਂ ਨੂੰ ਡਿਸਕਾਊਂਟ ਮਿਲਦਾ, ਠੀਕ ਹੈ ਜੀ। ਫॉर ਐਗਜ਼ਾਮਪਲ ਪਹਿਲਾਂ ਡਿਸਕਾਊਂਟ ਚੱਲ ਰਿਹਾ ਸੀ 0.5, 0.60 ਔਨ ਪ੍ਰਾਈਮ ਰੇਟ। ਜਦੋਂ ਤੋਂ ਪ੍ਰਾਈਮ ਰੇਟ ਘਟੇ ਹੈਗੇ ਆ, ਉਹ ਡਿਸਕਾਊਂਟ ਥੋੜੇ ਜਿਹੇ ਘਟ ਗਏ ਆ। ਇਸ ਵੇਲੇ ਵੀ ਕਹਿ ਲਓ ਕਿ ਜੇ ਕਿਸੇ ਨੂੰ ਪ੍ਰਾਈਮ -40 ਮਿਲ ਰਿਹਾ ਹੈਗਾ 0.40, ਇਹਦਾ ਮਤਲਬ ਕਿ ਉਹਦਾ ਰੇਟ 2.05 ਹੋਏਗਾ, ਠੀਕ ਹੈ ਜੀ। ਜੇ ਪ੍ਰਾਈਮ ਰੇਟ ਵਧੇਗਾ ਉਹਨਾਂ ਦਾ ਰੇਟ ਵੱਧ ਜਾਏਗਾ, ਜੇ ਪ੍ਰਾਈਮ ਰੇਟ ਘਟੇਗਾ ਤਾਂ ਉਹਨਾਂ ਦਾ ਰੇਟ ਘਟ ਜਾਏਗਾ, ਠੀਕ ਹੈ ਜੀ। ਇਹ ਹੈਗਾ ਵੇਰੀਏਬਲ ਰੇਟ। ਜਿਹੜੇ ਲੋਕਾਂ ਨੇ ਫॉर ਐਗਜ਼ਾਮਪਲ ਪਹਿਲਾਂ ਮੌਰਗੇਜਸ ਲਈਆਂ ਸੀਗੀਆਂ ਜਦੋਂ ਪ੍ਰਾਈਮ ਰੇਟ ਕੋਵਿਡ ਤੋਂ ਪਹਿਲਾਂ 3.95 ਸੀਗਾ, ਉਦੋਂ ਡਿਸਕਾਊਂਟ ਚੱਲ ਰਹੇ ਸੀਗੇ 0.60, 0.70। ਉਹ ਲੋਕਾਂ ਨੂੰ, ਉਦੋਂ ਕਈ ਲੋਕਾਂ ਨੂੰ ਇਹ ਲੱਗਾ ਕਿ ਹਾਂ ਯਾਰ ਰੇਟ ਮਹਿੰਗੇ ਆ, ਪਰ ਉਹ ਵੇਰੀਏਬਲ ਰੇਟ ਨਾਲ ਟਿਕੇ ਰਹੇ। ਹੁਣ ਉਹਨਾਂ ਲੋਕਾਂ ਦੇ ਰੇਟ ਜਿਹੜੇ ਹੈਗੇ ਅਬਾਊਟ 1.7 ਤੋਂ 1.75 ਦੇ ਵਿੱਚ ਚਲੇ ਗਏ ਹੈਗੇ। ਜਿਹੜੇ ਲੋਕਾਂ ਨੇ ਉਦੋਂ ਫਿਕਸਡ ਕਰ ਲਏ ਰੇਟ, ਉਹਨਾਂ ਦੇ ਰੇਟ ਉਹੋ ਹੀ ਰਹਿਣੇ ਆ ਫॉर ਰਿਮਾਈਂਡਰ ਆਫ ਦਾ ਟਰਮ, ਠੀਕ ਹੈ ਜੀ। ਔਰ ਦੂਸਰਾ ਜਿਹੜਾ ਡਿਫਰੈਂਸ ਹੈਗਾ ਆਪਣੇ ਜਿਹੜੇ ਇਨਵੈਸਟਰਸ ਹੈਗੇ ਆ, ਰੈਂਟਲ ਪ੍ਰੋਪਰਟੀਜ਼ ਲੈਂਦੇ ਹੈਗੇ ਆ, ਉਹਨਾਂ ਲਈ ਮੇਜਰ ਹੈਗਾ ਕਿ ਉਹਨਾਂ ਨੂੰ ਅਸੀਂ ਐਡਵਾਈਜ਼ ਕਰੀਦਾ ਕਿ ਟਰਾਈ ਟੂ ਗੋ ਵਿਦ ਅ ਵੇਰੀਏਬਲ ਰੇਟ। ਉਹਦੇ ਇਹ ਹੁੰਦਾ ਕਿ ਵੇਰੀਏਬਲ ਰੇਟ ਦੀ ਪੈਨਲਟੀ ਜਿਹੜੀ ਹੁੰਦੀ ਆ ਉਹ ਹਮੇਸ਼ਾ ਹੀ ਸਟੈਂਡਰਡ ਹੁੰਦੀ ਹੈ 3 months ਆਫ ਇੰਟਰਸਟ। ਵੇਅਰ ਜਿਹੜੇ ਫਿਕਸਡ ਰੇਟਸ ਹੈਗੇ ਆ ਉਹਨਾਂ ਦੀ ਜਿਹੜੀ ਪੈਨਲਟੀ ਹੈਗੀ ਆ ਦੈਟ ਕੈਨ ਬੀ ਸਮਟਾਈਮਸ 3 months ਆਫ ਇੰਟਰਸਟ ਔਰ ਅ ਵੈਰੀ ਹਿਊਜ ਅਮਾਊਂਟ ਇਨ ਸਰਟਨ ਕੇਸਿਸ, ਰਾਈਟ? 30, 40, $50,000। ਰੀਸੈਂਟਲੀ ਨਿਊਜ਼ 'ਚ ਵੀ ਆ ਰਿਹਾ ਸੀਗਾ ਕਿ ਕਿਸੇ ontario 'ਚ ਕਿਸੇ ਲੇਡੀ ਨੂੰ ਆਪਣਾ ਘਰ ਵੇਚਣਾ ਪਿਆ ਤਾਂ ਉਹਨੂੰ TD ਬੈਂਕ ਨੇ $30,000 ਮੌਰਗੇਜ ਪੈਨਲਟੀ ਚਾਰਜ ਕੀਤੀ, ਪਰ ਉਹ ਵਿਦਨ ਟਰਮਸ ਹੈਗੀ ਉਹਨਾਂ ਦੀ ਜੋ ਟਰਮਸ ਉਹ ਡੀਟੇਲ ਕਰਦੇ। ਇਹ ਮੇਜਰ ਡਿਫਰੈਂਸਸ ਹੈ ਵੇਰੀਏਬਲ ਤੇ ਫਿਕਸ ਮੌਰਗੇਜ। ਬਿਲਕੁਲ ਜੀ, ਉਹ ਆਪਾਂ ਖਬਰ ਕਵਰ ਕੀਤੀ ਸੀ। ਉਹਨੇ ਕੋਵਿਡ ਕਰਕੇ ਰੀਅਲਟਰ ਸੀ, ਘਰ ਵੇਚਣਾ ਪਿਆ ਕੋਵਿਡ ਕਰਕੇ, ਪਰ ਉਹ ਕਹਿੰਦੀ ਇੱਕ ਬੰਨੇ 2-2 ਹਜ਼ਾਰ ਦਿੰਦੇ ਹੋ, ਇੱਧਰੋਂ ਮੈਨੂੰ 30,000 ਦੀ ਪੈਨਲਟੀ ਪੈਂਦੀ ਹੈ। ਅੱਛਾ, ਜਦ ਇੱਕ ਐਕਸਪੀਰੀਅੰਸ ਜਿਹੜਾ ਮੌਰਗੇਜ ਐਡਵਾਈਜ਼ਰ ਹੈ ਉਹ ਕਿਵੇਂ ਫਾਇਦਾ ਕਰ ਸਕਦਾ? ਜਦ ਇਹ ਗੱਲ ਚੱਲਦੀ ਹੈ ਅਗਲਾ ਕਹਿੰਦਾ ਯਾਰ ਬੈਂਕ ਤੋਂ ਹੀ ਲੈਣਾ, ਬੈਂਕ ਤੋਂ ਸਿੱਧਾ ਜਾ ਕੇ ਲੈ ਲਈਏ ਅਸੀਂ। ਮੌਰਗੇਜ ਐਡਵਾਈਜ਼ਰ ਦੀਆਂ ਕਾਹਦੀਆਂ ਫੀਸਾਂ ਦੇਣੀਆਂ ਨੇ? ਕੀ ਮੌਰਗੇਜ ਐਡਵਾਈਜ਼ਰ ਫੀਸ ਲੈਂਦਾ ਕੋਈ ਕਲਾਇੰਟ ਤੋਂ? ਜੇ ਅਸੀਂ ਜਦੋਂ ਵੀ ਜਿਹੜੀਆਂ ਅਸੀਂ ਬੈਂਕਾਂ ਦੇ ਕੋਲੋਂ ਮੌਰਗੇਜਸ ਕਰਾਉਂਦੇ ਆ, ਜਾਂ ਮੇਜਰ ਲੈਂਡਰਸ ਹੁੰਦੇ ਆ ਜਿਹੜੇ ਜਿਨ੍ਹਾਂ ਦੇ ਰੇਟ ਬੈਂਕਾਂ ਵਾਲੇ ਆ ਜਾਂ ਬੈਂਕਾਂ ਤੋਂ ਬੈਟਰ ਹੈਗੇ ਆ, ਉਹਨਾਂ ਨਾਲ ਡੀਲ ਕਰਦੇ ਆ ਜਾਂ ਬੈਂਕਾਂ ਨਾਲ ਡੀਲ ਕਰਦੇ ਤਾਂ ਅਸੀਂ ਕਲਾਇੰਟਸ ਨੂੰ ਕੋਈ ਫੀਸ ਨਹੀਂ ਚਾਰਜ ਕਰਦੇ, ਠੀਕ ਹੈ ਜੀ। ਸਾਨੂੰ ਬੈਂਕਾਂ ਹੀ ਪੇ ਕਰਦੀਆਂ, ਜਿੱਦਾਂ ਉਹ ਆਪਣੇ ਸਟਾਫ ਨੂੰ ਪੇ ਕਰਦੀਆਂ ਉੱਦਾਂ ਹੀ ਸਰਟਨ ਵੇ ਉਹ ਸਾਨੂੰ ਪੇ ਕਰਦੀਆਂ ਹੈਗੀਆਂ। ਉਹਦਾ ਇਹ ਹੈ ਕਿ ਸਾਨੂੰ ਇਹ ਪਤਾ ਹੁੰਦਾ ਕਿ ਕਲਾਇੰਟ ਦੇ ਸਿਚੁਏਸ਼ਨ ਦੇ ਹਿਸਾਬ ਨਾਲ ਉਹਦੇ ਲਈ ਬੈਟਰ ਪ੍ਰੋਡਕਟ ਕਿਹੜਾ ਹੈਗਾ, ਠੀਕ ਹੈ ਜੀ। ਔਰ ਦੂਜੀ ਇਹ ਗੱਲ ਹੈਗੀ ਕਿ ਜਿੱਦਾਂ ਹੁਣ ਆਹ ਫਿਕਸਡ ਵੇਰੀਏਬਲ ਰੇਟ ਦੀ ਹੋ ਗਈ, ਠੀਕ ਹੈ ਜੀ। ਹੁਣ ਕਈ ਵਾਰੀ ਜਿਹੜਾ ਮੈਂ ਇਹ ਨਹੀਂ ਕਹਿ ਰਿਹਾ ਕਿ ਕਿਸੇ ਨੂੰ ਬੈਂਕ ਦੇ ਸਟਾਫ ਨੂੰ ਘੱਟ ਨੌਲੇਜ ਹੈ, ਪਰ ਕਈ ਵਾਰੀ ਹੁੰਦਾ ਕਿ ਉਹ ਸੇਮ ਬੰਦਾ ਆ ਜਿਹੜਾ ਬੈਂਕ ਦਾ ਅਕਾਊਂਟ ਵੀ ਖੋਲ ਰਿਹਾ, ਮਿਊਚੁਅਲ ਫੰਡ ਵੀ ਵੇਚ ਰਿਹਾ, ਮੌਰਗੇਜ ਵੀ ਕਰ ਰਿਹਾ, ਠੀਕ ਹੈ ਜੀ। ਉਹਨਾਂ ਦੀ ਨੌਲੇਜ ਲਿਮਿਟਡ ਹੁੰਦੀ ਆ। ਉਹ ਜਿਸ ਬੰਦੇ ਨੇ ਆਪ ਕਦੀ ਜ਼ਿੰਦਗੀ 'ਚ ਇੱਕ ਅੱਧੀ ਪ੍ਰੋਪਰਟੀ ਬਾਈ ਕੀਤੀ ਜੇ ਕਦੀ ਕੀਤੀ ਨਹੀਂ ਹੈਗੀ, ਉਹ ਬੰਦਾ ਜਿਹਦੇ ਕੋਲ 3, 4, 5 ਪ੍ਰੋਪਰਟੀਆਂ ਹੈਗੀਆਂ ਉਹਨੂੰ ਕਿੱਥੋਂ ਐਡਵਾਈਸ ਦੇ ਦੇਗਾ? ਤੇ ਸਹੀ ਐਡਵਾਈਸ ਨਹੀਂ ਦੇ ਸਕੇਗਾ। ਹੁਣ ਜਿਸ ਲੇਡੀ ਦੀ ਫॉर ਐਗਜ਼ਾਮਪਲ ਤੁਸੀਂ ਖਬਰ ਕਵਰ ਕੀਤੀ ਸੀਗੀ, ਉਹਦੇ 'ਚ ਕਿ ਜੇ ਉਸਦੀ ਪ੍ਰੋਪਰ ਕਿਸੇ ਨੇ ਅਸੈਸਮੈਂਟ ਕੀਤੀ ਹੁੰਦੀ ਕਿ ਉਹਦੀ ਕੀ ਸਿਚੁਏਸ਼ਨ ਹੈ, ਹੋ ਸਕਦਾ ਕਿ ਉਹਨੂੰ ਐਡਵਾਈਸ ਕੀਤਾ ਜਾਂਦਾ ਕਿ ਤੂੰ ਵੇਰੀਏਬਲ ਰੇਟ ਮੌਰਗੇਜ ਲੈ, ਰਾਈਟ? ਤਾਂ ਕਿ ਜਿਹੜੀ ਤੇਰੀ ਪੈਨਲਟੀ ਉਹ ਮੈਨੇਜੇਬਲ ਹੋਵੇ ਜੇ ਤੈਨੂੰ ਵੇਚਣਾ ਵੀ ਪਏ, ਰਾਈਟ? ਸੋ ਇਹ ਸਾਰੀ ਅਸੈਸਮੈਂਟ ਅਸੀਂ ਕਰੀ ਦੀ ਆ। ਕਈ ਵਾਰੀ ਇਹ ਨਹੀਂ ਹੈਗਾ ਕਿ ਰੇਟ ਦੇ ਉੱਪਰ ਤੁਸੀਂ ਸਲਾਈਟਲੀ ਜ਼ਰੂਰ ਸੇਵ ਕਰ ਲਓਗੇ, ਪਰ ਇਨ ਦ ਲੌਂਗ ਰਨ ਤੁਸੀਂ ਕਿੱਦਾਂ ਬੈਨੀਫਿਟ 'ਚ ਰਹਿੰਦੇ ਆ,
ਉਹ ਜ਼ਿਆਦਾ ਇੰਪੋਰਟੈਂਟ ਹੈ। ਅੱਛਾ ਜੀ, ਇੱਕ ਇਹ ਵੀ ਸਮਝਾਇਓ ਲੋਕਾਂ ਨੂੰ, ਜਿਹੜਾ ਇੱਕ ਹੋਮ ਐਕੁਇਟੀ ਪਲਾਨ ਹੈ ਉਹਦੇ ਵਿੱਚ ਕਈ ਵਾਰ ਲੋਕ ਉਸ 'ਚ ਵੀ ਕ੍ਰੈਡਿਟ ਲਾਈਨ ਇੱਕ ਸੈੱਟ ਕਰ ਲੈਂਦੇ ਨੇ, ਪਰ ਉਹ ਰਜਿਸਟਰਡ ਹੋ ਜਾਂਦੀ ਹੈ ਤੁਹਾਡੀ ਸਿਕਿਉਰਡ ਲਾਈਨ ਆਫ ਕ੍ਰੈਡਿਟ ਵਾਂਗੂ ਪ੍ਰੋਪਰਟੀ ਤੇ। ਉਹਦਾ ਵੀ ਕੋਈ ਫਾਇਦਾ ਹੈ? ਜੇ ਤੁਸੀਂ ਮਤਲਬ ਤੁਹਾਡਾ ਘਰ ਦੇ ਉੱਪਰ ਥੋੜਾ ਕਰਜ਼ਾ ਹੈ ਤਾਂ ਫਿਰ ਮੌਰਗੇਜ ਤੋਂ ਬਿਨਾਂ ਹੋਮ ਐਕੁਇਟੀ ਪਲਾਨ ਠੀਕ ਰਹਿੰਦੇ ਆ? ਬਿਲਕੁਲ ਜੀ, ਜੇ ਉਹਦੇ ਲਈ ਵੀ ਓਬਵੀਅਸਲੀ ਉਹਦੀ ਕੁਆਲੀਫਿਕੇਸ਼ਨ ਜਿਹੜੀ ਹੈਗੀ ਉਹ ਮੌਰਗੇਜ ਵਾਂਗ ਸਿਮਿਲਰ ਹੀ ਹੈ, ਰਾਈਟ। ਕੋਈ ਪਰ ਉਹਦਾ ਫਾਇਦਾ ਇਹ ਹੁੰਦਾ ਕਿ ਮੈਂ ਐਗਜ਼ਾਮਪਲ ਲੈ ਕੇ ਐਕਸਪਲੇਨ ਕਰਾਂਗਾ ਤਾਂ ਕਿ ਬੈਟਰ ਸਮਝ ਲੱਗ ਜਾਏ। ਉਹ ਹੈਗਾ ਕਿ ਜੇ ਫॉर ਐਗਜ਼ਾਮਪਲ ਕਿ ਪ੍ਰਾਪਰਟੀ ਦੀ ਵੈਲਿਊ ਕਿਸੇ ਦੀ ਐਗਜ਼ਿਸਟਿੰਗ ਘਰ ਦੀ ਹੈਗੀ ਹੈ $1 million, ਠੀਕ ਹੈ ਜੀ। ਕਨਵੈਨਸ਼ਨਲ ਤੌਰ ਤੇ ਮੈਕਸਿਮਮ ਕੋਈ ਵੀ ਕਲਾਇੰਟ ਉਹਦਾ 80% ਬੋਰੋ ਕਰ ਸਕਦਾ ਜੇ ਉਹ ਕੁਆਲੀਫਾਈ ਕਰਦੇ ਆ, ਸੋ 800,000। ਮੰਨ ਲਓ ਕਿ ਕਿਸੇ ਦੀ ਮੌਰਗੇਜ ਉਹਨਾਂ ਨੇ ਜਦੋਂ ਘਰ ਲਿਆ ਸੀਗਾ, ਜਿੰਨੇ ਦੀ ਵੀ ਮੌਰਗੇਜ ਲਈ ਸੀ, ਘੱਟ ਕੇ ਉਹ ਮੌਰਗੇਜ ਰਹਿ ਗਈ ਆ 500,000, ਠੀਕ ਹੈ ਜੀ। ਇਹਦਾ ਮਤਲਬ ਕਿ ਦੇ ਹੈਵ ਟੋਟਲ ਐਕੁਇਟੀ ਤਾਂ ਉਹਨਾਂ ਦੀ ਘਰ ਦੇ ਵਿੱਚ 500,000 ਹੈ, ਪਰ ਉਹ 300,000 ਉਹਦੇ ਚੋਂ ਐਜ਼ ਏ ਸਿਕਿਉਰਡ ਲਾਈਨ ਆਫ ਕ੍ਰੈਡਿਟ ਜਾਂ ਐਜ਼ ਏ ਮੌਰਗੇਜ ਲੈ ਸਕਦੇ ਜੇ ਉਹ ਉਹਨਾਂ ਦੀ ਇਨਕਮ ਦੇ ਬੇਸਿਸ ਤੇ ਉਹ ਕੁਆਲੀਫਾਈ ਕਰਦੇ ਆ, ਠੀਕ ਹੈ ਜੀ। ਜਦੋਂ ਉਹਦਾ ਫਾਇਦਾ ਇਹ ਹੁੰਦਾ ਕਿ ਜਿਹੜੀ ਹੋਮ ਐਕੁਇਟੀ ਲਾਈਨ ਹੈ ਉਹਦੇ ਉੱਪਰ ਤੁਸੀਂ ਇੰਟਰਸਟ ਉਦੋਂ ਹੀ ਦੇਣਾ ਜਦੋਂ ਉਹਨੂੰ ਯੂਜ਼ ਕਰਨਾ, ਨਾਟ ਅਦਰਵਾਈਜ਼ ਉਹਦੀ ਕੋਈ ਫੀਸ ਨਹੀਂ ਹੈ, ਠੀਕ ਹੈ ਜੀ। ਉਹਦੇ ਵਿੱਚ ਜੇ ਹੁਣ ਤੁਸੀਂ ਇਸ ਵੇਲੇ ਲਾਈਨ ਆਫ ਕ੍ਰੈਡਿਟ ਲੈ ਕੇ ਰੱਖ ਲਈ ਹੈ ਕਿਸੇ ਕਲਾਇੰਟ ਨੇ, ਫਿਊਚਰ ਦੇ ਵਿੱਚ ਉਹਨਾਂ ਨੂੰ ਕਦੀ ਜ਼ਰੂਰਤ ਪੈ ਗਈ ਯੂਜ਼ ਕਰਨ ਦੀ, ਉਹ ਇੱਕ ਤਾਂ ਫੰਡਸ ਈਜ਼ੀਲੀ ਅਵੇਲੇਬਲ ਹੈ, ਇੱਕ ਉਹ cheapest form of funds available ਹੈ other than credit cards or private other loans or any form। ਉਹਨਾਂ ਦੇ ਰੇਟ ਨਾਰਮਲੀ ਪ੍ਰਾਈਮ ਜਾਂ ਪ੍ਰਾਈਮ ਪਲੱਸ ਹਾਫ ਦੇ ਵਿੱਚ ਹੁੰਦੇ ਜਿਹੜੇ ਸਿਕਿਉਰਡ ਲਾਈਨ ਆਫ ਕ੍ਰੈਡਿਟ ਦੇ ਰੇਟ ਹੈਗੇ ਜੀ। ਅੱਛਾ ਤੂਰ ਸਾਹਿਬ, ਉਹ ਕਿੰਨੇ ਕੁ % ਤੇ ਦਿੰਦੇ ਆ? ਮੰਨ ਲਓ ਵੀ ਘਰ ਦੇ ਵਿੱਚ ਕੋਈ ਤੁਹਾਡਾ 8 ਲੱਖ ਦਾ ਘਰ ਹੈ ਤੇ ਤੁਹਾਨੂੰ ਕਿੰਨੇ % ਇਹ ਮਿਲ ਜਾਂਦਾ ਜਿਹੜਾ ਇਹ ਹੋਮ ਐਕੁਇਟੀ ਪਲਾਨ 'ਚ? 70%, 60%, 50%? ਜਿਹੜਾ ਜੇ ਤੁਹਾਡਾ ਕਲੀਅਰ ਟਾਈਟਲ ਹੈ ਘਰ, ਜਿਹੜਾ ਹੋਮ ਐਕੁਇਟੀ ਲਾਈਨ ਹੈ ਉਹ ਮੈਕਸਿਮਮ ਪ੍ਰਾਪਰਟੀ ਦੀ 65% ਹੋ ਸਕਦੀ ਹੈ, ਪਰ ਟੋਟਲ ਮੌਰਗੇਜ ਜਿਹੜਾ ਤੁਸੀਂ ਬੈਂਕ ਕੋਲੋਂ ਬੋਰੋ ਕਰ ਸਕਦੇ ਆ ਉਹ 80% ਹੈ। ਠੀਕ ਹੈ ਜੀ, ਠੀਕ ਹੈ। ਅਖੀਰ 'ਚ ਕੁਛ ਹੋਰ ਕਹਿਣਾ ਚਾਹੋ ਜੀ? ਕੰਟੈਕਟ ਨੰਬਰ ਤਾਂ ਤੁਹਾਡਾ ਹਰ ਰੋਜ਼ ਦੇ ਦਈਦਾ 604 619 2000। ਕੋਈ ਹੋਰ ਸੁਨੇਹਾ 30 ਸੈਕਿੰਡ ਹੋਰ ਨੇ ਆਪਣੇ? ਮੈਂ ਹਮੇਸ਼ਾ ਹੀ ਜਿਹੜੇ ਵੀ ਕਲਾਇੰਟਸ ਡਿਊਰਿੰਗ ਕੋਵਿਡ ਅਫੈਕਟਡ ਹੈਗੇ ਆ, ਜੇ ਕਿਸੇ ਨੂੰ ਕੋਈ ਕਿਸੇ ਵੀ ਹੈਲਪ ਦੀ ਜ਼ਰੂਰਤ ਹੈਗੀ ਇਨ ਫੋਰਮ ਕਿ ਕੋਈ ਕੁਐਸਚਨ ਹੈਗਾ ਜਿਹੜਾ ਕਿ ਮੈਂ ਉਹਨਾਂ ਦਾ ਆਨਸਰ ਕਰ ਸਕਦਾ, ਕਿ ਜਿਹਦੇ ਨਾਲ ਉਹ ਬੈਟਰ ਡਿਸੀਜਨ ਲੈ ਸਕਦੇ ਆ, ਆਮ ਮੋਰ ਦੈਨ ਹੈਪੀ ਇਫ ਦੇ ਕੈਨ ਕਾਲ ਮੀ। ਦੂਜੀ ਗੱਲ ਹੈਗੀ ਕਿ ਜਿਹਨਾਂ ਦੀ ਵੀ ਮੌਰਗੇਜ ਰਿਨਿਊ ਹੋ ਰਹੀ ਆ ਜਾਂ ਕਿਸੇ ਵੀ ਫੋਰਮ 'ਚ ਉਹਨਾਂ ਦਾ ਡੈਟ ਅਕਿਊਮੂਲੇਟ ਹੋ ਗਿਆ ਜਿਹਦੇ ਕਰਕੇ ਕਿ ਉਹ ਹਾਈ ਰੇਟ ਤੇ ਪੇ ਕਰ ਰਹੇ ਆ, ਮੇਬੀ देयर ਜੌਬ ਇਜ਼ ਅਫੈਕਟਡ ਔਰ ਬਿਜ਼ਨਸ ਇਜ਼ ਅਫੈਕਟਡ, ਪਰ ਘਰ ਦੇ ਵਿੱਚ ਐਕੁਇਟੀ ਹੈਗੀ ਆ, they have resources available where they can borrow against their equity and manage their finances better, business wise and personal wise। ਜੀ ਤੂਰ ਸਾਹਿਬ ਧੰਨਵਾਦ ਤੇ ਸ਼ੁਭ ਸ਼ਾਮਾਂ, ਫਿਰ ਕਿਸ ਦਿਨ ਗੱਲਬਾਤ ਹੋਈ। Thank you very much, Gal Sahab. Really appreciate and thank you for all the listeners as well. Thank you. Thank you ਜੀ। ਹੈਰੀ ਥੋੜੀ 604 619 2000 ਤੇ ਐਕਸਪੀਰੀਅੰਸਡ ਮੌਰਗੇਜ ਐਡਵਾਈਜ਼ਰ ਨੇ, ਕਦੇ ਵੀ ਤੁਸੀਂ ਗੱਲਬਾਤ ਕਰਨੀ ਉਹਨਾਂ ਨਾਲ ਕਰ ਸਕਦੇ ਹੋ। ਗੱਲਬਾਤ ਤੋਂ ਪਤਾ ਲੱਗ ਜਾਂਦਾ ਤੁਹਾਡੀ ਪ੍ਰੋਫੈਸ਼ਨਲਿਜ਼ਮ ਦਾ ਕਿ ਕੀ ਕੌਨਫੀਡੈਂਸ ਹੈ, ਕਿਸ ਤਰ੍ਹਾਂ ਕੰਮ ਹੁੰਦਾ ਹੈ, ਤੇ ਉਹਨਾਂ ਦੀਆਂ ਸੇਵਾਵਾਂ ਲਿਓ। 604 619 2000। ਵਪਾਰਕ ਸੰਦੇਸ਼ ਮੁੜ ਕੇ ਆਉਣਾ। ਆ ਕੇ ਮੈਂ ਕੁਝ ਤੁਹਾਨੂੰ ਟਿਕਟਸ ਬਾਰੇ ਖਬਰ ਦੇਣੀ ਚਾਹੁੰਦਾ ਵੀ ਕਿਸ ਤਰ੍ਹਾਂ ਕੁਝ ਕੱਲ ਜਦ ਆਪਾਂ ਗੱਲ ਤੋਰੀ, ਕੁਝ ਦੋਸਤਾਂ ਮਿੱਤਰਾਂ ਨੇ ਕਿਹਾ ਕੋਈ ਉਹਨਾਂ ਦੀਆਂ ਟਿਕਟਸ ਹੋਈਆਂ, ਉਹ ਕਿਸ ਤਰ੍ਹਾਂ ਹੋ ਸਕਦੀਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਪਲੀਜ਼ ਕੋਸ਼ਿਸ਼ ਕਰੋ ਸਾਰੇ ਕਿ ਆਪਣੇ ਮਾਪੇ ਆਪਣਾ ਪਰਿਵਾਰ ਇੱਥੇ ਆ ਜਾਵੇ। ਓਕੇ, ਕੱਲ ਜਦ ਆਪਾਂ ਇਸ ਵਿਸ਼ੇ ਤੇ ਦੁਬਾਰਾ ਗੱਲ ਤੋਰੀ, ਇੱਕ ਦਿਨ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲ ਜਾਂਦੇ ਨੇ। ਤੁਹਾਨੂੰ ਮੈਂ ਦੱਸਿਆ ਸੀ ਕਿ ਇੱਕ ਲਿਸਨਰਸ ਨੇ ਲਿਖਿਆ ਕੱਲ ਕਿ ਉਹਨਾਂ ਦੇ ਬੱਚੇ 2 ਤੇ ਉਹਨਾਂ ਦੀ ਸਰਦਾਰਨੀ ਜੀ ਤੇ ਉਹਨਾਂ ਦੇ ਉਸਦੇ ਮਾਪੇ ਸਾਰੇ ਭਾਰਤ ਦੇ ਵਿੱਚ ਸੀ। ਤੇ ਐਨੀਵੇਜ਼ ਉਹਨਾਂ ਨੇ ਸੁਨੇਹਾ ਜਸਪੀਰ ਸਿੰਘ ਉਹਨਾਂ ਨੇ, ਉਹ ਕਹਿੰਦੇ ਮੈਂ ਕੈਨ ਹਾਰਡੀ ਦੇ ਦਮ ਗੇੜੇ ਕੱਢਦਾ ਫਿਰਦਾ, ਗੱਲ ਨਾ ਬਣੀ। ਉਹਨਾਂ ਨੇ ਮੈਸੇਜ ਕੀਤਾ ਤੇ ਮੈਂ ਭੈਣ ਜੀ ਉਹਨਾਂ ਨੂੰ ਕਿਹਾ, ਤੱਖਰ ਹੋਰਾਂ ਨੂੰ, ਵੀ ਦੇਖੋ ਜੀ ਕੁਛ ਕਰਕੇ, ਜਿਵੇਂ ਐਕਚੁਅਲੀ 에ਅਰ ਫਰਾਂਸ ਤੇ KLM ਆਪਰੇਟ ਕਰ ਰਹੀ ਹੈ ਔਰ ਟਿਕਟਸ ਮਿਲ ਰਹੀਆਂ ਨੇ। ਉਹਨਾਂ ਨੇ ਕੱਲ ਕੋਸ਼ਿਸ਼ ਕੀਤੀ, ਉਹਨਾਂ ਨੂੰ ਟਿਕਟਸ ਮਿਲ ਗਈਆਂ। ਦਿੱਲੀ ਤੋਂ ਪੈਰਿਸ, ਪੈਰਿਸ ਤੋਂ ਨਿਊਯਾਰਕ ਦਾ ਰੂਟ ਹੈ, ਨਿਊਯਾਰਕ ਤੋਂ ਟੋਰਾਂਟੋ, ਟੋਰਾਂਟੋ ਤੋਂ ਤੁਹਾਨੂੰ ਫੇਰ ਲੈਣੀ ਪਈ, ਪਰ ਫੇਰ ਵੀ ਟਿਕਟਾਂ ਰੀਜ਼ਨੇਬਲ ਨੇ। ਉਹਨਾਂ ਨੇ ਉਹ ਤਿੰਨੇ ਟਿਕਟਾਂ ਬੱਚਿਆਂ ਦੀਆਂ ਤੇ ਆਪਣੀ ਮਿਸਿਸ ਦੀਆਂ
$3600 ਦੀਆਂ ਉਹਨਾਂ ਨੂੰ ਮਿਲੀਆਂ। ਕਿੱਥੇ 3600 ਦੀ ਇੱਕ ਟਿਕਟ ਮਿਲ ਰਹੀ ਹੈ ਟੋਰਾਂਟੋ ਦੀ। ਤੁਸੀਂ ਹੁਣ ਇਹ ਦੇਖ ਲਓ ਵੀ ਲੁੱਟ ਕਿਵੇਂ ਹੈ। 에ਅਰ ਫਰਾਂਸ ਦੀ 3600 ਦੀਆਂ 3 ਟਿਕਟਾਂ ਉਹਨਾਂ ਨੇ ਲਈਆਂ ਨੇ। ਟੋਰਾਂਟੋ ਤੋਂ ਵੈਨਕੂਵਰ 500 ਦੀ ਮਿਲ ਜਾਵੇ 1500, 5000 ਦੇ ਵਿੱਚ 3 ਬੰਦੇ ਉਹਨਾਂ ਦੇ ਆ ਜਾਣੇ ਨੇ 2.5 ਲੱਖ 'ਚ। ਤੇ ਕਿੱਥੇ 1,80,000 ਦੀ ਇੱਕ ਟਿਕਟ ਤੁਹਾਨੂੰ ਮਿਲ ਰਹੀ ਹੈ। ਹੁਣ ਉਹ ਇੱਕੋ ਹੀ ਗੱਲ ਮੇਰਾ ਇਹਦੇ ਤੇ ਕੰਸਰਨ ਹੈ ਜਾਂ ਤੁਸੀਂ ਬੁੱਕ ਕਰਨੀ ਹੈ, ਕਿਉਂਕਿ ਅਮਰੀਕਾ ਨੇ ਸ਼ੈਨਗਨ ਸਟੇਟਸ ਤੇ ਬੈਨ ਲਾਇਆ ਹੋਇਆ। ਜਿਹੜੇ ਸ਼ੈਨਗਨ ਕੰਟਰੀਜ਼ ਨੇ, ਮਤਲਬ ਜਿਹਦੇ ਵਿੱਚ ਫਰਾਂਸ ਵੀ ਆਉਂਦਾ, 22 ਕੰਟਰੀਆਂ ਨੇ। ਇਹ ਗੱਲ ਪਰ ਮਾਰਚ ਦੀ ਹੈ ਜਦ ਆਊਟਬ੍ਰੇਕ ਹੋਇਆ ਸੀ। ਪਰ ਇਹਨਾਂ ਨੇ ਤਾਂ ਟ੍ਰਾਂਜ਼ਿਟ ਹੀ ਲੈਣਾ ਏਅਰਪੋਰਟ ਤੇ, ਇਹਨਾਂ ਨੇ ਦੇਸ਼ ਤਾਂ ਬਣਨਾ ਨਹੀਂ। ਏਅਰਪੋਰਟ ਤੇ ਉਤਰਨਾ ਕਨਫਰਮ ਕਰ ਲਿਓ, ਇੱਕ ਗੱਲ ਹੈ। ਦੂਸਰੀ, ਐਨੀਵੇਜ਼ ਲੈਟ them fly to Paris, ਐਟਲੀਸਟ ਉੱਥੋਂ ਤਾਂ ਨਿਕਲਣਾ। ਪੈਰਿਸ ਤੋਂ ਆਪੇ ਏਅਰਲਾਈਨ, ਜੇ ਉਹਨਾਂ ਨੂੰ ਹੁਣ ਏਅਰਲਾਈਨ ਬੁੱਕ ਕਰ ਰਹੀ ਹੈ, ਉਹਨਾਂ ਨੂੰ ਵੀ ਪਤਾ ਹੈ ਵੀ ਉਹਨਾਂ ਨੇ ਬੰਦੇ ਟੋਰਾਂਟੋ ਪਹੁੰਚਾਉਣੇ ਨੇ। ਉੱਥੋਂ ਏਅਰ ਫਰਾਂਸ ਤੱਕ ਉਹਨਾਂ ਨੇ ਨਿਊਯਾਰਕ ਤੱਕ ਆਉਣਾ। ਨਿਊਯਾਰਕ ਤੇ ਅੱਗੇ ਉਹਨਾਂ ਦੀ ਸਿਸਟਰ ਜਿਹੜੀ ਕੰਪਨੀ ਹੈ ਉਹ ਡੈਲਟਾ ਏਅਰਲਾਈਨ ਹੈ। ਡੈਲਟਾ ਵਾਲਿਆਂ ਦੀ ਨੇ ਜਿਹੜੀ ਲੋਕਲ ਫਲਾਈਟ, ਪਰ ਇੰਟਰਨੈਸ਼ਨਲ ਫਲਾਈਟ ਆ ਉਹ ਟੋਰਾਂਟੋ ਤੋਂ, ਜਿਹੜੀ ਨਿਊਯਾਰਕ ਤੋਂ ਟੋਰਾਂਟੋ ਦੀ ਆ ਉਹ 25 ਮਿੰਟ ਦੀ ਫਲਾਈਟ ਆ, ਉਹ ਡੈਲਟਾ ਏਅਰ ਦੀ, ਡੈਲਟਾ ਏਅਰਲਾਈਨ ਦੀ। ਤੋਂ ਅੱਗੇ ਉਹਨਾਂ ਨੇ ਕਰ ਲੈਣਾ, ਮਤਲਬ ਅੱਗੇ ਤੁਸੀਂ ਕਨੈਕਟਿੰਗ ਫਲਾਈਟ। ਇਹ ਲੰਮਾ ਥੋੜਾ ਜਿਹਾ ਰੂਟ ਹੋਊ ਪਰ ਬਹੁਤ ਰੀਜ਼ਨੇਬਲ ਨੇ। 1,80,000 ਦੀ ਏਅਰ ਇੰਡੀਆ ਦੀ ਲੈਣ ਨਾਲੋਂ ਜਿਹੜੀ ਟਿਕਟਾਂ ਇਹ KLM ਏਅਰ ਫਰਾਂਸ, KLM ਤੇ ਏਅਰ ਫਰਾਂਸ ਇੱਕੋ ਹੀ ਕੰਪਨੀਆਂ ਨੇ। KLM ਐਮਸਟਰਡੈਮ ਤੋਂ ਫਲਾਈ ਕਰ ਰਹੀ ਹੈ ਟੋਰਾਂਟੋ ਨੂੰ ਸਿੱਧੀ। ਏਅਰ ਫਰਾਂਸ ਨੇ ਉਸ ਨੂੰ ਪੈਰਿਸ ਲਿਆ ਕੇ, ਪੈਰਿਸ ਤੋਂ ਜਿਹੜਾ ਨਿਊਯਾਰਕ ਤੋਂ ਇੱਥੇ। ਪਰ ਉਹ ਬਹੁਤ ਰੀਜ਼ਨੇਬਲ ਟਿਕਟ ਆ, $1,200 ਦੀ ਟਿਕਟ ਆ, $60,000 ਰੁਪਈਆ ਬਣਦਾ ਟੋਟਲ। ਤੋਂ ਮੈਨੂੰ ਨਹੀਂ ਲੱਗਦਾ ਇਹ 'ਚ ਮੁਸ਼ਕਿਲ ਹੋਊ, ਪਰ ਕਨਫਰਮ ਕਰ ਲਿਓ ਫਿਰ ਪਲੀਜ਼ ਕਿ ਉਹ ਬੈਨ ਤਾਂ ਨਹੀਂ ਹੈ ਯੂਰਪ ਤੋਂ ਆਉਣ ਵਾਲੀਆਂ ਫਲਾਈਟਾਂ ਤੇ। ਟਰੰਪ ਸਾਹਿਬ ਨੇ ਲਾਇਆ ਸੀ, ਇਹ ਮਾਰਚ 23 ਦੀ ਖਬਰ ਹੈ। ਮਤਲਬ ਉਹਦੇ ਬਾਅਦ ਹੁਣ 2 ਮਹੀਨੇ ਜਿਹੜੀ ਇਹ ਹੋ ਗਏ ਨੇ। ਕੀ ਇਹ ਹਲੇ ਵੀ ਆਪਣੀ ਉਹ ਵੈਲਿਡ ਹੈ ਜਾਂ ਨਹੀਂ? ਕੀ ਉੱਥੇ ਟ੍ਰਾਂਜ਼ਿਟ ਲੈਣ ਲਈ ਕੋਈ ਮੁਸ਼ਕਿਲ ਹੈ ਜਾਂ ਨਹੀਂ? ਇਹ ਤੁਸੀਂ ਸਾਰਾ ਚੈੱਕ ਕਰਨਾ ਕਿ ਇਹ ਤੁਹਾਡਾ ਸੇਫ ਹੋਵੇ। ਇੱਕ ਇਹ ਗੱਲ ਹੈ। ਦੂਸਰੀ ਇਹ ਹੈ ਕਿ ਤੁਸੀਂ ਫਲਾਈ ਉੱਥੋਂ ਕਰ ਲਓਗੇ ਤਾਂ ਤੁਸੀਂ ਸੌਖੇ ਹੋ ਜਾਓਗੇ। ਇਹ ਹੈ। ਦੂਜੀ ਜਿਹੜੀ ਇਤਿਹਾਸ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਅੱਜ ਦੇ ਦਿਨ 11 ਜੂਨ 1982 ਨੂੰ ਧਰਮ ਯੁੱਧ ਮੋਰਚੇ ਦੇ ਪਹਿਲੇ ਸ਼ਹੀਦ ਭਾਈ ਕੁਲਵੰਤ ਸਿੰਘ ਨਾਗੋਕੇ, ਜਿਨ੍ਹਾਂ ਨੂੰ ਟੌਰਚਰ ਕੀਤਾ, ਮੱਖਣ ਸਿੰਘ ਹੌਲਦਾਰ ਸੀ, SSP ਬੈਂਸ ਸੀ ਤੇ ਬੋਰ ਸਿੰਘ ਸਿਪਾਹੀ ਸੀ, ਕੇਰ ਸਿੰਘ ਨਰਕਧਾਰੀਆ ਤੇ DSP ਗੁਰਵਚਨਾ ਨਰਕਧਾਰੀਆ, ਜਿਸ ਨੂੰ ਫਿਰ ਬਾਅਦ ਚ ਸਿੰਘਾਂ ਨੇ ਸਜ਼ਾ ਦਿੱਤੀ। ਸਿੰਘ ਨੂੰ ਫੜਿਆ ਪਿੰਡ ਨੂੰ ਜਾਂਦੇ ਨੂੰ। ਅਖੰਡ ਕੀਰਤਨੀ ਜਥੇ ਦੇ ਮੈਂਬਰ ਸਨ ਉਹ, ਬਾਣੇ ਦੇ ਪੂਰੇ ਧਾਰਨੀ ਸੀ, ਚੜ੍ਹਦੀ ਕਲਾ ਵਾਲੇ ਸਿੰਘ ਸਨ। 27 ਮਈ 1982 ਨੂੰ ਪਰ ਪੁਲਿਸ ਨੇ ਦਿਖਾਇਆ ਕਿ 4 ਜੂਨ ਨੂੰ ਉਹਨਾਂ ਨੂੰ ਅਸੀਂ ਅਰੈਸਟ ਕੀਤਾ। ਇੰਨਾ ਕੁ ਟੌਰਚਰ ਕੀਤਾ ਕਿ ਉਹਨਾਂ ਨੂੰ ਕੋਰਟ 'ਚ ਲਿਜਾ ਕੇ ਜਿਹੜਾ ਰਿਮਾਂਡ ਜਿਹੜਾ ਲੈਣਾ ਸੀ, ਰਿਮਾਂਡ ਲਈ ਵੀ ਉਹਨਾਂ ਨੂੰ ਲੈ ਕੇ ਜਾ ਨਾ ਸਕੇ। ਤੇ 11 ਜੂਨ ਨੂੰ ਉਹਨਾਂ ਦਾ ਜਿਹੜਾ ਮ੍ਰਿਤਕ ਸਰੀਰ ਆ ਉਹ ਬਾਹਰ ਸੁੱਟ ਦਿੱਤਾ। ਉਹਦੇ ਬਾਅਦ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਾਂ ਵਾਲੇ ਉਹਦੇ ਸੰਸਕਾਰ ਤੇ ਗਏ ਤੇ ਉੱਥੋਂ ਖੜ ਕੇ ਅਰਦਾਸ ਉਹਦੇ 'ਚ ਕਿਹਾ ਸੀ ਜਿਹਨੇ ਸਿੰਘ ਤੇ ਤਸ਼ੱਦਦ ਕੀਤਾ ਉਹਨਾਂ ਦੀ ਵਾਰੀ ਪਿੱਛੇ ਤਿਆਰੀ ਹੈ। ਫਿਰ ਉਹਨਾਂ ਨੂੰ ਬਣਦੀ ਸਜ਼ਾ ਜਿਹੜੀ ਦਿੱਤੀ ਗਈ। ਬਹੁਤ ਜ਼ਿਆਦਾ ਜ਼ੁਲਮ ਹੋਇਆ ਸੀ। ਸਰੀਰ ਦੇ ਵਿੱਚ ਦੀ ਗਰਮ ਲੋਹੇ ਦੀਆਂ ਸੀਖਾਂ ਜਿਹੜੀਆਂ ਨਗਾਈਆਂ ਹੋਈਆਂ ਸੀ, ਸਰੀਏ ਵਿੱਚ ਦੀ ਨਗਾਏ ਹੋਏ ਸੀ ਤੇ ਫੋਟੋਆਂ ਉਹਨਾਂ ਦੀਆਂ ਲੱਗੀਆਂ ਹੋਈਆਂ ਨੇ ਗੁਰਦੁਆਰਾ ਸਾਹਿਬਾਂ ਦੇ ਵਿੱਚ, ਪ੍ਰੈਸਾਂ ਲੱਗੀਆਂ ਹੋਈਆਂ। 8-8 ਇੱਟਾਂ ਛਾਤੀ ਨਾਲ ਬੰਨ੍ਹ ਕੇ ਜਦ ਪੁੱਠਾ ਉਹਨਾਂ ਨੂੰ ਲਮਕਾਇਆ ਤਾਂ ਉਹਨਾਂ ਨੇ ਰਿਬਸ ਨੂੰ ਇੱਟਾਂ ਨੇ ਧੂ ਪਾਈ ਤਾਂ ਬਲੱਡ ਮੂੰਹ ਚੋਂ ਆਉਣ ਲੱਗਿਆ। ਜਿਹੜੇ ਬੰਦੇ ਕੋਲ ਸਨ ਨਾਲ ਸਰਦਾਰ ਖੋਜਗੀਪੁਰ ਵੀ ਫੜੇ ਸੀ। ਇੱਕੋ ਹੀ ਗੱਲ ਕਹਿੰਦੇ ਸੀ ਵੀ ਇਹ ਗੱਲ ਮੰਨ ਕਿ ਨਰਕਧਾਰੀਏ ਜਿਹੜੇ ਏਰੀਏ ਦੇ ਵਿੱਚ ਮਰੇ ਨੇ ਉਹਨਾਂ ਨੂੰ
तैं मारिया ते संत जरनैल सिंह जी खालसा दे कहण ते मारिया। पर वो कहना ना ना मैं मारे ने, ना मैनू जिहड़ा संतां ने कहा। ते अखीर 11 जून नूं उन्हां दी जिहड़ी देह है उन्होंने बाहर एक दरिया के नेड़े सिट दी सी। ਉਹਦੇ ਚ मेन गुरबचना सी नरकधारिया DSP जी का सारा टब्बर फिर यही लाइन च ही लंघिया। अज संघर्ष के धर्मयुद्ध मोर्चे के पहले शहीद जिहड़े होए उन्हां दा अज शहीदी दिवस आ 11 जून। महाराजा खड़क सिंह बड़े पुत दी घरवाली महाराणी चंद कौर दा अज दे दिन डोगरिया ने उसदियां दासियां तो कतल करवाया। महाराणी चंद कौर गुरदासपुर जिले फतेहगढ़ पिंड च कन्हैया मिसल दे सरदार जमैल सिंह कन्हैया दे घरे उहदा जन्म होया 1804 ईस्वी ते उहदे बाद पुत्र खड़क सिंह नाल उसका महाराजा रणजीत सिंह के जेठे पुत्र नाल ब्याह है। तो कंवर नौ निहाल सिंह के घर कंवर नौ निहाल सिंह महाराणी चंद कौर की कुखों पैदा होया। पोता जिहड़ा सब तो बड़ा पोता शेरे पंजाब का। महाराजा रणजीत सिंह के जांदे ही सब तो पहला महाराजा खड़क सिंह नूं डोगरिया ने मारिया। उसनूं कह के कि ये काबल नहीं, ये है ये वो है। उन्होंने जहर दे दे के स्लो पॉइजन दे नाल मारिया। महाराजा खड़क सिंह नूं दी जगह कंवर नौ निहाल सिंह नूं जिहड़ा गद्दी ते बिठाया। कंवर नौ निहाल सिंह दे सिर ते छज्जा सिट के उन्होंने किले च लिजा के सिर च पत्थर मार मार मारिया। बाहर मां ते उहदी घरवाली बेबे नानकी जिहड़ी वो पिटदी रही ते उहनूं मिल ना दिता कंवर नौ निहाल सिंह नूं। श्याम सिंह अटारी वाले दी धी सी नानी। उसदे बाद महाराणी चंद कौर नूं तख्त ते बिठाया गया ते पर उधरों ध्यान सिंह शेर सिंह नूं लै आया दूजे पुत नूं भी आ जा तैनूं बिठाईए हुण तेरी भाभी किवें सामझे। एक भाई ध्यान सिंह हो गया शेर सिंह वाले पासे, गुलाबा जिहड़ा डोगरा सी वो चंद कौर वाले पासे हो गया। दोने खालसा फौजां लड़पियां आपस विच। किला शेर सिंह दे हवाले कर दिता। महाराणी नूं 9 लाख की सालाना पेंशन दी जगीर आ जिहड़ी जम्मू कोल लै ली, क्योंकि जम्मू गुलाब सिंह डोगरे इन्हां दा घर सी। महाराजा शेर सिंह ने ब्याह की भी गल की महाराणी चंद कौर ने, पर इन्हां डोगरिया ने गल सिरे ना जाण दित्ती। गुलाब सिंह ने महाराणी चंद कौर का सारा जिन्ना समान सी जिहड़ा कुछ उहदे कोल सी अंदाजन 80 लाख रुपये का उस समय वो ले लिया। इहदे धन दे नाल ही अंग्रेजां तो उसने कश्मीर खरीदिया सी। महाराणी किले चों कढ के हवेली च लै गए, लाहौर दी शहर दी जल हवेली च लै गए तां उत्थे डोगरियां ने अपनियां दासियां जिहड़ियां पहाड़ना सन बदामो भागी पारो ते आसो रखतियां। पहला उन्होंने महाराणी नूं 11 जून नूं शरबत च जहर दिती। महाराणी ने पीती नहीं, पर रात नूं मसाले रगड़ वाले भारे पत्थर दे नाल हमला करके सिर फेता महाराणी चंद कौर। दूजे दिन 12 जून नूं बिना शेर सिंह नूं दस्सिया बिना तफ्तीश तो संस्कार कर दिता। जद हथियार दासियां ने रौला पाया कि सातों जुल्म कराया डोगरिया ने ध्यान सिंह ने, ध्यान सिंह डोगरे ने। कनिंगम भी यही लिखता है, सैयद नवाजिश अली भी यही लिखता है। लाहौर का जिहड़ा अंग्रेजी खबरनवीस सी उन्हें भी ध्यान सिंह के हक च गल की कि यह जुल्म इन्हों ने कुछ पैसे लिए किया। कोई 4 जेवरात जिहड़े दिते उन्होंने धन जिहड़ा दिता सी ध्यान सिंह डोगरे ने चारां नूं उन्हां दी जेबां चों कढा दिता। फिर उन्हां दे हत्थ पैर नक कन जीभां वढ के बुरी तरह मौत मार के वो चारे मार दित्तियां। पर महाराजा शेर सिंह नूं 5-6 दिन बाद दस्सिया सियालकोट सी वो ब्याह हो गया। इस तरह दा जुल्म ये जिहड़ा होया
ਇਹਨਾਂ ਡੋਗਰਿਆਂ ਦਾ ਬੇੜਾ ਬੈਠਿਆ। ਇਹਨਾਂ ਨੇ 1839 ਤੋਂ 49 10 ਸਾਲਾਂ 'ਚ ਕੌਮ ਦਾ ਰਾਜ ਸਰਕਾਰੇ ਖਾਲਸਾ ਖਤਮ ਕਰ ਦਿੱਤਾ। ਪਿਛਲੇ ਦਿਨ ਜੈਜ਼ੀ ਵੀ ਨੇ ਇੱਕ ਗੀਤ ਗਾਇਆ, ਜਿਵੇਂ ਪਹਿਲਾਂ ਬਾਗੀ ਗਾਇਆ ਸੀ, ਜਦ ਕੋਈ ਵਧੀਆ ਗਾਉਂਦਾ ਉਹਨੂੰ ਸ਼ਾਬਾਸ਼ੀ ਵੀ ਦੇਣੀ ਹੈ। ਇਸ ਗੱਲ ਤੇ ਬੜਾ ਰੌਲਾ ਸ਼ਿਵ ਸੈਨੀਆਂ ਨੇ ਪਾਇਆ, ਉਹ ਇਹਨੇ ਫੇਰ ਗਾਤਾ। ਪਹਿਲਾਂ ਬਾਗੀ ਵੇਲੇ ਵੀ ਗਾਇਆ ਸੀ। ਉਹਨੇ ਟਵਿੱਟਰ 'ਚ ਲਿਖਿਆ, ਕਹਿੰਦਾ ਮੈਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਫੈਨ ਆ ਤੇ ਇਹ ਗੀਤ ਐਂ ਹੀ ਗਾਉਂਦੇ ਰਹਿਣਾ ਤੇ ਇੱਕ ਵੀ ਉਹਨਾਂ ਤੇ ਕੋਈ ਕੇਸ ਨਹੀਂ ਸੀ। ਤੁਸੀਂ ਸਭ ਗਲਤ ਗੱਲਾਂ ਕਰਦੇ ਹੋ। ਸੰਤ ਜੀ ਨੇ ਕੁਛ ਗਲਤ ਨਹੀਂ ਕੀਤਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ 1839 ਦਾ ਮੈਂ ਗੱਲ ਅੱਗੇ ਤੋੜਦਾ ਜੀ। ਮੈਂ ਦੱਸ ਦਵਾਂ ਵੀ ਕਿੱਥੇ ਤੱਕ ਰਾਜ ਸੀ। 5 ਦਰਿਆਵਾਂ ਦੇ ਵਿੱਚ ਸਤਲੁਜ ਤੋਂ ਟੱਪ ਕੇ, ਸਤਲੁਜ ਤੋਂ ਬਾਰ-ਬਾਰ, ਸਤਲੁਜ ਤੋਂ ਅੰਦਰਲੇ ਪਾਸੇ ਸ਼ੁਰੂ ਕਰਕੇ ਬਿਆਸ, ਰਾਵੀ, ਚਨਾਬ, ਜੇਹਲਮ ਤੱਕ, ਸਿੰਧ ਤੱਕ, ਸ਼੍ਰੀਨਗਰ ਤੋਂ ਲੈ ਕੇ ਪਿਸ਼ਾਵਰ, ਡੇਰਾ ਇਸਮਾਇਲ ਖਾਨ, ਡੇਰਾ ਗਾਜ਼ੀ ਖਾਨ, ਥੱਲੇ ਮੁਲਤਾਨ, ਬਹਾਵਲਪੁਰ ਤੇ ਨਾਲੇ ਨਾਲ ਆ ਕੇ ਕਸੂਰ, ਪਾਕਪਟਨ, ਬਿਲਾਸਪੁਰ ਤੇ ਉੱਪਰੋਂ ਸ਼੍ਰੀਨਗਰ ਤੱਕ, ਵਿੱਚ ਸਾਰਾ ਚਿੱਲਿਆਂ ਵਾਲੀ, ਗੁਜਰਾਤ, ਸਰਗੋਦਾ, ਫੈਸਲਾਬਾਦ, ਕਸੂਰ, ਅੰਮ੍ਰਿਤਸਰ ਸਾਹਿਬ, ਸਭਰਾਓ, ਅਨੰਦਪੁਰ ਸਾਹਿਬ, ਬਿਲਾਸਪੁਰ, ਇਹ ਸਾਰਾ ਏਰੀਆ। ਉੱਧਰੋਂ ਮਤਲਬ ਇਲਾਕਾ ਗੈਰ ਤੱਕ, ਪਿਸ਼ਾਵਰ ਤੱਕ, ਪਿਸ਼ਾਵਰ ਵਿੱਚ, ਬਾਨੂ ਵਿੱਚ, ਡੇਰਾ ਇਸਮਾਇਲ ਖਾਨ ਵਿੱਚ, ਉੱਪਰੋਂ ਸ਼੍ਰੀਨਗਰ। ਜਰਨੈਲ ਜ਼ੋਰਾਵਰ ਸਿੰਘ ਨੇ ਤਿੱਬਤ ਵੀ ਫਤਿਹ ਕੀਤਾ। ਲੇਹ ਲਦਾਖ ਦੇ ਵਿੱਚ ਸਰਕਾਰੇ ਖਾਲਸਾ ਦੇ ਝੰਡੇ, ਖਾਲਸੇ ਪਰਸਮ ਝੂਰਦੇ ਰਹੇ। 10 ਸਾਲਾਂ 'ਚ ਨੇ ਇਸ ਤੋਂ ਨਬੂਦ ਕਰ ਦਿੱਤਾ। ਖਬਰਾਂ ਦੀ ਅਗਲੇ ਪਾਸੇ ਆਪਾਂ ਅਗਲੇ ਹਿੱਸੇ ਜਾਂਦੇ ਹਾਂ। ਕਾਲਰ ਲੈ ਲਈ। ਸਰ ਜਸਵੀਰ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਸਰਦਾਰ ਸਾਹਿਬ, ਮੇਰਾ ਤੁਹਾਨੂੰ ਸਲੂਟ ਹੈ। ਤੁਸੀਂ ਕੋਈ ਵੀ ਸਿੱਖ ਇਤਿਹਾਸ ਦੀ ਘਟਨਾ ਵਾਪਰਦੀ ਹੁੰਦੀ ਹੈ ਤੇ ਉਹਨੂੰ ਦੱਸ ਦਿੰਦੇ ਆ। ਤੁਸੀਂ ਅੱਜ ਯਾਦ ਕੀਤਾ ਹੈ ਸ਼ਹੀਦ ਨਾਗੋ ਕੋਈ ਨਹੀਂ, ਮੇਰਾ ਸਲੂਟ ਹੈ। ਮੈਂ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ। ਤੁਸੀਂ ਕੱਲ ਵੀ ਛੇੜੀ ਸੀਗੀ ਬੀਬੀ ਬਲਜਿੰਦਰ ਕੌਰ, ਜਿਹੜੀ ਆਪਣੀ ਤਲਵੰਡੀ ਸਾਬੋ ਤੋਂ MLA, ਉਹਦੇ ਬਾਰੇ ਮੈਂ ਕੁਛ ਕਹਿਣਾ ਚਾਹੁੰਦਾ ਵੀ ਵੇਖੋ, ਇਹ ਸ਼ਹੀਦ ਪਰਿਵਾਰ ਦੀ ਜਾਣ ਕੇ ਬਿਲੋਂਗ ਕਰਦੀ। ਇਹਦਾ ਚਾਚਾ ਸ਼ਹੀਦ ਹੋਇਆ, ਇਹਦਾ ਫਾਦਰ ਸਾਹਿਬ ਨੂੰ ਟੌਰਚਰ ਕਰਕੇ ਜੇਲ੍ਹ 'ਚ ਸੁੱਟਿਆ। ਪਰ ਵੇਖੋ, ਇਹ ਆਪਣੀ ਪ੍ਰੋਫੈਸਰ ਲੱਗੀ ਰਹੀ ਹੈ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ 'ਚ, ਪੰਥਕ ਪਰਿਵਾਰ ਸੀ। ਪਰ ਵੇਖੋ, ਤੁਸੀਂ ਵੇਖੋ ਵੀ ਬੰਦਾ ਕਿੱਥੋਂ ਤੱਕ ਗਿਰ ਜਾਂਦਾ। ਹੁਣ ਜਥੇਦਾਰ ਨੇ ਜਿਹੜਾ ਬਿਆਨ ਦਿੱਤਾ, ਉਹ ਸਾਰੀ ਕੌਮ ਦੇ ਜਜ਼ਬਾਤਾਂ ਦੀ ਉਹਨਾਂ ਨੇ ਪ੍ਰਤੀਕਿਰਿਆ ਦਿੱਤੀ ਹੈ। ਮੇਰਾ ਇਹਨਾਂ ਨੂੰ ਸਵਾਲ ਹੈ ਵੀ ਜੇ ਤੁਸੀਂ ਖਾਲਿਸਤਾਨ ਦੀ ਨਹੀਂ ਗੱਲ ਕਰ ਸਕਦੇ, ਕੋਈ ਗੱਲ ਨਹੀਂ। ਜੇ ਭਾਰ ਨਹੀਂ ਸਹਿੰਦੀਆਂ ਤੁਹਾਡੀਆਂ ਲੱਤਾਂ, ਨਾ ਸਹਿਣ ਤੁਹਾਡੀਆਂ, ਤੁਸੀਂ ਨਾ ਕਰੋ, ਤੁਸੀਂ ਹਮਾਇਤ। ਪਰ ਘੱਟ ਤੋਂ ਘੱਟ ਭਾਰਤੀ ਸਿਸਟਮ ਵਾਲੇ ਪੰਜਾਬ ਦਾ ਪੱਖ ਹੀ ਦੱਸ ਛੱਡੋ ਵੀ ਸਾਡੇ ਤੇ ਜ਼ੁਲਮ ਹੋਇਆ, ਸਟੇਟ ਨੇ ਸਾਡਾ ਕਤਲੇਆਮ ਕੀਤਾ, ਪਾਣੀ ਲੁੱਟ ਰਿਹਾ। ਵੀ ਜੇ ਤੁਸੀਂ ਇਹ ਨਹੀਂ ਕਰ ਸਕਦੇ, ਤੁਹਾਨੂੰ ਫਿਰ ਕੋਈ ਹੱਕ ਨਹੀਂ ਹੈਗਾ ਵੀ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰੋ। ਤੇ ਬਾਕੀ ਜਿਹੜੇ ਅੱਜ ਦੇ ਹਾਲਾਤ ਨੇ ਵੀ ਇਹ ਬਹੁਤ ਬਦਲ ਚੁੱਕੇ ਨੇ। ਕਰੋਨਾ ਵਾਇਰਸ ਦੇ ਕਰਕੇ ਜਿਹੜੇ ਹਾਲਾਤ ਨੇ ਉਹ ਸੈਕੰਡ ਵਰਲਡ ਵਾਰ ਵਰਗੇ ਹੋ ਗਏ ਨੇ। ਦੁਨੀਆ ਬਦਲ ਚੁੱਕੀ ਹੈ। ਸਾਡੇ ਕੋਲ 47 ਦਾ ਮੌਕਾ ਆ ਗਿਆ। ਮੇਰੀ ਸਾਰਿਆਂ ਨੂੰ ਬੇਨਤੀ ਹੈ, ਤੁਸੀਂ ਜਿਹੜੀ ਲਾਬੀ ਖੜੀ ਹੋਈ ਹੈ, ਇਹਨਾਂ ਦਾ ਫਾਇਦਾ ਉਠਾਓ ਤੇ ਤਾਂ ਕਿ ਆਪਣੀ ਕੌਮ ਆਜ਼ਾਦ ਹੋ ਸਕੇ ਜੀ। ਮਿਹਰਬਾਨੀ। ਧੰਨਵਾਦ ਜੀ। ਇੱਕ ਹੋਰ ਕਾਲਰ ਮੇਰੇ ਨਾਲ ਨੇ, ਸਾਚਰਨ ਸਿੰਘ ਜੀ, ਨੰਬਰ 4। ਹੈਲੋ ਜੀ, ਸਰਦਾਰ ਹਰਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਔਲਖ ਸਾਹਿਬ। ਦੇਖੋ ਜੀ ਸਰਦਾਰ ਜੀ, ਇੱਕ ਗੱਲ ਆ, ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਹੱਲਾ ਜਿਹੜੀ ਗੱਲ ਕੀਤੀ, ਇਹ ਮੈਂ ਤੁਹਾਨੂੰ ਟੋਕਣ ਦੀ ਨਹੀਂ ਗੱਲ ਕੀਤੀ, ਪਰ ਇਹਦੇ ਵਿੱਚ ਤੁਹਾਡੀ ਜਾਣਕਾਰੀ ਦੀ ਵਾਧਾ ਕਰ ਦੇਵਾਂ। ਬਹੁਤ ਸਾਰੇ ਲਿਖਾਰੀਆਂ ਨੇ ਲਿਖਿਆ ਵਾ, ਜਿਹੜਾ ਫਰੀਦਕੋਟ, ਮੋਗਾ, ਅਗਲੇ ਬੰਦੇ ਜਗਰਾਉਂ, ਫਿਰ ਅਗਲੇ ਅੰਬਾਲਾ, ਇਹ ਵੀ ਖਾਲਸਾ ਰਾਜ ਦੀਆਂ ਹੱਦਾਂ ਦੇ ਵਿੱਚ ਆਉਂਦਾ ਸੀ। ਅੰਗਰੇਜ਼ਾਂ ਨੇ ਪਰ ਇੱਕ ਸ਼ਰਤ ਲਾਈ ਸੀ ਇਹਨਾਂ ਦੇ, ਇਹਦੇ ਵਿੱਚ ਵੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਜਿਹੜੀਆਂ ਇੱਥੇ ਨਹੀਂ ਆਉਣਗੀਆਂ, ਸਿਰਫ ਇਹਦਾ ਮਾਮਲਾ ਗਰਾਉਣ ਲਈ ਨਾ ਜਿਹੜੇ ਆਪਣੇ ਸਿਵਲੀਅਨ ਉਹਨਾਂ ਦਾ ਹੈਗਾ ਨਾ, ਉਹ ਲਾਹੌਰ ਤੋਂ ਆਉਣਗੇ ਤੇ ਅਸੀਂ ਉਹਨਾਂ ਦੇ ਨਾਲ ਰਲ ਕੇ ਤੇ ਜੋ ਵੀ ਇਹਨਾਂ ਦਾ ਮਾਮਲਾ ਕਰਾਇਆ ਜਾਂਦਾ ਨਾ, ਇਹਨੇ ਫਰੀਦਕੋਟ ਇਲਾਕੇ ਦੇ ਵਿੱਚੋਂ ਇਹ ਸਾਰਾ ਉੱਥੋਂ ਤਾਈਂ ਅੰਬਾਲਾ ਤਾਈਂ ਇਹ ਸਾਰਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸ਼ਾਮਲ ਸੀ। ਤੇ ਇਹਦੇ ਵਿੱਚ ਆਉਂਦੀ ਹੈ ਇਹ ਗੱਲ ਵੀ ਜਿੱਤਿਆ ਕਿਹਦੇ ਇਲਾਕਾ। ਇਹ ਇੱਕ ਅਸੀਂ ਨਾ ਬਹੁਤ ਬੜਾ ਘੱਟ ਲਾ ਲੈਂਦੇ ਹਾਂ। ਆਪਣਾ ਦੀਵਾਨ ਮੁਹਕਮ ਸੀਗਾ ਜਰਨੈਲ, ਉਹਨੇ ਇਲਾਕਾ ਜਿੱਤਿਆ ਸੀਗਾ
ਔਰ ਇਹ ਸਾਰਾ ਦਾ ਸਾਰਾ ਇਲਾਕਾ ਉਸ ਬੰਦੇ ਤੇ ਜਿੱਤਿਆ ਸੀ, ਮੋਹਕਮ ਚੰਦ। ਬਹੁਤ ਹੀ ਵਫਾਦਾਰ ਮਹਾਰਾਜਾ ਰਣਜੀਤ ਸਿੰਘ ਦਾ ਇਹ ਵੀ ਜਰਨੈਲ ਸੀ, ਔਰ ਹਰੀ ਸਿੰਘ ਨਲੂਆ ਨਾਲੋਂ ਇਹ ਸੀਨੀਅਰ ਸੀਗਾ। ਜਿਸ ਵੇਲੇ ਮਹਾਰਾਜਾ ਨੇ ਕਸ਼ਮੀਰ ਫਤਿਹ ਕੀਤਾ ਨਾ, ਇੰਚਾਰਜ ਇਹੋ ਸੀਗਾ। ਤੇ ਕਿਉਂਕਿ ਹਰੀ ਸਿੰਘ ਨਲੂਆ ਜਿਹੜਾ ਯੂਨੀਅਨ ਸੀਗਾ, ਉਹਨੇ ਜ਼ਿਆਦਾ ਕੰਮ ਵੈਸੇ ਜਿੱਤਣ ਦਾ ਹਰੀ ਸਿੰਘ ਨਲੂਏ ਨੇ ਕੀਤਾ, ਪਰ ਹੋਇਆ ਇਹਦੀ ਸੁਪਰਵਿਜ਼ਨ। ਇਹ ਏਡਾ ਵੱਡਾ ਜਰਨੈਲ ਸੀ ਔਰ ਬੜਾ ਫੇਥਫੁਲ ਜਰਨੈਲ ਸੀਗਾ ਇਹ। ਅਸੀਂ ਇਹਦਾ ਬਹੁਤ ਘੱਟ ਨਾਂ ਲੈਂਦੇ ਹਾਂ। ਸਾਨੂੰ ਦੂਜੀਆਂ ਕੌਮਾਂ ਦਾ ਵੀ ਜੇ ਕੋਈ ਜਰਨੈਲ ਹੋਵੇ ਤੇ ਉਹਦੀ ਵੀ ਨਾਂ ਦੱਸਣਾ ਚਾਹੀਦਾ ਵਾ ਵੀ ਕਿ ਮਤਲਬ, ਕਿਉਂਕਿ ਸਾਨੂੰ ਪਤਾ ਵੀ ਸਾਰੇ ਪੰਜਾਬ ਦਾ ਸਾਂਝਾ ਰਾਜ ਸੀਗਾ। ਉਹ ਇਕੱਲਾ ਕਿਸੇ ਕੌਮ ਦਾ ਇੱਕ ਦਾ ਨਾਂ ਨਹੀਂ, ਸਾਰੇ ਪੰਜਾਬੀਆਂ ਦਾ ਰਾਜ ਸੀਗਾ ਤੇ ਉਹਦੇ ਵਿੱਚ ਸਾਰੇ ਪੰਜਾਬੀਆਂ ਨੇ ਹੀ ਹਿੱਸਾ ਲਿਆ। ਥੈਂਕ ਯੂ ਵੈਰੀ ਮਚ ਟਾਈਮ ਦੇ ਜੀ। ਧੰਨਵਾਦ ਜੀ ਔਰ ਸਾਹਿਬ। ਆਹ ਹਿੱਸੇ ਦੇ ਵਿੱਚ ਜਿਹੜੀ ਮੈਂ ਗੱਲ ਕਰਨੀ ਆ ਉਹ ਕਰਨੀ ਆ ਜੀ ਪ੍ਰੋਫੈਸ਼ਨਲਿਜ਼ਮ। ਪ੍ਰੋਫੈਸ਼ਨ, ਪੇਸ਼ਾ, ਪ੍ਰੋਫੈਸ਼ਨਲਿਜ਼ਮ, ਪੇਸ਼ੇਵਾਰ। ਕਿਸੇ ਕੰਮ ਦੇ ਵੀ ਤੁਸੀਂ ਕੁਛ ਵੀ ਕਰ ਰਹੇ ਹੋ, ਉਹ ਪੇਸ਼ਾ ਤੁਹਾਡਾ। ਤੁਸੀਂ ਮਾਸਟਰ ਹੋ, ਤੁਸੀਂ ਡਾਕਟਰ ਹੋ, ਫਿਜ਼ੀਓਥੈਰੇਪਿਸਟ ਹੋ, ਮਸਾਜ ਥੈਰੇਪਿਸਟ ਹੋ, ਇਲੈਕਟ੍ਰੀਸ਼ੀਅਨ ਹੋ, ਪਲੰਬਰ ਹੋ, ਫਰੇਮਰ ਹੋ, ਰੂਫਰ ਹੋ, ਡਰਾਈ ਵਾਲਰ ਹੋ, ਇੰਸੂਲੇਸ਼ਨ ਪਾਉਣੇ ਵਾਲੇ ਹੋ, ਤੇ ਯੂ ਨੇਮ ਇਟ। ਰਾਜ ਮਿਸਤਰੀ ਹੋ, ਦੂਸਰੇ ਮਿਸਤਰੀ ਹੋ, ਖਰਾਦਾਂ ਵਾਲੇ ਹੋ, ਤੇ ਦੁਕਾਨਦਾਰ ਹੋ, ਰੇਡੀਓ, ਟੀਵੀ ਤੇ ਹੋ, ਕੁਝ ਵੀ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਡਾ ਪ੍ਰੋਫੈਸ਼ਨ ਆ। ਬੈਂਕਾਂ ਦੇ ਵਿੱਚੋਂ ਮੌਰਗੇਜ ਹੋ, ਕੁਝ ਵੀ, ਯੂ ਨੇਮ ਇਟ, ਕੋਈ ਵੀ ਕੰਮ ਕਰਦੇ ਹੋ ਤੁਹਾਡਾ ਪ੍ਰੋਫੈਸ਼ਨ। ਉਹਦੇ 'ਚ ਨੈਕਸਟ ਟਰਮ ਆਉਂਦੀ ਆ ਪੇਸ਼ੇਵਰ, ਪ੍ਰੋਫੈਸ਼ਨਲਿਜ਼ਮ। ਆਰਡੀਨਰੀ ਬੰਦੇ ਨਾਲੋਂ ਤੁਹਾਡਾ ਫਰਕ ਇਹੀ ਹੈ, ਜਿਹੜਾ ਕੋਈ ਵੈਲਡਿੰਗ ਕਰਨੀ ਜਾਣਦਾ ਵੈਲਡਰ ਹੈ, ਉਹਨੂੰ ਪਤਾ ਹੈ ਵੀ ਮੈਂ ਕਿਵੇਂ ਵੈਲਡਿੰਗ ਕਰਨੀ, ਕਿਸ ਤਰ੍ਹਾਂ। ਇਹਦੇ 'ਚ ਜੇ ਪੈਨੀਟ੍ਰੇਸ਼ਨ ਦਾ ਟੈਸਟ ਹੋਵੇ ਤਾਂ ਇਹਦੇ 'ਤੇ ਜਦ ਸਪਰੇਅ ਮਾਰੀਏ ਤਾਂ ਉਹਦੇ 'ਚ ਗਲੀਆਂ ਖਾਲੀ ਨਾ ਦਿਖਣ। ਵੱਡੇ ਵੱਡੇ ਗਰਡਰਸ ਤੇ ਵੱਡੇ ਵੱਡੇ ਬੀਮ ਤੇ ਜਦ ਫੈਬਰੀਕੇਸ਼ਨ ਕੀਤੀ ਜਾਂਦੀ ਤਾਂ ਉਸਨੂੰ ਫਿਰ ਬੰਨਿਆ ਜਾਂਦਾ, ਤਾਂ ਉਹਦਾ ਇੱਕ ਪੈਨੀਟ੍ਰੇਸ਼ਨ ਟੈਸਟ ਹੁੰਦਾ ਵੈਲਡਿੰਗ ਦਾ। 2 ਕਿਸਮ ਦੇ ਫਲੂਇਡ ਮਾਰ ਕੇ ਉਹਦੇ 'ਚ ਦੇਖਿਆ ਜਾਂਦਾ ਇਹ 'ਚ ਗਲੀਆਂ ਤਾਂ ਨਹੀਂ ਰਹਿ ਗਈਆਂ, ਤੇ ਦੁਬਾਰਾ ਫੇਰ ਉਸ ਨੂੰ ਝਾੜ ਕੇ ਫਿਰ ਕਹਿੰਦੇ ਵੀ ਵੈਲਡਿੰਗ ਕਰ। ਸਿੱਧੀ ਪਤਲੀ ਲਾਈਨ ਦੇ ਨਾਲ ਜਿਹੜਾ ਵੈਲਡਿੰਗ ਕਰਨੀ ਉਹ ਪਤਾ ਲੱਗਦਾ। ਟਰੱਕ ਚਲਾਉਂਦੇ ਹੋ, ਤੁਹਾਡਾ ਪ੍ਰੋਫੈਸ਼ਨਲਿਜ਼ਮ ਆ, ਕਿਉਂਕਿ ਟੈਕਸੀ ਕਾਰ ਚਲਾਉਣ ਵਾਲਾ ਬੰਦਾ ਟਰੱਕ ਨਹੀਂ ਚਲਾ ਸਕਦਾ। ਆਮ ਕਾਰ, ਘਰ ਦੀ ਗੱਡੀ ਚਲਾਉਂਦੇ ਹੋ, ਪਰ ਜਦ ਸ਼ੋਫਰ ਦੀ ਸੀਟ ਤੇ ਬਹਿਨੇ ਹੋ, ਤੁਹਾਡਾ ਚਲਾਉਣ ਦਾ ਢੰਗ, ਕੱਪੜਾ ਲੱਤਾ, ਹੱਥ ਕਿੱਥੇ ਰੱਖਣਾ, ਗੱਡੀ ਕਿਵੇਂ ਚਲਾਉਣੀ ਆ, ਬ੍ਰੇਕ ਘੱਟ ਮਾਰਨੇ ਨੇ, ਕਰਬਾਂ ਦੇ ਨਾਲ ਖਹਿਣੀ ਨਹੀਂ ਚਾਹੀਦੀ, ਤੇ ਇਕੱਠਾ ਜਿਹੜਾ ਤੁਸੀਂ ਕੱਟ ਨਹੀਂ ਮਾਰਨਾ। ਇਕੱਲੇ ਤੁਸੀਂ ਚਲਾ ਲੈਂਦੇ ਹੋ, ਖੱਬੇ ਸੱਜੇ ਜਿਗ ਜੈਗ ਕਰਦੇ ਲੰਘ ਜਾਣ। ਪ੍ਰੋਫੈਸ਼ਨਲਿਜ਼ਮ। ਹੁਣ ਇਹਦੇ ਤੇ ਜਦ ਕੋਈ ਪ੍ਰੋਫੈਸ਼ਨਲਿਜ਼ਮ, ਕੋਈ ਪ੍ਰੋਫੈਸ਼ਨ ਵਾਲਾ ਬੰਦਾ ਆਰਡੀਨਰੀ ਬੰਦੇ ਵਾਂਗੂ ਕੋਈ ਕੰਮ ਕਰੇ, ਤਾਂ ਫਿਰ ਆਰਡੀਨਰੀ ਬੰਦਾ ਜਿਹੜਾ $20 ਦਿਹਾੜੀ ਦੀ ਜਗ੍ਹਾ ਪ੍ਰੋਫੈਸ਼ਨਲਿਸਟ ਨੂੰ, ਕੋਈ ਪ੍ਰੋਫੈਸ਼ਨਲਿਜ਼ਮ ਵਾਲੇ ਨੂੰ $100 ਦਿਹਾੜੀ ਦੇ ਰਿਹਾ, ਫਿਰ ਉਹ $100 ਦਿਹਾੜੀ ਦਾ ਉਹ ਹੱਕਦਾਰ ਨਹੀਂ। ਇਹ ਆ ਪ੍ਰੋਫੈਸ਼ਨਲਿਜ਼ਮ। ਜਿਵੇਂ ਸੋਨਾ, ਬਿਸਕੁਟ ਸੋਨੇ ਦਾ ਜੇਬ 'ਚ ਪਾਈ ਫਿਰੀ ਚੱਲੋ, ਉਹਦਾ ਕੁਛ ਨਹੀਂ ਹੈ ਜਦ ਤੱਕ ਉਹਨੂੰ ਗਰਮ ਕਰਕੇ ਸਾਂਚੇ 'ਚ ਪਾ ਕੇ ਬਣਾਇਆ ਨਹੀਂ ਜਾਂਦਾ, ਜਦ ਤੱਕ ਉਹ ਸੋਨੇ ਦਾ ਕੋਈ ਫਾਇਦਾ ਨਹੀਂ। ਤੇ ਇਹ ਜਿਹੜੀ ਅਸਲ ਕਹਾਣੀ ਹੈ ਪ੍ਰੋਫੈਸ਼ਨਲਿਜ਼ਮ ਦੀ, ਉਹ ਜਦ ਅਸੀਂ ਉਹ ਛੱਡ ਦਿੱਤੀ, ਫਿਰ ਤੁਸੀਂ ਪ੍ਰੋਫੈਸ਼ਨਲਿਜ਼ਮ ਦੀ ਲਾਈਨ 'ਚ ਨਹੀਂ ਰਹਿੰਦੇ। ਇਹ ਗੱਲ ਬਹੁਤ ਜ਼ਰੂਰੀ ਹੈ। ਤਾਂ ਇਹਦੀ ਹੁਣ ਕੀ ਹੋ ਰਿਹਾ ਜੇ ਅਸੀਂ ਇਸ ਚੀਜ਼ ਤੋਂ ਪਰਾਂ ਹੋ ਰਹੇ ਹਾਂ। ਆਪਾਂ ਤਾਂ ਆਪਣੀ ਗੱਲ ਕਰਨੀ ਹੈ, ਕਿਉਂਕਿ ਆਪਾਂ ਕਰ ਰਹੇ ਹਾਂ ਕੰਮ। ਇੱਕ ਆ ਉਹਦਾ ਪ੍ਰੋਫੈਸ਼ਨਲਿਜ਼ਮ ਨਾਲ ਵਧੀਆ ਕੰਮ ਕਰਨਾ, ਇੱਕ ਆ ਕੰਮ ਦਾ ਫਾਹਾ ਵੱਢਣਾ, ਅੰਡਰਕਟ ਕਰਕੇ ਸਸਤਾ ਕੰਮ ਫੜ ਕੇ ਤੇ ਉਹਦੀਆਂ ਧੱਜੀਆਂ ਉਡਾਉਣੀਆਂ। ਇਹਦੇ ਵਿੱਚ ਸਾਡਾ ਸੱਤਿਆਨਾਸ਼ ਹੋ ਰਿਹਾ। ਸੰਬੰਧਿਤ ਪ੍ਰੋਫੈਸ਼ਨ ਦੀ ਡਾਕੂਮੈਂਟੇਸ਼ਨ ਪੂਰੀ ਨਾ ਹੋਣੀ, ਲਾਇਸੈਂਸਿੰਗ ਪੂਰੇ ਨਾ ਹੋਣੇ, ਕਿਸੇ ਦਾ ਲਾਇਸੈਂਸ ਵਰਤ ਕੇ ਕੰਮ ਕਰਨਾ, ਮਸਲਨ ਕੰਸਟਰਕਸ਼ਨ ਇੰਡਸਟਰੀ ਦੇ ਵਿੱਚੋਂ
ਕੁਝ ਅਜਿਹੀਆਂ ਜੌਬਸ ਨੇ ਜਿਹਦੇ 'ਚ ਤੁਹਾਡੀ ਟਿਕਟ ਤੋਂ ਬਿਨਾਂ ਤੁਹਾਨੂੰ ਪਰਮਿਟ ਨਹੀਂ ਸ਼ਹਿਰ ਦਿੰਦਾ। ਤੁਸੀਂ ਇਲੈਕਟ੍ਰੀਸ਼ੀਅਨ ਹੋ, ਤੁਸੀਂ ਪਲੰਬਰ ਹੋ, ਉਹਦੇ ਲਈ ਤੁਹਾਨੂੰ ਆਪਣਾ ਲਾਇਸੈਂਸ ਦੇਣਾ ਪੈਣਾ ਤੇ ਤਾਂ ਤੁਹਾਨੂੰ ਅੰਦਰੋਂ ਪਰਮਿਟ ਮਿਲਣਾ। ਤੇ ਉਹ ਹੁਣ $1000 ਦੇ ਉੱਪਰ ਲੈ ਬਾਈ ਲੈ ਦੇ ਤੂੰ ਅੰਦਰੋਂ, ਕੰਮ ਅਸੀਂ ਕਰਾਂਗੇ। ਤੇ ਤੁਸੀਂ ਜਿਹੜੇ $1000 ਉਹ ਲੈ ਲਿਆ, ਤੁਸੀਂ ਤੁਹਾਡਾ ਸਾਰਾ ਜ਼ਿੰਦਗੀ ਦਾ ਤਜਰਬਾ, ਤੁਹਾਡੀ ਜ਼ਿੰਦਗੀ ਦਾ ਆਉਣ ਵਾਲਾ ਸਮਾਂ ਉਹ ਹੁੱਕ ਤੇ ਹੈ। ਕੰਮ ਤੁਸੀਂ ਉੱਥੇ ਕੀਤਾ ਨਹੀਂ, ਕੰਮ ਜਿਹੜਾ ਬੰਦੇ ਨੇ ਤੁਹਾਡੇ ਨਾਂ ਤੇ ਪਰਮਿਟ ਲਿਆ ਉਹਨੇ ਗਲਤ ਕਰ ਦਿੱਤਾ। ਕੀਤੇ ਗਲਤ ਕੰਮ ਤੇ ਜੇ ਉਸ ਬਿਲਡਿੰਗ ਤੇ ਕੋਈ ਗੜਬੜ ਹੋ ਗਈ, ਉੱਥੇ ਅੱਗ ਲੱਗ ਗਈ, ਉਹ ਡਿੱਗ ਪਈ, ਕੋਈ ਵੀ ਪ੍ਰੋਫੈਸ਼ਨ ਹੈ, ਮਤਲਬ ਜਦ ਤੁਸੀਂ ਅਧਿਕਾਰਤ ਨਹੀਂ, ਤੁਸੀਂ ਕਿਸੇ ਦਾ ਪੇਪਰ ਵਰਤ ਕੇ ਉਹ ਕੰਮ ਕਰ ਰਹੇ ਹੋ, ਤੇ ਫਸਣਾ ਕਿਹਨੇ ਹੈ? ਫਸਣਾ ਉਹਨੇ ਆ ਜਿਹਨੇ ਪਰਮਿਟ ਕੱਢ ਕੇ ਦਿੱਤਾ। ਤੇ ਤੁਸੀਂ ਸਾਰੀ ਜ਼ਿੰਦਗੀ ਦੇ ਲਈ ਆਪਣਾ ਕੰਮ, ਸਾਰੀ ਜ਼ਿੰਦਗੀ ਦੀ ਕੀਤੀ ਕਰਾਈ ਖੂਹ 'ਚ ਪਾ ਦੇਣੀ। ਪ੍ਰੋਫੈਸ਼ਨਲਿਜ਼ਮ ਤੇ ਅੱਜ ਮੈਂ ਪੇਸ਼ੇ ਤੇ ਪੇਸ਼ੇਵਰ ਹੁੰਦਾ ਕੀ ਹੈ? ਕਿਵੇਂ ਇੱਕ ਟਰੱਕਰ ਹੈ ਜਿਹਨੂੰ ਜੇ ਹੱਥੀਂ ਕੰਮ ਨਹੀਂ ਆਉਂਦਾ ਉਹ ਟਰੱਕ ਨਹੀਂ ਚਲਾ ਸਕਦਾ। ਜਿਹਨੇ ਇੱਕ ਨਟ ਟਾਈਟ ਕਰਨ ਦੇ ਲਈ ਮਕੈਨਿਕ ਤੇ ਜਾਣਾ, ਮਕੈਨਿਕਾਂ ਜੋਗਾ ਹੀ ਆ ਫਿਰ ਉਹ। ਭਾਰਤ ਦੇ ਵਿੱਚ ਜਦ ਟਰੱਕਿੰਗ ਸਿਖਾਉਂਦੇ ਕਿਉਂ 5-5 ਸਾਲ ਲਵਾਉਂਦੇ? ਉਹ ਤਾਂ ਲਵਾਉਂਦੇ ਸੀ ਵੀ ਜੇ ਕਿਤੇ ਟਰੱਕ ਖੜਾ, ਜੇ ਹੱਥੀਂ ਰਿਪੇਅਰ ਕਰਕੇ ਨਾ ਲੈ ਕੇ ਗਿਆ, ਲੋਕ ਕਹਿਣਗੇ ਸਿਖਾਇਆ ਕਿਹਨੂੰ ਸੀ ਤੈਨੂੰ? ਕੌਣ ਆ ਤੇਰਾ ਉਸਤਾਦ? ਕਹਿੰਦਾ 10 ਕੱਢਣਗੇ ਗਾਲਾਂ ਮੈਨੂੰ। ਸਟੀਅਰਿੰਗ ਤੇ ਬਹਿਣਾ, ਗੇਅਰ ਲਾਉਣੇ, ਇਹ ਟਰੱਕ ਨਹੀਂ। ਗੱਲ ਇਹ ਹੈ ਬਈ ਜਦ ਮੁਸ਼ਕਿਲ ਕਿਤੇ ਪਵੇ ਉਹਨੂੰ ਕਿਵੇਂ ਕਰੇਗਾ। ਇਸ ਤਰ੍ਹਾਂ ਹੀ ਟਰੱਕਰ ਦੀ ਗੱਲ ਮੇਰੇ ਯਾਦ ਹੈ, ਟਰੱਕਰ ਸ਼ੋਅ ਦੇ ਵਿੱਚ ਹੈਰੀ ਬਰਾੜ ਉਹਨਾਂ ਨੇ ਲਿਖਿਆ ਇੱਕ ਦਿਨ, ਉਹ ਕਹਿੰਦਾ ਜੇ ਟਰੱਕਰ ਨੂੰ ਆਪਣੇ ਹੱਥੀਂ ਕੰਮ ਨਹੀਂ ਕਰਨਾ ਆਉਂਦਾ ਤਾਂ ਉਹ ਟਰੱਕਰ ਨਹੀਂ ਕਰ ਸਕਦਾ ਕੁਛ। ਉਹਦੇ ਕੋਲ ਟੂਲ, ਉਹਦਾ ਟੂਲ ਬਾਕਸ 'ਚ ਸਾਰਾ ਸਮਾਨ, ਕਿਤੇ ਉਹ ਖੜ ਗਿਆ ਬੀਆਬਾਨ ਦੇ ਵਿੱਚ, ਜੇ ਉਹਨੂੰ ਪਤਾ ਹੀ ਨਹੀਂ ਮੈਂ ਕੀ ਕਰਨਾ, ਉਹਦੇ ਕੋਲ ਜਿਹੜੀਆਂ ਚੀਜ਼ਾਂ ਟੁੱਟ ਸਕਦੀਆਂ, ਜਿਹੜੀਆਂ ਘਸ ਕੇ ਟੁੱਟ ਸਕਦੀਆਂ, ਉਹਦਾ ਅਲਟਰਨੇਟਿਵ ਗੱਡੀ 'ਚ ਨਹੀਂ ਰੱਖਿਆ ਹੋਇਆ ਤਾਂ ਕੀ ਕਰੂ? ਜੇ ਕਿਸੇ ਨੂੰ ਚੇਨਾਂ ਹੀ ਨਹੀਂ ਚਾੜਨੀਆਂ ਆਉਂਦੀਆਂ ਸਨੋ ਦੇ ਵਿੱਚ, ਉਹ ਕੀ ਕਰੂਗਾ? ਗਲਤ ਪਾਸੇ ਜੋ ਹੈ, ਜਿਹਨੂੰ ਤਰਪਾਲ ਪੁੱਠੀ ਜਿਹਨੇ ਖੋਲ ਲਈ ਫਲੈਟ ਬੈੱਡ ਤੇ, ਉਹ ਕਰੂਗਾ ਕੀ? ਉਹ ਸਿੱਧੀ ਕਿਵੇਂ ਕਰੂਗਾ ਫਿਰ ਉਹਨੂੰ? ਇਸੇ ਤਰ੍ਹਾਂ ਹੀ ਹਰ ਇੱਕ ਕੰਮ ਵਿੱਚ, ਮੀਡੀਆ 'ਚ ਆ, ਰੇਡੀਓ ਤੇ ਆ, ਜੇ ਉਹਨੇ ਸੱਚ ਦਾ ਹੀ ਪੱਲਾ ਛੱਡਦਾ, ਉਹ ਝੂਠ ਬੋਲਦਾ, ਕੁਫਰ ਤੋਲਦਾ ਸਵੇਰ ਤੋਂ ਲੈ ਕੇ ਆਥਣ ਤੱਕ, ਲੋਕਾਂ ਨੂੰ ਗਲਤ ਗਮਰਾਹ ਕਰਦਾ, ਲੋਕਾਂ ਨੂੰ ਗਲਤ ਪੱਟੀ ਪੜਾਉਂਦਾ, ਆਪਣੇ ਉਹਦੇ ਉੱਪਰ ਆਪਣਾ ਨਿੱਜ ਦਾ ਜਿਹੜਾ ਉਹ ਪੱਖ ਪੂਰਦਾ, ਜਿਹਦੇ ਵਿੱਚ ਉਹਦਾ ਨਿੱਜ ਹੋਵੇ, ਜਾਂ ਪੈਸਾ ਧੇਲੇ ਦੀ ਕਰਪਸ਼ਨ ਹੋਵੇ, ਜਾਂ ਆਉਣ ਵਾਲੇ ਸਮੇਂ 'ਚ ਕੁਝ ਫਾਇਦਾ ਲੈਣਾ ਹੋਵੇ ਕਿਸੇ ਤੋਂ, ਜੇ ਇਹੋ ਜਿਹੀ ਕੁੱਕੜ ਖੇਡ ਆਉਂਦਾ, ਉਹ ਜਿਹੇ ਰੇਡੀਓ, ਉਹ ਜਿਹੇ TV ਹੋਸਟਾਂ ਤੋਂ ਕੀ ਕਰਾਉਣਾ? ਜਿਹੜੀ ਸੱਚ ਨੂੰ ਜਿਹੜਾ ਪਿੱਠ ਕਰਦਾ ਹੈ ਤੇ ਨਿੱਤ ਝੂਠ ਕੁਫਰ ਤੋਲਦਾ ਹੈ, ਉਹ ਕਿਸੇ ਨੂੰ ਨਹੀਂ ਧੋਖਾ ਦੇ ਰਿਹਾ, ਉਹ ਆਪਣੀ ਜ਼ਿੰਦਗੀ ਨੂੰ ਧੋਖਾ ਦੇ ਰਿਹਾ। ਰਿਜ਼ਲਟ ਸਾਹਮਣੇ ਨੇ, ਕੱਖ ਨਹੀਂ ਹੁੰਦਾ, ਹਾਰ ਜਾਂਦੇ ਨੇ ਬੰਦੇ, ਜ਼ਿੰਦਗੀ 'ਚ ਹੱਥ ਖੜੇ ਕਰਦੇ ਨੇ, ਅਖੀਰ 'ਚ ਉਹਨਾਂ ਦੇ ਪੱਲੇ ਕੱਖ ਨਹੀਂ ਰਹਿਣਾ। ਮਤਲਬ ਜੇ ਮੈਂ ਤੁਹਾਡੀ ਗੱਲ ਕਰਦਾ, ਮੈਨੂੰ ਆਪਣੀ ਵੀ ਕਰਨੀ ਚਾਹੀਦੀ ਹੈ ਵੀ ਜੇ ਅਸੀਂ ਸੱਚ ਨਹੀਂ ਤੁਹਾਡੇ ਕੋਲ ਬੋਲ ਸਕਦੇ, ਅਸੀਂ ਕਾਹਨੂੰ ਮਾਈਕ ਤੇ ਬੈਠੇ? ਸਾਨੂੰ ਪਤਾ ਸੁੱਚਾ ਸਾਡੇ ਕੋਲ ਨੇ, ਤੁਹਾਡੀ ਆਵਾਜ਼ ਜੇ ਅਸੀਂ ਨਹੀਂ ਆਉਣ ਦੇਣੀ, ਅਸੀਂ ਨਹੀਂ ਆਉਣ ਦੇਣੀ। ਪਰ ਮੈਨੂੰ ਇਹ ਪਤਾ ਨਾ ਵੀ ਮੈਂ ਝੂਠ ਕਰ ਰਿਹਾ, ਇੱਥੇ ਮੈਂ ਗਲਤ ਕਰ ਰਿਹਾ, ਮੈਂ ਧੋਖਾ ਦੇ ਰਿਹਾ ਆਪਣੇ ਆਪ। ਸੋ ਇਹ ਪ੍ਰੋਫੈਸ਼ਨਲਿਜ਼ਮ ਆ ਜਿਹੜਾ, ਇਹਦੇ ਤੇ ਆਪਣੇ ਪ੍ਰੋਫੈਸ਼ਨ ਦੀ ਪਲੀਜ਼ ਗੱਲ ਕਰੋ। ਹੁਣ ਮੈਂ ਇਕੱਲੇ ਦਾ ਨਹੀਂ, ਜਿਹੜੇ ਕੰਮ 'ਚ ਤੁਸੀਂ ਕੰਮ ਕਰ ਰਹੇ ਹੋ ਉਸ ਕੰਮ ਦੀਆਂ ਕਮੀਆਂ ਕੀ ਨੇ, ਸਾਡਾ ਭਾਈਚਾਰਾ ਕਿੱਥੇ ਉੱਥੇ ਗਲਤ ਕਰ ਰਿਹਾ, ਤੁਹਾਡੇ ਕੁਲੀਗ ਕੀ ਗਲਤ ਕਰ ਰਹੇ ਨੇ, ਟਰਾਂਸਪੋਰਟ ਆ, ਕੰਸਟਰਕਸ਼ਨ ਆ, ਕੋਈ ਯੂ ਨੇਮ ਇਟ, ਕਿਤੇ ਵੀ ਤੁਸੀਂ ਕੰਮ ਕਰਦੇ ਹੋ, ਜੇ ਉੱਥੇ ਪੇਸ਼ੇਵਰ ਤੁਸੀਂ ਨਹੀਂ ਹੈਗੇ, ਉਹਦੀਆਂ ਕੀ ਕਮੀਆਂ ਪੇਸ਼ੀਆਂ ਨੇ? ਸਰਦਾਰ ਸੁਖਦੇਵ ਸਿੰਘ, ਲਾਈਨ ਨੰਬਰ 4, ਤੁਸੀਂ ਏਅਰ ਤੇ। ਗਿਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ ਨਾਲ ਮੈਂ 2005 'ਚ ਆਇਆ ਸੀ ਤੇ ਮੈਂ ਉੱਥੇ ਏਅਰਫੋਰਸ 'ਚ ਸੀ, ਇਲੈਕਟ੍ਰੀਕਲ ਇੰਜੀਨੀਅਰਿੰਗ ਸੀ ਮੇਰੀ, ਤੇ 2005 ਤੋਂ ਰਿਟਾਇਰ ਹੋਣ ਤੋਂ ਬਾਅਦ ਇੱਥੇ ਵਰਕ ਦੂਜੇ ਆ ਗਿਆ ਪੁਆਇੰਟ ਬੇਸ ਤੇ। ਉਸ ਤੋਂ ਬਾਅਦ ਇੱਥੇ ਆ ਕੇ ਪਤਾ ਲੱਗਾ ਕਿ ਜੋ ਕੋਈ ਤੁਸੀਂ ਉੱਥੇ ਤੁਹਾਡੇ ਕੋਲ ਹੈ ਕਾਗਜ਼ ਪੱਤਰ, ਉਹਦੀ ਕੋਈ ਕੀਮਤ ਨਹੀਂ ਇੱਥੇ। ਫਿਰ ਉਹ ਜੋ ਵੀ ਅਪਗ੍ਰੇਡ ਕਰਦੇ ਰਹੇ, ਚੈਲੰਜ ਕੀਤਾ ਇਲੈਕਟ੍ਰੀਕਲ ਲਈ, ਉਹ ਨਹੀਂ ਹੋਇਆ ਕਿਉਂਕਿ ਉਹਦੇ ਬਿਲਡਿੰਗ ਕੋਡ ਸੀ। ਫਿਰ 1 ਸਾਲ ਸਰਚ ਕਰਦੇ ਰਹੇ ਵੀ ਆਪਣੀ ਫੀਲਡ 'ਚ ਕੋਈ ਰਿਲੇਟਿਡ ਇਸ ਤਰ੍ਹਾਂ। ਫਿਰ ਮੈਂ 2007 ਤੋਂ ਬਾਅਦ
ਫਾਇਰ ਅਲਾਰਮ ਇੰਡਸਟਰੀ ਦੇ ਵਿੱਚ ਆ ਗਿਆ, ਜਿਹੜੇ ਹਾਈ ਰਾਈਜ਼ ਤੇ ਅਪਾਰਟਮੈਂਟ ਤੇ ਟਾਊਨ ਹਾਊਸਾਂ ਸਾਰਿਆਂ ਦੀ ਫਾਇਰ ਅਲਾਰਮ ਦੀ ਇੰਸਪੈਕਸ਼ਨ ਕਰਦੇ ਆ। ਤੇ ਜਦ ਮੈਂ ਫੀਲਡ 'ਚ ਆਇਆ ਸੀ ਉਦੋਂ ਮੇਰੇ ਖਿਆਲ ਨਾਲ ਬਹੁਤ ਲਿਮਟਿਡ ਹੀ ਬੰਦੇ ਆਪਣੇ ਇਸ ਫੀਲਡ ਦੇ ਵਿੱਚ ਸੀ, ਤੇ ਲਿਮਟਿਡ ਹੀ ਕੰਪਨੀਆਂ ਆਪਣੀਆਂ ਸਰੀ ਚੇਕਰ ਦੀ ਕੰਪਨੀ ਹੈ ਜਿਹੜੀ ਫਾਇਰ ਅਲਾਰਮ ਇੰਡਸਟਰੀ ਦੀ ਹੈ ਜਿਹੜੀ ਕਰਦੇ ਹੈ। ਤੇ ਇਹ ਹੈ ਕਿ ਥੋੜ੍ਹੀ ਬਹੁਤੀ ਹਿੰਮਤ ਕਰਨੀ ਪੈਂਦੀ ਹੈ। ਤੇ ਪਰ ਮੇਰੀ ਫੀਲਡ ਇਸ ਤਰ੍ਹਾਂ ਦੀ ਹੈ ਕਿ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੈ, ਕੋਈ ਸ਼ਾਰਟਕਟ ਨਹੀਂ ਹੈ, ਕਿਉਂਕਿ ਇਹ ਸੇਫਟੀ ਰਿਲੇਟਿਡ ਹੈ ਸਾਰਾ ਕੁਝ, ਤੇ ਸਾਰੇ ਇੰਸ਼ੋਰੈਂਸ ਲਈ ਤੁਹਾਡੇ ਰਿਸਪੌਂਸਿਬਿਲਿਟੀ ਹੁੰਦੀ ਹੈ। ਪਰ ਇਹ ਹੈ ਕਿ ਜੋ ਥੋੜ੍ਹਾ ਬਹੁਤਾ ਸਰਚ ਕਰੀਏ, ਕੁਛ ਨਾ ਕੁਛ ਹਿੰਮਤ ਕਰੀਏ ਤੇ ਆਪਣੀ ਫੀਲਡ ਦੇ ਰਿਲੇਟਿਡ ਜਾਂ ਕੁਛ ਨਾ ਕੁਛ ਤੁਸੀਂ ਆਪਣਾ ਕੁਛ ਨਾ ਕੁਛ ਕਰ ਸਕਦੇ ਹੋ। ਨਹੀਂ ਤੇ ਜੇ ਬਿਨਾਂ ਪ੍ਰੋਫੈਸ਼ਨਲਿਜ਼ਮ ਤੋਂ, ਬਿਨਾਂ ਸਰਟੀਫਿਕੇਸ਼ਨ ਤੋਂ, ਬਿਨਾਂ ਕੋਈ ਟਿਕਟ ਤੋਂ ਜੇ ਕਰਨਾ ਹੈ ਉਹ ਫਿਰ $10-12 ਦੀ ਇੱਕ ਥਾਂ ਕਰੋਗੇ, ਦੂਜੀ ਥਾਂ ਜਾਓਗੇ, ਹੋ ਹੀ ਜਾਏਗਾ। ਇਹ ਫੀਲਡ ਇਸ ਤਰ੍ਹਾਂ ਦੀ ਹੈ ਟੈਕਨੀਕਲ ਦੀ ਜੋ ਵੀ ਹੈ ਇਹਦੇ ਵਿੱਚ ਜਿਵੇਂ ਜਿਵੇਂ ਤੁਸੀਂ ਅੱਗੇ ਜਾਓਗੇ ਉਵੇਂ ਉਵੇਂ ਤੁਹਾਡੀ ਇੱਕ ਕੰਪਨੀ ਦੂਜੀ ਕੰਪਨੀ ਜਾਓਗੇ, ਇਹ ਨਹੀਂ ਕਿ ਤੁਹਾਨੂੰ $2 ਘੱਟ ਮਿਲਣੇ, ਕਈ ਵਾਰੀ $2 ਜ਼ਿਆਦਾ ਹੀ ਮਿਲਦੇ। ਓਕੇ, ਥੈਂਕ ਯੂ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਵਿਰਕ ਸਾਹਿਬ, ਧੰਨਵਾਦ। ਇਸ ਤਰ੍ਹਾਂ ਹੀ ਗੱਲ ਬਣਦੀ ਹੈ, ਜਦ ਤੁਸੀਂ ਆਉਣਾ ਹੈ ਆਪਣੇ ਆਪ ਨੂੰ ਠੀਕ ਕਰਨਾ, ਫਿਰ ਇਹ ਠੀਕ ਬਣਦੀ। ਇੱਕ ਗੱਲ ਭਾਈਚਾਰੇ ਦੇ ਵਿੱਚ ਬੜੀ ਚੱਲੀ 5-4 ਸਾਲ ਪਹਿਲਾਂ, ਜਿਹੜੇ ਪੜ੍ਹ ਕੇ ਲਾਇਸੈਂਸ ਲੈਂਦੇ ਸੀ ਉਹ ਟ੍ਰੇਡਮੈਨਾਂ ਦਾ ਬੜੇ ਦਫ਼ਤਰ ਖੁੱਲੇ ਹੋਏ 2-2 ਕਮਰਿਆਂ ਦੇ, ਆ ਜਾਓ ਤੁਹਾਨੂੰ ਕੋਰਸ ਕਰਾਈਏ, ਪੇਪਰ ਕੋਈ ਦੇ ਗਿਆ, ਨਾ ਕਿਸੇ ਦਾ ਲਾਇਸੈਂਸ ਕਿਸੇ ਨੂੰ, ਕਹਿੰਦਾ ਕੰਮ ਦਾ ਨਾ ਫਿਕਰ ਕਰ, ਕੰਮ ਆਪਾਂ ਨੂੰ ਆਉਂਦਾ। ਪਰ ਅੰਗਰੇਜ਼ੀ ਵਾਲੀ ਇਹ ਨਹੀਂ ਗੋਲ ਪਾਉਣੀ ਆਉਂਦੀ। ਗੱਲ ਸੁਣ ਲੈ, ਤਿਆਰੀ ਕਰ ਲੈ, ਜਿਵੇਂ ਕਹਿੰਦਾ ਕੀਲੇ ਤੋਂ ਨਾ ਲਾਹੀ ਗੋਡਣੀ ਲੱਗਦੀ ਹੈ, ਜਿਹੜੇ ਕੀਲੇ ਤੇ ਖੜੇ ਨੂੰ ਕਦੇ ਦੇਖੋ ਐਨ ਤਿਆਰੀ। ਸੋ ਇਹ ਜਿਹੜਾ ਲਾਇਸੈਂਸਿੰਗ ਦਾ ਵੀ ਹੈ, ਕਿਸੇ ਦੇ ਰਾਹੀਂ ਜੇ ਤੁਸੀਂ ਕਰਦੇ ਹੋ, ਘਾਟ ਅਸੀਂ ਕਿੱਥੋਂ ਹੋਈ? ਹਰ ਇੱਕ ਕੰਮ ਦੇ ਵਿੱਚ ਅਸੀਂ ਫਾਡੀ ਕਿਉਂ ਹੋ ਰਹੇ ਹਾਂ? ਸਭ ਤੋਂ ਪਹਿਲਾਂ ਸ਼ੁਰੂ ਕਰਨ ਵਾਲੇ ਅਸੀਂ, ਕੰਮ ਕਰਨ ਵਾਲੇ ਅਸੀਂ। ਤੇ ਹੁਣ ਫਾਡੀ ਕਿਹੜੀ ਇੰਡਸਟਰੀ ਹੈ ਜਿਹਦੇ 'ਚ ਅਸੀਂ ਜਿਹੜਾ ਵਧੀਆ ਕਰ ਰਹੇ ਹਾਂ? ਟਰੱਕਿੰਗ ਇੰਡਸਟਰੀ ਦਾ ਦੇਖ ਲਓ ਹਾਲ, $2.25 ਮੀਲ ਦਾ ਖਰਚਾ ਪੈ ਰਿਹਾ ਤੇ $1 ਮੀਲ ਤੇ ਅਸੀਂ ਲੋਡ ਚੱਕੀ ਜਾਂਦੇ ਹਾਂ। ਘਰਾਂ ਦੀਆਂ ਕੀਮਤਾਂ, ਘਰਾਂ ਦੇ ਟ੍ਰੇਡਸਮੈਨ, ਇੱਕ ਬੰਦਾ 5000 ਇੱਕ ਕੰਮ ਦੀ ਕੀਮਤ ਦੇਖ ਜਾਂਦਾ, ਦੂਜਾ ਕਹਿੰਦਾ ਮੈਂ 2500 'ਚ ਕਰੂੰ। 2500 'ਚ ਕਿਵੇਂ ਕਰੂਗਾ? ਕਿੱਥੋਂ ਲਿਆਊਗਾ ਉਹ? ਕਿਹੜਾ ਮਟੀਰੀਅਲ ਲਾਊਗਾ? ਜਿਹੜੇ ਸਿੱਖ ਗਏ ਤੇ ਜਿਹੜਾ ਨਹੀਂ ਸਿੱਖਿਆ ਉਹ ਇਸੇ ਤਰ੍ਹਾਂ ਹੀ ਟਰੱਕਰਸ ਦਾ ਤਾਂ ਇਹ ਬਹੁਤ ਵੱਡਾ ਇਸ਼ੂ ਹੈ। ਤੇ ਇਹਦੇ 'ਚ ਬਹੁਤ ਵੱਡੀ ਇਨਵੈਸਟਮੈਂਟ, $2-2.5 ਲੱਖ ਦੀ ਇਨਵੈਸਟਮੈਂਟ ਤੋਂ ਬਾਅਦ ਜਦ ਕਮਾਈ ਨਹੀਂ ਹੋ ਰਹੀ, ਮੁੰਡੇ ਜਿਹੜੇ ਪੜ੍ਹੇ ਲਿਖੇ ਇਸ ਕੰਮ 'ਚ ਰੌਲਾ ਪਾਉਂਦੇ, ਕਹਿੰਦੇ ਅਸੀਂ ਦਿਨ ਰਾਤ ਤੁਰੇ ਫਿਰਦੇ ਹਾਂ, ਅਸੀਂ ਖਰਚਾ ਦਿੰਦੇ ਹਾਂ ਤੁਹਾਨੂੰ, ਸਾਨੂੰ ਰੇਟ ਕਿਉਂ ਨਹੀਂ ਦਿਖਾਉਂਦੇ? ਕਿੰਨੀ ਕਮਾਈ ਕੀਤੀ ਅਸੀਂ, ਇਹਦੇ 'ਚੋਂ ਕਿਹਦੇ 'ਚੋਂ ਤੁਸੀਂ 20% ਲੈਣਾ, ਉਹ ਸਾਨੂੰ ਕਿਉਂ ਨਹੀਂ ਦਿਖਾਉਂਦੇ? ਤੇ ਇਹ ਜਿਹੜੀ ਇੱਕ ਕੰਮ ਨਹੀਂ, ਬਹੁਤ ਕੰਮਾਂ ਦੇ ਵਿੱਚ ਅਸੀਂ ਜਿਨ੍ਹਾਂ 'ਚ ਅਸੀਂ ਸ਼ੁਰੂਆਤ ਤਾਂ ਕਰ ਲਈ, ਵੀ ਚੱਲ ਲੈ ਲਓ ਇੱਕ ਵੈਨ, ਰੱਖ ਲਓ ਟੂਲ ਕੰਮ, ਪਰ ਉਹਦਾ ਜਿਹੜਾ ਇੱਕ ਲਾਇਸੈਂਸ, ਬਾਉਂਡਡ, ਇਨਸ਼ੋਰਡ, ਉਹ ਚੀਜ਼ਾਂ ਜਿਹੜੀਆਂ ਨੇ ਉਹ ਨਾਲ ਸਾਡੇ ਚੱਲਦੀਆਂ ਨੇ, ਉਹ ਅਸੀਂ ਛੱਡਤੀਆਂ। ਬਹੁਤ ਬੰਦੇ ਆ ਜਿਹੜੇ ਹਲੇ ਵੀ ਪ੍ਰੋਫੈਸ਼ਨ ਨੂੰ ਵਧੀਆ ਤਰੀਕੇ ਨਾਲ ਕਰਦੇ ਆ, ਉਹ ਕਰਾਊਡ ਦੇ ਵਿੱਚੋਂ ਨਿਕਲ ਕੇ ਅਲੱਗ ਏਰੀਏ 'ਚ ਚਲੇ ਗਏ ਵੀ ਯਾਰ ਛੱਡ, ਇੱਥੇ ਕੀ ਕੰਮ ਕਰਨਾ, ਇੱਥੇ ਤਾਂ ਹੁਣ ਫਾਇਦਾ ਹੀ ਨਹੀਂ ਕੋਈ, ਚਲੋ ਦੂਜੀ ਕਿਸੇ ਮਿਊਨਿਸਪੈਲਿਟੀ 'ਚ। ਬਹੁਤ ਮੂਵ ਹੋ ਗਏ, ਹੋਰ ਸ਼ਹਿਰਾਂ 'ਚ ਚਲੇ ਗਏ। ਬਹੁਤ ਸਾਡੇ ਟ੍ਰੇਡਸਮੈਨ ਨੇ ਜਿਹੜੇ ਸਸਕੈਚੂਨ ਚਲੇ ਗਏ, ਰਜਾਈਨਾ, ਸੈਸਕਾਟੂਨ ਦੇ ਵਿੱਚ ਬਹੁਤ, ਅਲਬਰਟਾ ਤੇ BC ਦੀ ਤਾਂ ਆਉਣ ਜਾਣ ਸਾਡਾ ਬਣਿਆ ਹੀ ਰਹਿੰਦਾ, ਕਦੇ ਚਲੇ ਗਏ ਤੇ ਕਦੇ ਆ ਗਏ। ਪਰ ਐਨੀਵੇਜ਼, ਪਰ ਫਿਰ ਵੀ ਅਸੀਂ ਜਿਹੜਾ ਹੁਨਰ ਹੈ ਸਾਡਾ, ਜਿਹੜਾ ਅਸੀਂ ਸਿੱਖੇ ਹੋਏ ਕੰਮ ਆ, ਮਤਲਬ ਆਮ ਨੋਰਮਲ ਇੱਕ ਲੇਬਰ ਕਰਨ ਵਾਲੇ ਤੋਂ ਬਿਨਾਂ ਦੂਸਰਾ ਜਦ ਇੱਕ ਕੰਮ ਤੁਸੀਂ ਅਲੱਗ ਕਰਦੇ ਹੋ ਜਿਹੜਾ ਆਮ ਹਰ ਇੱਕ ਨਹੀਂ ਕਰ ਸਕਦਾ, ਉਹਦਾ ਫਿਰ ਮੁੱਲ ਪੈਣਾ ਕਿਉਂ ਨਹੀਂ? ਉਹਦਾ ਕਿਉਂ ਨਹੀਂ ਮੁੱਲ ਪੈਂਦਾ? ਉਹ ਕਿਉਂ ਨਹੀਂ ਅਸੀਂ ਅਲੱਗ ਤਰੀਕੇ ਦੇ ਨਾਲ ਉਸ ਦਾ, ਕਿ ਯਾਰ ਫਿਰ ਜੇ ਇੱਕ ਆਰਡੀਨਰੀ ਬੰਦਾ ਵੀ ਇਹ ਕੰਮ ਕਰ ਸਕਦਾ ਹੈ ਤੇ ਮੈਂ ਕਰਦਾ, ਪਰ ਮੈਂ ਇਹਦਾ ਪ੍ਰੋਫੈਸ਼ਨਲ ਆ, ਮੈਂ ਇਹਦੇ 'ਚ ਪੇਸ਼ੇਵਰ ਆ, ਮੈਂ ਇਹਨੂੰ ਤਾਂ ਕਰਦਾ, ਮੇਰਾ ਉਹਦੇ ਨਾਲੋਂ ਫਰਕ ਹੋਣਾ ਚਾਹੀਦਾ।
ਇਹ ਨਹੀਂ ਹੈ ਗੱਲ ਵੀ ਨਹੀਂ ਸਾਰੇ ਹੀ ਕਰ ਲੈਂਦੇ, ਸਾਰੇ ਨਹੀਂ ਸਾਰਾ ਕੁਝ ਕਰ ਸਕਦੇ। ਇਹ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਤੇ ਉਸ ਦਾ ਮੁੱਲ ਵੀ ਤੁਸੀਂ ਹੁਣ ਜਿਹੜੇ ਕੰਮ ਚੋਂ ਹੁਣ ਆਪਣਾ ਹਰ ਇੱਕ ਨੂੰ ਦੱਸਣਾ ਔਖਾ ਲੱਗਦਾ, ਤਾਂ ਹੀ ਫੋਨ ਕਾਲਸ ਨਹੀਂ ਆਉਂਦੀਆਂ। ਆਪਣੇ ਕੰਮ ਦਾ ਤੁਸੀਂ ਆਪ ਦੱਸੋ ਕਿ ਸਾਡੇ ਕੰਮ 'ਚ ਆਹ ਕਮੀ ਹੋ ਰਹੀ ਹੈ, ਨਵੇਂ ਬੰਦੇ ਇਸ ਤਰ੍ਹਾਂ ਕਰ ਰਹੇ ਨੇ, ਜਿਹੜੇ ਪੂਰੇ ਸਿੱਖ ਕੇ ਨਹੀਂ ਆਉਂਦੇ ਆਹ ਕਰ ਰਹੇ ਨੇ, ਇੱਥੋਂ ਅਸੀਂ ਤੰਗ ਹੋ ਰਹੇ ਹਾਂ, ਇਹਦੇ ਕਰਕੇ ਸਾਡੇ ਇਸ ਪ੍ਰੋਫੈਸ਼ਨ ਨੂੰ ਖੋਰਾ ਲੱਗ ਰਿਹਾ। ਇਹਦੀ ਗੱਲ ਹੋਣੀ ਚਾਹੀਦੀ ਹੈ। 1844 247 1550 ਮਾਰਸ਼ਲ ਕੈਬਨਿਟਸ ਵਾਲੇ ਕਲੋਨਾਂ ਦੇ ਵਿੱਚ 604 880 6203 97 ਤੇ ਮੈਕਲਡੀ ਦਾ ਕਾਰਨਰ ਹੈ 08108 842 ਮੈਕਲਡੀ ਪਲੇਸ 6048806203। ਕੈਬਨਿਟਸ ਤੁਸੀਂ ਕਿਚਨ ਕੈਬਨਿਟਸ ਬਣਾਉਣੀਆਂ ਨੇ ਹਰ ਕਿਸਮ ਦੀਆਂ, ਤਾਂ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਹੋਟਲ ਮੋਟਲ ਕੋਈ ਬਣਾ ਰਹੇ ਹੋ, ਘਰ ਟਾਊਨ ਹਾਊਸ ਕੌਂਡੋ ਬਣਾ ਰਹੇ ਹੋ, ਵੱਡਾ ਛੋਟਾ ਪ੍ਰੋਜੈਕਟ ਕੋਈ ਬਣਾ ਰਹੇ ਹੋ ਤਾਂ 604 619 2000 604 880 6203 6048806203 ਮਾਰਸ਼ਲ ਕੈਬਨਿਟਸ। ਐਂਟਰੈਂਸ ਆਟੋਮੇਸ਼ਨ ਸਿਸਟਮ 130 ਤੇ 84 ਤੇ 604 594 51 87। ਹੁਣ ਆ ਵੇਖੋ, ਇਹ ਐਂਟਰੈਂਸ ਆਟੋਮੇਸ਼ਨ ਦਾ ਕੰਮ ਕਰਦੇ ਖੇਲਾ ਬਰੋਜ਼ ਦੇ ਦਰਵਾਜ਼ੇ ਲਾਉਂਦੇ ਆ, ਜਿਹੜੇ ਸਵਿੰਗ ਸਲਾਈਡ ਰਿਵੋਲਵਿੰਗ ਦਰਵਾਜ਼ਾ ਜਦ ਜਾਂਦੇ ਆ ਤੁਸੀਂ ਸੈਂਸਰ ਨਾਲ ਉਹ ਖੁੱਲਦਾ। ਹੁਣ ਉਹ ਜੇ ਤੁਸੀਂ ਮੈਨੂੰ ਕਹਿਣ ਲਾ ਦੇ, ਮੈਂ ਕਿਵੇਂ ਲਾ ਦੂੰ? ਉਹ ਪ੍ਰੋਫੈਸ਼ਨ ਹੈ, ਉਹਦਾ ਫਰਕ ਪੈਣਾ ਚਾਹੀਦਾ, ਉਹ ਅਲੱਗ ਉਹਦੀ ਕੀਮਤ ਹੋਵੇ। ਉਹਦੇ ਹੱਥ ਜਿਹੜੇ ਟੁੱਟ ਗਏ ਸਿੱਖਦੇ ਹੱਥਾਂ ਤੇ ਸੱਟਾਂ ਲਵਾਈਆਂ, ਉਹਦੀ ਕੀਮਤ ਉਹਨਾਂ ਨੂੰ ਮਿਲਣੀ ਚਾਹੀਦੀ। ਮਿਲੇਗੀ ਤਾਂ ਜੇ ਉਹਦੇ ਨਾਲ ਦਾ ਇੱਕ ਸਿਹਤਮੰਦ ਜਿਹੜਾ ਵਧੀਆ ਇੱਕ ਉਸ ਦਾ ਮੁਕਾਬਲਾ ਹੋਏਗਾ। ਜੇ ਮੁਕਾਬਲਾ ਹੀ ਨਹੀਂ ਉਹਦਾ, ਫਿਰ ਉੱਥੇ ਕੀ ਹੋਏਗਾ? ਕਰਨ ਸਿੰਘ ਜੀ, ਲਾਈਨ ਨੰਬਰ 2 ਤੁਸੀਂ ਏਅਰ ਤੇ। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਗਿੱਲ ਸਾਹਿਬ, ਮੈਂ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਜੀ, ਤੇ ਇਹਦੇ ਬਾਰੇ ਜਿਹੜੀ ਤੁਸੀਂ ਅੰਡਰ ਕਟਿੰਗ ਦੀ ਗੱਲ ਕਰ ਰਹੇ ਹੋ। ਮੈਂ ਜੌਬ ਵੀ ਕਰਦਾ ਜੀ ਤੇ ਮੇਰਾ ਬਿਜ਼ਨਸ ਵੀ ਆ, ਤੇ ਮੈਂ ਆਪਣੇ ਬਿਜ਼ਨਸ ਦਾ ਨਾਂ ਨਹੀਂ ਲੈਣਾ, ਪਰ ਮੈਂ ਤੁਹਾਨੂੰ ਐਗਜ਼ਾਮਪਲ ਦੱਸੂਗਾ, ਕਿਉਂਕਿ ਜੇ ਮੈਂ ਨਾਂ ਲੈਤਾ ਜਾਂ ਇੰਡਸਟਰੀ ਦੱਸਤੀ ਤਾਂ ਕਾਫੀ ਆਬਵੀਅਸ ਜਿਹਾ ਹੋ ਜਾਣਾ। ਓਕੇ, ਠੀਕ ਹੈ। ਬਿਜ਼ਨਸ ਸ਼ੁਰੂ ਕੀਤਾ ਜੀ ਅੱਜ ਤੋਂ 3 ਸਾਲ ਪਹਿਲਾਂ। ਜਿੰਨੀ ਸਾਡੀ ਕਮਾਈ ਸੀ, ਅਸੀਂ ਆਪਣਾ ਘਰ ਵੇਚ ਕੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਸੀ। ਸਾਡੇ ਤੋਂ ਗਲਤੀ ਇਹ ਹੋ ਗਈ ਵੀ ਅਸੀਂ ਆਪਣੀ ਕਮਿਊਨਿਟੀ ਦੇ ਬਿਜ਼ਨਸ ਪ੍ਰੈਕਟਿਸਿਸ ਨੂੰ ਲਰਨ ਨਹੀਂ ਕੀਤਾ। ਹੁਣ ਸਾਡੇ ਬਿਜ਼ਨਸ 'ਚ ਇੱਕ ਕੰਪੋਨੈਂਟ ਆਉਂਦਾ ਜਿਹਦੀ ਕਾਸਟ ਸਾਨੂੰ $44 ਪੈਂਦੀ ਹੈ। ਆਪਣੇ ਬਿਜ਼ਨਸ ਉਹਨੂੰ $48 'ਚ ਵੇਚਦੇ ਨੇ, ਸਿਰਫ $4 ਦਾ ਮਾਰਜਨ ਕੱਢ ਕੇ। ਜੇ ਉਹੀ ਕੰਪੋਨੈਂਟ ਤੁਸੀਂ ਗੋਰਿਆਂ ਦੇ ਸ਼ਾਪ ਤੋਂ ਲਓ, ਉਹ $65, $70, $75 ਤੱਕ ਵੀ ਵਿਕਦਾ। ਸੋ ਇੰਨਾ ਜ਼ਿਆਦਾ ਅੰਡਰ ਕਟਿੰਗ ਹੁੰਦੀ ਆ। ਤੁਸੀਂ ਬਿਜ਼ਨਸ 'ਚ ਪੈ ਕੇ ਸਿਰ ਤੇ ਹੱਥ ਮਾਰਦੇ ਹੋ ਵੀ ਮੈਂ ਕਿੱਥੇ ਪੰਗਾ ਲੈ ਲਿਆ। ਮੈਂ ਇੱਕ ਚੀਜ਼ ਲਰਨ ਕੀਤੀ, ਆਈ ਨੋ ਇਸ ਚੀਜ਼ ਨੂੰ ਬੁਰਾ ਬਹੁਤ ਲੱਗਣਾ, ਸ਼ਾਇਦ ਤੁਸੀਂ ਵੀ ਮੈਨੂੰ ਬੋਲੋ, ਪਰ ਇਹ ਕੌੜਾ ਸੱਚ ਆ ਵੀ ਜਿਹੜੀ ਬਿਜ਼ਨਸ 'ਚ ਆਪਣੀ ਕਮਿਊਨਿਟੀ ਵੜ ਗਈ। ਚੰਗੇ ਵੀ ਬਿਜ਼ਨਸਮੈਨ ਬਹੁਤ ਨੇ ਜਿਨ੍ਹਾਂ ਤੋਂ ਸਿੱਖਿਆ ਵੀ ਜਾ ਸਕਦਾ, ਬਟ ਮੈਜੋਰਿਟੀ ਨਾਸ ਹੀ ਮਾਰਦੇ ਨੇ। ਐਵੇਂ ਚੱਲਦੀ ਬਿਜ਼ਨਸ ਪ੍ਰੈਕਟਿਸ ਇਹ ਆ, ਜੇ ਉਹ ਤੁਹਾਨੂੰ ਜੀ 10 ਦੀ ਦਿੰਦਾ, ਕੋਈ ਨਹੀਂ, ਮੈਂ ਤੁਹਾਨੂੰ 5 ਦੀ ਦਿੰਦਾ। ਹੈ ਹੀ ਨਹੀਂ ਵੀ ਤੁਸੀਂ ਖਰਚੇ ਕਿੱਥੋਂ ਕੱਢਣੇ ਨੇ, ਬਸ ਸੇਲ ਹੋਈ ਜਾਵੇ, ਬਸ ਸੇਲ ਦਿਖਾਉਣੀ ਹੈ, ਬੰਦਾ ਆਵੇ, ਗਾਰਬੇਜ ਵੇਚੀ ਚੱਲੋ। ਤੁਸੀਂ ਕੁਆਲਿਟੀ ਤੁਸੀਂ ਸਿਰ ਹਿਲਾਓਗੇ, ਤੁਸੀਂ ਦੇਖੋ ਹੀ ਕੁਆਲਿਟੀ ਦੀ ਵੀ ਕਿਹੋ ਜਿਹੀ ਕੁਆਲਿਟੀ ਬਾਹਰ ਜਾਂਦੀ ਆ। ਧੋਖਾਧੜੀ ਕਿੰਨੀ ਹੁੰਦੀ ਆ, ਝੂਠ ਬੋਲ ਕੇ ਕਿੰਨਾ ਜ਼ਿਆਦਾ ਕਸਟਮਰ ਨੂੰ ਸਮਾਨ ਵੇਚਿਆ ਜਾਂਦਾ। ਇਟਸ ਮਾਈਂਡ ਬੋਗਲਿੰਗ। ਤੁਸੀਂ ਆਪਣਾ ਟਰੱਕਿੰਗ ਇੰਡਸਟਰੀ ਦੀ ਗੱਲ ਕੀਤੀ ਸੀਗੀ, ਜਿੱਥੇ ਮੈਂ ਜੌਬ ਕਰਦਾ ਉਹ ਥੋੜ੍ਹੀ ਜਿਹੀ ਟਰੱਕਿੰਗ ਇੰਡਸਟਰੀ ਨਾਲ ਵੀ ਐਸੋਸੀਏਟਡ ਹੈ। ਤੇ ਸ਼ਾਇਦ ਤੁਸੀਂ ਇਹ ਨਿਊਜ਼ ਸੁਣੀ ਵੀ ਹੋਵੇ, ਕੈਲਗਰੀ ਦੇ ਵਿੱਚ ਇੱਕ ਟ੍ਰੇਲਰ ਦੇ ਉੱਤੇ ਇੱਕ ਗੋਰੇ ਨੇ ਆਪਣੇ ਬਾਰੇ ਗਾਲਾਂ ਲਿਖੀਆਂ ਸੀਗੀਆਂ ਵੀ ਤੁਸੀਂ ਨਾਸ ਮਾਰਤਾ। ਵੀ ਇਹ ਪ੍ਰੋਪਰਲੀ ਉਹਨੇ ਬਰਾਊਨ ਵਰਡ ਲਿਖ ਕੇ ਉਹਨੇ ਲਿਖਿਆ ਸੀਗੀ ਲੈਂਗੁਏਜ ਵੀ, ਯੂ ਮੈਸਡ ਅਪ ਦਾ ਟਰੱਕਿੰਗ ਇੰਡਸਟਰੀ। ਮੇਰਾ ਰਿਲੇਟਿਵ ਹੈ ਇੱਕ, ਉਹ ਇੱਥੇ ਫਿਲਮ ਇੰਡਸਟਰੀ ਦੇ ਵਿੱਚ ਉਹ ਜੌਬ ਕਰਦਾ, ਜਿੱਥੇ ਉਹਨਾਂ ਦੇ ਟਰੱਕ ਮੂਵ ਕਰਦਾ। ਤੇ ਉੱਥੇ ਗੱਲ ਹੋਈ, ਉਹ ਕਹਿੰਦਾ ਵੀ ਅਸੀਂ ਸਿਰਫ 2 ਤੋਂ 3 ਜਾਣੇ ਆ ਬਰਾਊਨ ਬੰਦੇ ਵੀ ਉਸ ਇੰਡਸਟਰੀ ਦੇ ਵਿੱਚ, ਤੇ ਗਰੁੱਪ ਦੇ ਸੈਟਿੰਗ ਦੇ ਵਿੱਚ ਬੈਠੇ ਗੱਲਾਂ ਹੋ ਰਹੀਆਂ ਸੀ। ਤੇ ਕਹਿੰਦਾ ਗੋਰੇ ਨੇ ਸਾਡੇ ਮੂੰਹ ਤੇ ਕਮੈਂਟ ਕੀਤਾ। ਉੱਥੇ ਆ ਜਿਹੜੀ ਕੈਲਗਰੀ ਦੀ ਇੰਸੀਡੈਂਟ ਹੋਇਆ ਸੀ ਉਹਦਾ ਮੈਂਸ਼ਨ ਹੋਇਆ, ਤੇ ਉਹ ਕਹਿੰਦਾ ਤੁਸੀਂ ਹੁਣ ਇਸ ਬਿਜ਼ਨਸ ਛੱਡ ਕੇ ਕਹਿੰਦਾ ਹੁਣ ਤੁਸੀਂ ਇਹਦਾ ਵੀ ਨਾਸ ਮਾਰ ਦੇਣਾ। ਇਹ ਤਾਂ ਆਪਣੀ ਇਮੇਜ ਹੈ ਜੀ ਬਾਹਰ ਦੂਸਰੀਆਂ ਕਮਿਊਨਿਟੀਜ਼ ਦੇ ਵਿੱਚ। ਸੋ
ਬਿਜ਼ਨਸ ਦੇ ਵਿੱਚ ਅਸੀਂ ਵੜ ਕੇ ਜਿਵੇਂ ਅਸੀਂ ਦੇਖਿਆ ਵੀ ਕੋਈ ਸਟ੍ਰੈਟਜੀ ਹੋਣੀ ਚਾਹੀਦੀ ਹੈ ਵੀ ਲੋ ਕਾਸਟ ਤੇ ਸਮਾਨ ਚੱਕੋ ਜਾਂ ਕੁਝ ਹੋਰ ਸਟ੍ਰੈਟਜੀ ਚੱਕੋ ਜਿੰਨਾ ਤੁਹਾਡੇ ਮੁਨਾਫੇ ਵਧਾ ਸਕਦੇ ਹੋ ਤੁਸੀਂ। ਬਟ ਨੋ, ਇੱਥੇ ਅੰਡਰ ਕਟਿੰਗ ਹੈ, ਇੱਥੇ ਕੋਈ ਮੁਨਾਫਾ ਹੀ ਨਹੀਂ ਹੈਗਾ। ਮੈਂ ਉੱਥੇ ਇੱਕ ਆਪਣੇ ਹੀ ਭਾਈ ਨਾਲ ਗੱਲ ਕਰ ਰਿਹਾ ਸੀਗਾ, ਉਹਨਾਂ ਨੇ ਕਮੈਂਟ ਕੀਤਾ ਤੇ ਪਹਿਲਾਂ ਜਦੋਂ ਕਮੈਂਟ ਸੁਣਿਆ ਫਿਰ ਮੈਂ ਉਹਦੇ ਬਾਰੇ ਸੋਚਿਆ, ਫਿਰ ਗੱਲ ਸੱਚੀ ਆ ਉਹਦੀ। ਉਹ ਕਹਿੰਦਾ ਆਪਾਂ ਲੋਕ ਬਿਜ਼ਨਸ ਲਈ ਨਹੀਂ ਬਣੇ, ਕਹਿੰਦਾ ਆਪਾਂ ਤਾਂ ਪੱਠੇ ਪਾਉਣ ਜੋਗੇ ਸੀਗੇ, ਜਿਹੜੇ ਆ ਕੰਟਰੀ ਨੇ ਆ ਕੇ ਆਪਾਂ ਨੂੰ ਬਿਜ਼ਨਸ ਜੋਗੇ ਕਰਤਾ। ਬਟ ਹਾਲ ਆਪਾਂ ਸੋਚ ਉੱਥੇ ਹੀ ਆ, ਭਾਵੇਂ ਆਪਣਾ ਕੰਮ ਆ ਗਏ, ਪੈਸੇ ਆ ਗਏ, ਪਰ ਸੋਚ ਆਪਣੀ ਹਾਲੇ ਪਿੱਛੇ ਵਾਲੀ ਹੋਈ ਆ। ਥੈਂਕ ਯੂ ਗਿੱਲ ਸਾਹਿਬ। ਇਹ ਪਰਸਨਲ ਐਕਸਪੀਰੀਅੰਸ ਆਈ ਤਾਂ ਸੱਚਾ ਐਨ, ਕੋਈ ਇਹਦੇ 'ਚ 1% ਕੋਈ ਝੂਠੀ ਗੱਲ ਨਹੀਂ ਲਾਈ ਹੋਈ। ਤੇ ਬਾਹਲੀ ਗੱਲ ਆ, ਮੈਂ ਤੁਹਾਨੂੰ ਆਪਣਾ ਬਿਜ਼ਨਸ ਦਾ ਨਾਂ ਵੀ ਦੱਸ ਦੂੰਗਾ ਤੁਹਾਡੇ ਸੈਲ ਫੋਨ ਤੇ 2 ਵਜੇ ਤੋਂ ਇਟਸ ਓਕੇ ਭਾਈ ਜੀ, ਥੈਂਕ ਯੂ ਤੁਹਾਨੂੰ ਇਸ ਨਹੀਂ। ਸਤਚਰਨ ਸਿੰਘ। ਹੈਲੋ ਜੀ, ਸਰਦਾਰ ਜੀ ਸਿੰਘ ਜੀ, ਅਗੇਨ ਮੈਂ ਦੂਜੀ ਵਾਰ ਟਾਈਮ ਦਿੰਦਾ। ਸਤਿ ਸ੍ਰੀ ਅਕਾਲ ਜੀ। ਆਓ ਸਤਿ ਸ੍ਰੀ ਅਕਾਲ ਜੀ। ਮੈਂ ਦੇਖੋ ਜੀ, ਮੈਂ 2 ਪ੍ਰੋਫੈਸ਼ਨ ਅਬਲ 3 ਹੀ ਕੀਤੇ ਆ, 2 ਕੀਤੇ ਆ। ਇੱਕ ਵੈਲਡਿੰਗ ਦਾ, ਮੈਂ ਉਹਦੇ ਬਾਰੇ ਵੀ ਕਮੈਂਟਸ ਦੇ ਸਕਦਾ ਹਾਂ। ਇੱਕ ਮੈਂ ਕੀਤਾ ਰੀਅਲ ਸਟੇਟ ਦਾ ਵੀ ਕੋਰਸ ਕੀਤਾ ਸੀ, ਤੇ ਇੱਕ ਮੈਂ ਟੈਕਸੀ ਵੀ ਚਲਾਈ ਆ। ਇਹ ਟੈਕਸੀ ਦਾ ਤੇ ਆਮ ਕਰਕੇ ਸਮਝਿਆ ਜਾਂਦਾ ਵੀ ਇਹਦੇ ਬਹੁਤ ਹੀ ਆਪਣੇ ਜਿਹੜੇ ਆ ਨਾ ਲੋਕ, ਉਹ ਉਧਰ ਦੇ ਜਿਹੜੀ ਜਿਨ੍ਹਾਂ ਦੀ ਮੈਂਟੈਲਿਟੀ ਉਹ ਸਮਝਦੇ ਬਹੁਤ। ਮੈਂ ਸਮਝਦਾ ਵੀ ਟੈਕਸੀ ਚਲਾਉਣਾ ਵੀ ਇੱਕ ਬਹੁਤ ਵੱਡਾ ਆਰਟ ਆ। ਇਹ ਮੈਂ ਵੇਖਿਆ ਕਈ ਬੰਦੇ ਚਲਾਉਂਦੇ ਸਾਡੇ ਵੇਖੇ ਸੀਗੇ, ਉਹਦੇ ਵਿੱਚ ਕੁਝ ਗੋਰੇ ਵੀ ਹੈਗੇ ਸੀ, ਉਹ ਨਹੀਂ ਚਲਾ ਸਕਦੇ, ਨਹੀਂ ਸੀ ਪੈਸੇ ਬੁਲਾਉਂਦੇ ਉਹਨਾਂ ਕੋਲ। ਸਿਰਫ ਆਪਣੀ ਜਿਹੜੀ ਉਹਦੀ ਆਪਣੀ ਇਨਸਾਫ ਦਿਹਾੜੀ ਆ, ਉਹ ਵੀ ਉਹਨੇ ਜੋ ਨਹੀਂ ਪੈਸੇ ਬਣਦੇ, ਤੇ ਕਈ 3-3 ਗੁਣਾ ਪੈਸੇ ਬਣਾ ਜਾਂਦੇ ਸੀਗੇ। ਤੇ ਇਹ ਵੀ ਇੱਕ ਆਰਟ ਆ। ਇਹ ਜਿਹੜਾ ਮੈਂ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਗ੍ਰਹਿਣ ਕਰ ਲਿਆ। ਮੈਂ ਟੈਕਸੀ ਦੀ ਆਪਣੀ 8-9 ਸਾਲ ਚਲਾਈ ਆ, ਮੈਂ ਬਹੁਤ ਜ਼ਿਆਦਾ ਇੰਜੋਏ ਕੀਤਾ। ਤੇ ਦੂਜਾ ਗੱਲ ਹੈ, ਇੱਕ ਮੈਂ ਕੀਤਾ ਕੋਰਸ ਰੀਅਲ ਸਟੇਟ ਦਾ, ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ। ਦੇਖੋ ਜੀ, ਉਹ ਮੈਂ ਕੋਰਸ ਲਿਆ ਨਾ, 9 ਮਹੀਨੇ ਦਾ ਕਾਰਸਪੋਂਡੈਂਸ ਕੋਰਸ ਸੀਗਾ, ਤੇ ਕਿਤਾਬਾਂ ਪੜ੍ਹੀਆਂ ਤੇ ਉਹ ਦਿੰਦੇ ਸੀਗੇ ਤੁਹਾਨੂੰ, ਤੇ ਉਹਦੇ ਵਿੱਚ ਫੀਸ ਵੀ 1000 ਦੇ ਕਰੀਬ ਸੀ, $1000 ਦੀ ਸ਼ਾਇਦ ਟੋਟਲ ਉਹ ਲੈ ਲੈਂਦੇ ਸੀ ਪਹਿਲੋਂ ਹੀ। ਤੇ ਉਹਦੇ ਵਿੱਚ ਫਿਰ ਸਾਨੂੰ ਉਹ ਸਾਰਾ ਕਿਤਾਬਾਂ ਸਪਲਾਈ ਕਰਦੇ ਸੀਗੇ, ਕੈਲਕੂਲੇਟਰ ਉਹ ਸਾਰਾ ਦਿੰਦੇ ਸੀਗੇ ਫ੍ਰੀ, ਉਹਦੇ ਵਿੱਚ ਹੀ ਆ ਜਾਂਦਾ ਕਾਸ ਦੇ। ਤੇ 9 ਮਹੀਨਿਆਂ ਦੇ ਵਿੱਚ ਬਹੁਤ ਉਹ ਟਫ ਪੜ੍ਹਾਈ ਕਰਕੇ ਤੇ ਉਹ ਤਾਂ ਉਹ ਪੇਪਰ ਘਰ ਬੈਠੇ ਕਿ ਕਰੀ ਜਾਂਦਾ, ਕਿਤਾਬ ਹੀ ਸਾਹਮਣੇ ਪਈ ਹੁੰਦੀ। ਪਰ ਜਿੰਨਾ ਚਿਰ ਤੁਸੀਂ ਉਹ ਚੈਪਟਰ 2-3 ਪੜ੍ਹਦੇ ਨਹੀਂ, ਉਹਨਾਂ ਚਿਰ ਚੰਗੀ ਤਾਂ ਪੜ੍ਹਦੇ ਨਹੀਂ, ਉਹਨਾਂ ਦਾ ਜਵਾਬ ਨਹੀਂ ਦੇ ਸਕਦੇ। ਉਹ ਬੜੀ ਧਿਆਨ ਨਾਲ ਪੜ੍ਹਨਾ ਪੈਂਦਾ ਸੀ, ਬਹੁਤ ਮਿਹਨਤ ਕਰਨੀ ਪੈਂਦੀ ਸੀ। ਤੇ ਉਸ ਤੋਂ ਬਾਅਦ ਇਹਨਾਂ ਨੇ ਪਿੱਛੇ ਜੇ ਕਰਤਾ, ਪਿਛਲੇ 5-4 ਸਾਲ ਦੀ ਗੱਲ ਆ, ਆਪਣੀ ਕੰਪਨੀਆਂ ਨੇ ਆਉਂਦਾ ਤਾਂ ਜੀ ਅਸੀਂ ਰੀਅਲ ਸਟੇਟ ਦੇ ਕੋਰਸ ਕਰਾਉਣੇ ਆ, $500 ਲੈਂਦੇ ਆ, ਮਹੀਨੇ ਦੇ ਵਿੱਚ ਕੋਰਸ ਕਰਾ ਲੈਂਦੇ ਆ। ਹੁਣ ਇਹ ਦੱਸੋ ਕਿੱਥੇ ਸਾਨੂੰ ਜਿਹਦੇ 9 ਮਹੀਨੇ ਲੱਗੇ। ਫਿਰ ਸਾਡੇ ਬੜੇ ਬੜੇ ਵਕੀਲ ਉੱਥੋਂ ਵਿਕਟੋਰੀਆ ਤੋਂ ਆਉਂਦੇ ਹੁੰਦੇ ਸੀ, ਰਿਟਾਇਰਡ ਜੱਜ ਆਉਂਦੇ ਹੁੰਦੇ ਸੀ, ਉਹ ਸਾਨੂੰ ਲੈਕਚਰ ਦੇ ਦਿੰਦੇ ਸੀ ਯੂਨੀਵਰਸਿਟੀਆਂ ਜਾ ਕੇ। ਤੇ ਉਹਨਾਂ ਦੀਆਂ ਕਈ ਗੱਲਾਂ ਇਹੋ ਜਿਹੀਆਂ ਮੈਨੂੰ ਅਜੇ ਤਾਂ ਹੀ ਚੇਤੇ ਆ, ਬਹੁਤ ਹਾਸੇ ਇਹੋ ਜਿਹੇ ਕੇਸ ਹੁੰਦੇ ਆ, ਉਹ ਇਹੋ ਜਿਹੀਆਂ ਗੱਲਾਂ ਸੁਣਾਉਂਦੇ ਸੀਗੇ, ਕਈ ਵਾਰ ਬਹੁਤ ਹੀ ਹਾਸੇ ਵਾਲੀਆਂ ਹੁੰਦੀਆਂ ਸੀਗੀਆਂ ਜਿਹੜੀਆਂ ਉਹ ਰੇਡੀਓ ਤੇ ਨਹੀਂ ਸੁਣਾਈਆਂ ਜਾ ਸਕਦੀਆਂ। ਮਤਲਬ ਉਹ ਲਾਅ ਦੀ ਜਿਹੜੇ ਪੜ੍ਹਾਉਂਦੇ ਸੀ ਨਾ, ਲਾਅ ਵੀ ਪੜ੍ਹਾਇਆ ਜਾਂਦਾ ਸੀ, ਤੇ ਉਹ ਇੰਨੇ ਟਫ ਕੋਰਸ ਸੀਗੇ। ਤੇ ਹੁਣ ਜਿਹੜੇ ਉਹ ਕਹਿੰਦੇ ਅਸੀਂ ਮਹੀਨੇ ਦੇ ਵਿੱਚ 2-4 ਹਫ਼ਤੇ ਦੇ ਵਿੱਚ $500 ਲੈ ਕੇ ਆਪਣੀ ਕੰਪਨੀਆਂ ਖੋਲੀ ਬੈਠਿਆ ਤੇ ਉਹ ਲਾਇਸੈਂਸ ਦਿੰਦੇ। ਇਹ ਗੌਰਮੈਂਟ ਦਾ ਵੀ ਕਸੂਰ ਆ, ਉਹਨਾਂ ਨੂੰ ਕਿਉਂ ਇਸ ਤਰ੍ਹਾਂ ਅਲਾਓ ਕਰਦੇ ਹੋ? ਪਹਿਲਾਂ ਜਿਹੜਾ ਸਿਸਟਮ ਸੀ ਬਹੁਤ ਵਧੀਆ, ਤੇ ਇਸੇ ਤਰ੍ਹਾਂ ਬੜੀਆਂ ਵੱਡੀਆਂ ਜਿਹੜੀਆਂ ਰੀਅਲ ਸਟੇਟ ਦੇ ਵਿੱਚ ਸ਼ਿਕਾਇਤਾਂ ਹੁੰਦਾ ਵੀ ਕਿਉਂਕਿ ਅਨਪੜ੍ਹ ਲੋਕ ਆ ਅਸੀਂ ਸਾਡੇ, ਤੇ ਉਹ ਜਦੋਂ ਘਰ ਸੇਲ ਤੇ ਲਿਆਉਂਦੇ ਕੰਡੀਸ਼ਨ ਦੇ ਉੱਤੇ ਦਸਤਖਤ ਲਾਉਂਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਉੱਤੇ ਕੀ ਲਿਖਿਆ ਵਾ। ਜਦੋਂ ਉਹ ਕਮਿਸ਼ਨ ਦੇਣਾ ਪੈਂਦਾ ਫੇਰ ਅੱਖਾਂ ਖੋਲ੍ਹਦੀਆਂ, ਫਿਰ ਰੋਂਦੇ ਆ। ਮੇਰੇ ਕੋਲ ਆਏ ਕੇਸ 2-3 ਵਾਰ ਇਸ ਤਰ੍ਹਾਂ। ਮੈਂ ਕਿਹਾ ਮੈਂ ਕੀ ਕਰ ਸਕਦਾ? ਜਦੋਂ ਮੈਨੂੰ ਕਾਂਟੈਕਟ ਹੋਇਆ, ਮੈਂ ਕਿਹਾ ਤੇਰੇ ਤੇ ਦਸਤਖਤ ਹੋਏ ਇੱਥੇ, ਤੇ ਅਗਲਾ ਲਿਆ ਗਿਆ ਤੇਰਾ ਕਮਿਸ਼ਨ, ਉੱਥੇ ਕੀ ਕਰੇਗਾ ਤੂੰ? ਸਾਰਾ ਹੀ। ਸੋ ਇਹ ਸਾਡੀਆਂ ਗੌਰਮੈਂਟਾਂ ਦਾ ਕੰਟਰੋਲ ਇੱਥੇ ਵੀ ਘੱਟ ਆ। ਇਹ ਗੌਰਮੈਂਟਾਂ ਵੀ ਜਿਹੜੀਆਂ ਵਾ ਇੰਨਾ ਨਹੀਂ ਚਾਹੀਦੀਆਂ, ਬਹੁਤ ਜ਼ਿਆਦਾ ਉੱਤੇ ਚਾਹੀਦਾ ਵਾ ਉੱਤੇ ਡੰਡਾ ਵੀ ਉਹ ਜ਼ਰੂਰੀ ਆ ਵੀ ਇਹ ਹਰ ਇੱਕ ਚੀਜ਼ ਜਿਹੜੀ ਹੈ ਨਾ ਕਾਂਟੈਕਟ ਹੋਵੇ। ਹੁਣ ਜਿਸ ਤਰ੍ਹਾਂ ਹੁਣ ਆਪਾਂ ਘਰ ਬਣਾਉਣਾ ਵਾ, ਆਪਣਾ ਬੰਦਾ ਕੋਈ ਵੀ ਕਾਂਟੈਕਟ ਲਿਖ ਕੇ ਨਹੀਂ ਦਊਗਾ ਕੰਸਟਰਕਸ਼ਨ ਦੇ ਵਿੱਚ, ਕੋਈ ਵੀ। ਹਾਂਜੀ, ਇਹ ਗੌਰਮੈਂਟ ਨੂੰ ਕਾਨੂੰਨ ਬਣਾਉਣਾ ਚਾਹੀਦਾ, ਕੋਈ ਵੀ ਕੰਮ ਜਿਹੜਾ ਨਵਾਂ ਘਰ ਬਣਾਉਣਾ ਵਾ ਉਹ ਕਾਂਟਰੈਕਟ ਤੋਂ ਬਗੈਰ ਨਾ ਹੋਵੇ, ਔਰ ਉਹ ਸਾਰਾ ਕਾਂਟਰੈਕਟ ਜਿਹੜਾ ਵਾ ਉਹਦੇ ਵਿੱਚ ਕਿਹੋ ਜਿਹਾ ਮਟੀਰੀਅਲ ਯੂਜ਼ ਕਰਨਾ, ਕਿਸ ਤਰ੍ਹਾਂ ਬਣਾਉਣਾ, ਉਹਨੇ ਕੀ ਕਰਨਾ ਵਾ, ਸਭ ਕੁਝ ਉਹਦੇ ਹੀ ਲਿਖਿਆ ਹੋਵੇ। ਆਪਣੇ ਬੰਦੇ ਦਸਤਖਤ ਨਹੀਂ ਇਹ ਕਰਦੇ। ਮੈਂ ਇੱਥੇ ਵੇਖਿਆ ਵਾ, ਮੈਂ ਘਰ ਰੈਨੋਵੇਟ ਕਰਾਉਣਾ ਸੀਗਾ,
ਆਪਣੇ ਬੰਦੇ ਲਿਆਏ, ਉਹ ਕੋਈ ਦਸਤਖਤ ਕਰਕੇ ਅਸੀਂ ਮੈਂ ਗੋਰਿਆਂ ਦੀ ਕੰਪਨੀ ਹਾਰ ਕੀਤੀ, ਉਹਨਾਂ ਆਪ ਹੀ ਕਾਂਟੈਕਟ ਬਣਾਇਆ ਸੀ ਬੜਾ ਵਧੀਆ। ਉਸੇ ਵੇਲੇ ਉਹਨਾਂ ਲਿਖ ਕੇ ਦਿੱਤਾ, ਗਰੰਟੀ ਦਿੱਤੀ, ਤੇ ਜਿਹੜਾ ਸਾਡੇ 9 ਤੇ 10,000 ਮੰਗਦੇ ਸੀ ਉਹ 3,000 ਦੇ ਵਿੱਚ ਕੰਮ ਦੇ ਕੇ ਚਲੇ ਗਏ, ਕਿਉਂਕਿ ਉਹ ਪ੍ਰੋਫੈਸ਼ਨ। ਠੀਕ ਹੈ ਜੀ, ਥੈਂਕ ਯੂ। ਹੈਲੋ ਜੀ ਜੀ, ਹਾਂਜੀ ਮੈਂ ਕਸ਼ਮੀਰ ਸਿੰਘ ਬੋਲਦਾ ਜੀ। ਹਾਂਜੀ ਕਸ਼ਮੀਰ ਸਿੰਘ ਜੀ, ਆ ਜਾਓ, ਤੁਸੀਂ ਵੀ ਦੱਸੋ ਆਪਣਾ ਟਰੀ ਪਲਾਂਟਿੰਗ। ਹਾਂਜੀ ਗਿਰਦਾ ਏਦਾਂ ਹੈ ਜੀ, ਕੋਈ ਵੀ ਜਿਹੜਾ ਕੰਮ ਆਪਾਂ ਕਰਦੇ ਆ ਨਾ, ਪਹਿਲਾਂ ਤਾਂ 2-3 ਸਾਲ ਪੈਰ ਲੱਗਦੇ ਹੀ ਨੇਗੇ, ਬੜੇ ਔਖੇ ਲੱਗਦੇ ਆ। ਵੀ ਇਹ ਨੀ ਵੀ ਤੁਸੀਂ ਆਪਾਂ ਕੱਲ ਕੰਮ ਖੋਲਿਆ ਤਾਂ ਕਾਮਯਾਬ ਹੋ ਜਾਣਾ। ਕਾਮਯਾਬ ਬੰਦਾ ਹੁੰਦਾ ਜਿਵੇਂ 2-3 ਸਾਲ ਚ ਤਾਂ ਇਹ ਬਣਦੇ ਆ, ਬਸ ਰੋਟੀ ਪਾਣੀ ਚੱਲਦਾ ਹੁੰਦਾ ਹੈ। ਉਸ ਤੋਂ ਬਾਅਦ ਚ ਜਿਹੜੇ ਭਾਵੇਂ ਦੁਨੀਆ ਚ ਨਾ ਤੁਹਾਨੂੰ ਲੋਕ ਜਾਣਨ ਲੱਗ ਪੈਂਦੇ ਆ ਤੇ ਪੈਸੇ ਵੀ ਬਣਨ ਲੱਗ ਪੈਂਦੇ ਆ। ਜਿਹੜੇ ਹੁਣ ਬੰਦਾ ਕਈ ਵਾਰੀ ਕੰਪੀਟੀਸ਼ਨ ਆ, ਕੋਈ ਬੰਦਾ ਕਹਿੰਦਾ ਵੀ ਮੈਨੂੰ ਪ੍ਰਾਈਜ਼ ਵੀ ਇੰਨੀ ਦੇ ਗਿਆ ਵੀ ਇੰਨੇ ਤੁਸੀਂ ਕਰ ਸਕਦੇ ਕੰਮ, ਉਹਨੂੰ ਕਹਿੰਦੇ ਨਹੀਂ, ਜੇ ਤਾਂ ਨਹੀਂ ਪੁੱਗਦਾ ਨੂੰ ਜਵਾਬ ਦਿਓ ਵੀ ਮੈਂ ਨਹੀਂ ਕਰ ਸਕਦਾ। ਤੇ ਤੂੰ ਉਹ ਤੋਂ ਕਰਾ ਲਾ, ਜਿਹੜਾ ਬੰਦਾ ਕਰਨਾ ਉਹ ਤੋਂ ਕਰਾ ਲਾ। ਜੇ ਤੁਸੀਂ ਕੰਮ ਵਧੀਆ ਕਰੋ, ਕੰਮ ਦੀ ਕੁਆਲਿਟੀ ਹੋਵੇ, ਜੇ ਨਾ ਹੋਵੇ ਤੁਸੀਂ ਖਲਾਰਾ ਪਾ ਕੇ ਆ ਗਏ ਜਾਂ ਕਿਤੇ ਕੰਮ ਕਰਨ ਗਏ ਐਵੇਂ ਗੰਦ ਪਾਏ, ਅਗਲਾ ਇੱਕ ਵਾਰੀ ਕਰਾਉਂਦਾ ਮੁੜ ਕੇ ਨਹੀਂ ਲਾਗੇ ਲੱਗਦਾ। ਇਹਦੇ ਕਰਕੇ ਤੁਸੀਂ ਇਹ ਬਾਕੀ ਕੰਪੀਟੀਸ਼ਨ ਤਾਂ ਹੈਗਾ, ਕੰਪੀਟੀਸ਼ਨ ਉਹਨਾਂ ਚਿਰ ਜਿੰਨਾ ਚਿਰ ਤੁਸੀਂ ਨਵੇਂ ਬਾਅਦ ਜਦੋਂ ਤੁਹਾਨੂੰ ਦੁਨੀਆ ਜਾਣਨ ਲੱਗ ਪੈਂਦੀ ਆ ਵੀ ਲੋਕ ਜਿਹੜੇ ਬਹੁਤ ਘੱਟ ਪ੍ਰਾਈਸਾਂ ਲੈਂਦੇ ਆ, ਲੋਕ ਕਹਿੰਦੇ ਨਹੀਂ ਉਹ ਜਾਣਦੇ, ਉਹ ਤੋਂ ਬੜਾ ਕੰਮ ਕਰਾ ਲਓ, ਛੱਡੋ ਪਰੇ। ਇਹਦੇ ਕਰਕੇ ਵੱਧ ਤੋਂ ਵੱਧ ਕੋਸ਼ਿਸ਼ ਕਰੋ। ਸਾਰੇ ਨਹੀਂ ਇਹ ਵੀ ਆਪਾਂ ਕਹੀਏ ਵੀ ਪੈਸੇ ਵੀ ਲੋਕ ਦਿੰਦੇ ਆ, ਸਾਰਾ ਕੁਝ ਕਰਦੇ ਆ, ਜਿਹੜਾ ਨਹੀਂ ਤੁਹਾਨੂੰ ਪੁੱਗਦਾ ਉਹਨੂੰ ਜਾਗੋ ਨਾ, ਤੁਸੀਂ ਉਹਨੂੰ ਛੱਡੋ, ਉਹ ਤੁਹਾਨੂੰ ਮੂੰਹ ਹੀ ਨਾ ਕਰੋ। ਇਹਦੇ ਕਰਕੇ ਅਸੀਂ ਉਹ ਕਰਦੇ ਹੀ ਆ, ਰੋਜ਼ ਕਰਦੇ ਆ ਕੰਮ। ਠੀਕ ਹੈ, ਜਿੰਨੇ ਕੁ ਬੰਦੇ 20 ਸਾਲ ਤੋਂ ਜੁੜੇ ਉਹ ਗਾਹ ਦੇ ਗਾਹ ਦੱਸੀ ਜਾਂਦੇ ਆ, ਕਰੀ ਜਾਂਦੇ ਆ, ਨਾ ਕੋਈ ਐਡ ਪਾਈ ਹੋਇਆ, ਨਾ ਕੋਈ ਲੈਣਾ ਦੇ ਲਓ ਤੁਸੀਂ ਕਦੀ, ਅਸੀਂ ਉਹ ਗਾਹ ਦੇ ਗਾਹ ਕੋਈ ਦੱਸੀ ਜਾਂਦੇ ਆ। ਇਹਦੇ ਕਰਕੇ ਕੰਮ ਵਧੀਆ ਦੀ ਗੱਲ ਆ ਜੀ। ਇੱਕ ਬੰਦੇ ਦੀ ਜਿਹੜੀ ਬੋਲਬਾਣੀ ਜਾਂ ਕੁਛ ਵਾ, ਕੋਸ਼ਿਸ਼ ਕਰੋ ਆਪਣੀ ਜਿਹੜੀ ਜ਼ਬਾਨ ਐਨ ਠੀਕ ਰੱਖਣਾ। ਕਈ ਵਾਰੀ ਬੰਦਾ ਥੋੜਾ ਬਹੁਤ ਘੱਟ ਕੌੜਾ ਬੋਲਦਾ ਵੀ ਉਹ ਤੋਂ ਵੀ ਕੰਮ ਜਾਂਦਾ ਹੈ। ਓਕੇ ਜੀ, ਗੱਲ ਸਰ, ਥੈਂਕ ਯੂ ਜੀ। ਸਾਹਿਬ ਮਨਪ੍ਰੀਤ ਸਿੰਘ, ਲਾਈਨ ਨੰਬਰ 5। ਰਾਣਾ ਜੀ, ਲਾਈਨ ਨੰਬਰ 2। ਗੁਰਪ੍ਰੀਤ ਸਿੰਘ ਜੀ, ਲਾਈਨ ਨੰਬਰ 3। ਹਾਂਜੀ ਗਿੱਲ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਭਾਈ ਸਾਹਿਬ, ਹਾਂਜੀ ਭਾਈ ਸਾਹਿਬ, ਪਹਿਲਾਂ ਤਾਂ ਤੁਹਾਡਾ ਧੰਨਵਾਦ, ਤੁਸੀਂ ਬਹੁਤ ਜਸੀਲਾ ਪ੍ਰੋਗਰਾਮ ਲੈ ਕੇ ਆਏ 6 ਜੂਨ ਤੇ। ਬਹੁਤ ਗੱਲਾਂ ਦੀ ਜਿਹੜੀ ਮਤਲਬ ਚਾਨਣੇ ਪਾਏ, ਜਿਹੜੇ ਗੱਲਾਂ ਤੇ ਬਹੁਤ ਕੁਛ ਸਿੱਖਣ ਨੂੰ ਮਿਲਦਾ, ਕਿਉਂਕਿ ਅਸੀਂ ਪੜ੍ਹਦੇ ਵੀ ਘੱਟ ਆ, ਇੱਕ ਸਮਾਂ ਹੁੰਦਾ ਦਾ, ਤੇ ਪਰ ਟਰਾਈ ਕਰਾਂਗੇ ਹੁਣ ਨੈਕਸਟ ਪੜ੍ਹਨ ਵਾਸਤੇ। ਸੋ ਤੁਹਾਡਾ ਧੰਨਵਾਦ। ਤੇ ਨੰਬਰ 2 ਤੇ ਤੁਸੀਂ ਗੱਲ ਕਹੀ ਆ ਕਿ ਆਪੋ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ, ਹੈ ਨਾ ਜੀ। ਤਾਂ ਪਿਛਲੇ 5 ਸਾਲਾਂ ਤੋਂ ਮੈਂ ਟਰੱਕ ਚਲਾ ਰਿਹਾ ਆ, ਤੇ ਬਹੁਤ ਗੱਲਾਂ ਇੱਦਾਂ ਹੁੰਦੀਆਂ ਜਦੋਂ ਤੁਸੀਂ ਟਰੱਕ ਕਿਸੇ ਤੋਂ ਸਿੱਖਦੇ ਹੋ, ਜਦੋਂ ਉਹ ਹੈਪਨ ਨਹੀਂ ਹੋਏ ਹੁੰਦੇ ਤੁਹਾਡੇ ਨਾਲ, ਉਦੋਂ ਨਹੀਂ ਸਿੱਖਣ ਨੂੰ ਮਿਲਦਾ। ਜਦੋਂ ਤੁਸੀਂ ਇਕੱਲੇ ਆ ਜਾਂ ਉਹ ਹੈਪਨ ਹੋ ਜਾਵੇ ਤੁਹਾਡੇ ਨਾਲ, ਉਦੋਂ ਪਤਾ ਲੱਗਦਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆ, ਆਪਣੇ ਐਸ਼ਲੈਂਡ ਵਾਲੀ ਪਹਾੜੀ ਚੜ੍ਹਦਾ ਸੀ, ਸਵੇਰ ਦੇ 4:30-5 ਵਜੇ ਦਾ ਟਾਈਮ ਸੀ, ਸਿਆਲਾਂ ਦਾ ਦਿਨ, ਉੱਤੋਂ ਸਨੋ ਪਵੇ ਜੀ, ਤੇ ਮੇਰੇ ਤੁਰੇ ਜਾਂਦਾ ਟਰੱਕ ਸਾਰਾ ਸ਼ੈਡ ਡਾਊਨ ਹੋ ਗਿਆ, ਲਾਈਟਾਂ ਬੰਦ, ਟਰੱਕ ਬੰਦ, ਸਾਰਾ ਕੁਛ। ਮੈਨੂੰ ਕੋਈ ਮੈਂ ਇਹ ਕੀ ਹੋ ਗਿਆ, ਚੜ੍ਹਦਾ ਪਿਆ ਸੀ ਮੈਂ ਹਿੱਲ ਤੇ ਬਾਣੀ ਪੜ੍ਹ ਰਿਹਾ ਸੀ ਨਿਤਨੇਮ ਦਾ ਟਾਈਮ। ਮੇਰਾ ਇੱਕ ਦਿਮਾਗ ਕੰਮ ਕੀਤਾ ਕਿ ਮੈਂ ਸਾਈਡ ਨੂੰ ਖਿੱਚ ਲਵਾਂ। ਪਹਿਲੋਂ ਤਾਂ ਮੈਂ ਸਾਈਡ ਨੂੰ ਖਿੱਚਿਆ, ਰਾਈਟ ਸਾਈਡ ਨੂੰ, ਟਰੱਕ ਤੇ ਸਾਈਡ ਤੇ ਲਾ ਕੇ ਬੰਦ ਕਰਤਾ, ਬ੍ਰੇਕਾਂ ਖਿੱਚਦੀਆਂ। ਉਸ ਤੋਂ ਬਾਅਦ ਪਿੱਛੇ ਟਰੱਕ ਚੜੇ ਆਉਂਦੇ ਸੀ, ਮੇਰੇ ਕੋਲ 4-ਵੇ ਫਲੈਸ਼ਰ ਵੀ ਨਹੀਂ, ਕੁਛ ਵੀ ਨਹੀਂ ਚੱਲਣਾ ਸੀ, ਕਿਉਂਕਿ ਸ਼ਟ ਡਾਊਨ ਹੀ ਹੋ ਗਿਆ ਟੋਟਲ। ਤਾਂ ਮੇਰੇ ਕੋਲ ਜਿਹੜੀ ਲਾਈਟ ਸੀ, ਜਿਹੜੀ ਟਾਰਚ ਜਿਹਨੂੰ ਆਪਾਂ ਕਹਿੰਦੇ, ਤੇ ਉਹ ਮੈਂ ਜਗਾ ਕੇ ਜਿਹੜੇ ਪਿੱਛੇ ਟਰੱਕ ਆ ਰਹੇ ਸੀ ਉਹਨਾਂ ਨੂੰ ਸਾਈਡ ਤੇ ਕੀਤਾ। ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਆਪਣੇ ਅੰਕਲ ਜੀ ਜਾਂ ਮਾਸੜ ਜੀ ਆਪਣੇ, ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਆਹ ਹੈਪਨ ਹੋਇਆ। ਕਹਿੰਦੇ ਹੋ ਸਕਦਾ ਤੇਰਾ ਫਿਊਜ਼ ਉੱਡ ਗਿਆ ਪਹਿਲੋਂ, ਤੇ ਉਹਨਾਂ ਨੇ ਹੋਰ ਗੱਲਾਂ ਕਹੀਆਂ, ਪਰ ਮੈਂ ਕਿਹਾ ਟੋਟਲੀ ਸ਼ਟ ਡਾਊਨ ਹੋ ਗਿਆ, ਮਤਲਬ ਲਾਈਟਾਂ ਵੀ ਨਹੀਂ ਆਨ ਹੋ ਰਹੀਆਂ, ਕੁਛ ਵੀ ਨਹੀਂ। ਉਹ ਕਹਿੰਦੇ ਫਿਊਜ਼ ਉੱਡਿਆ ਹੋਣਾ। ਉਹਨਾਂ ਨੇ ਮੈਨੂੰ ਦੱਸਿਆ, ਉਸ ਵੇਲੇ ਸਵੇਰੇ ਉਹ ਸੁੱਤੇ ਸੀ, ਤੇ ਉਹਨਾਂ ਨੇ ਮੈਨੂੰ ਦੱਸਿਆ ਏਦਾਂ ਕਰ, ਮੇਨ ਸਵਿਚ ਤੇ ਉਹਦਾ ਚੈੱਕ ਕਰ, ਏਦਾਂ ਸਾਰਾ ਉਹਨਾਂ ਨੇ ਜਾ ਕੇ ਫੋਨ ਤੇ ਸਮਝਾਇਆ। ਅੱਧਾ ਘੰਟਾ ਲੱਗਾ। ਗਿੱਲ ਸਾਹਿਬ ਮੈਂ ਲੱਕੀ ਸੀ, ਉਹ ਮੇਰਾ ਫਿਊਜ਼ ਹੀ ਸੜਿਆ ਸੀ, ਤੇ ਮੈਂ ਉਹਨੂੰ ਡਾਇਰੈਕਟ ਕਰਤਾ। ਫਿਊਜ਼ ਉਸ ਵੇਲੇ ਹੈ ਨਹੀਂ ਮੇਰੇ ਕੋਲੇ। ਡਾਇਰੈਕਟ ਕਰਕੇ ਜਦੋਂ ਮੈਂ ਵੇਖਿਆ ਕਰੰਟ ਆ ਰਿਹਾ ਆ ਤਾਰਾਂ ਦੇ ਵਿੱਚ, ਡਾਇਰੈਕਟ ਕਰਕੇ ਉਹ ਸਾਰਾ ਕੁਝ ਚੱਲ ਪਿਆ, ਲਾਈਟਾਂ ਵੀ ਚੱਲ ਪਈਆਂ, ਟਰੱਕ ਵੀ ਸਟਾਰਟ ਹੋ ਗਿਆ। ਸੋ ਜੇ ਉਹ ਨਾ ਮੈਨੂੰ ਦੱਸਦੇ ਜਾਂ ਮੈਂ ਨਾ ਪੁੱਛਦਾ, ਜੇ ਮੈਂ ਉਹ ਮੰਨ ਲਓ
ਕੰਪਨੀ ਦਾ ਟਰੱਕ ਹੁੰਦਾ ਤੇ ਮੈਂ ਕਹਿਣਾ ਸੀ ਯਾਰ ਛੱਡ ਕਿਤੇ ਪੰਗਾ ਲੈ ਕੰਪਨੀ ਵਾਲਿਆਂ ਨੂੰ ਫੋਨ ਕਰ ਹਨਾ, ਆਪੇ ਟੋ ਕਰਾਉਣ ਜੋ ਮਰਜ਼ੀ ਕਰਾਉਣ। ਹਾਂਜੀ, ਤੇ $100-150 ਮਤਲਬ ਅਮਰੀਕਨ $150 ਤੋਂ ਉੱਤੇ ਆ ਜਿਹੜਾ 1 ਘੰਟੇ ਦੀ ਉਹ ਲੇਬਰ ਚਾਰਜ ਕਰਦੇ ਆ ਟੋ ਦੀ। ਠੀਕ ਹੈ ਜੀ, ਉਹਨਾਂ ਨੇ ਉੱਥੋਂ ਸ਼ੁਰੂ ਕਰ ਦੇਣਾ ਹੁੰਦਾ ਟਾਈਮ ਜਿੱਥੋਂ ਤੁਰਨਾ ਆ। ਠੀਕ ਹੈ ਜੀ, ਤਾਂ ਉਹ ਮਹਾਰਾਜ ਦੀ ਮਿਹਰ ਐਸੀ ਹੋਈ ਉਹ ਚੱਲ ਪਿਆ ਤੇ ਉਹ ਮਤਲਬ ਮੈਂ ਆਪ ਹੀ ਸੋਚ ਲਿਆ ਉਹ ਫਿਊਜ਼ ਆਪੇ ਹੀ ਮੈਂ ਮੁੜ ਕੇ ਚੇਂਜ ਕੀਤਾ। ਹੁਣ ਰੀਸੈਂਟਲੀ ਕੱਲ ਦੀ ਗੱਲ ਆ, ਮੇਰਾ 4-ਵੇ ਫਲੈਸ਼ਰ ਨਹੀਂ ਚੱਲਦਾ ਸੀ। ਠੀਕ ਹੈ ਜੀ, ਮੈਂ ਬਾਏ ਕੀਤਾ 4-ਵੇ ਫਲੈਸ਼ਰ, YouTube ਤੇ ਗਿਆ ਕਿ ਕਿੱਦਾਂ ਇਹ ਚੇਂਜ ਕਰਨਾ, ਟਰਾਈ ਕੀਤੀ ਗੂਗਲ ਤੇ। ਉਹਨਾਂ ਨੇ ਇੱਕ ਮਕਸੀਕੇ ਦੀ ਹੈਗੀ ਸੀ ਵੀਡੀਓ ਫੋਰਮੈਨ ਦੀ, ਉਹਨੇ ਦੱਸਿਆ ਕਿੱਦਾਂ ਚੇਂਜ ਕਰਨਾ। ਗਿੱਲ ਸਾਹਿਬ ਕੁਛ ਨਹੀਂ, ਇੱਕ ਪੱਟੀ ਆ ਉਹ ਮਤਲਬ ਉਹਦੇ ਲੋਕ ਲੱਗੇ ਹੁੰਦੇ, ਲੋਕ ਓਪਨ ਕਰਕੇ ਤੇ 2 ਸਿਰਫ ਨਟ ਨੇ, ਛੋਟੇ ਸਕਰੂ ਆ, ਉਹ ਖੋਲ ਕੇ ਤੇ ਉਹ ਚੇਂਜ ਕਰਨਾ। ਜੇ ਮੈਂ ਉਹ ਚੇਂਜ ਕਿਸੇ ਤੋਂ ਕਰਵਾਉਂਦਾ ਮਿੰਟ 5 ਦਾ ਕੰਮ ਆ, ਅਗਲੇ ਨੇ $50 ਮਾਂਜ ਲੈਣੇ, ਦੇ ਅੱਧੇ ਘੰਟੇ ਦੀ ਲੇਬਰ। ਸੋ ਜਦੋਂ ਤੱਕ ਤੁਸੀਂ ਆਪ ਹੱਥੀਂ ਕੁਛ ਕਰਦੇ ਨਹੀਂ ਉਦੋਂ ਤੱਕ ਨਹੀਂ ਤੁਹਾਨੂੰ ਪਤਾ ਲੱਗਦਾ। ਧੰਨਵਾਦ ਜੀ। ਧੰਨਵਾਦ ਜੀ, ਧੰਨਵਾਦ। ਗੁਰਪ੍ਰੀਤ ਸਿੰਘ ਇੱਕ ਹੋਰ ਲਾਈਨ ਹੋਰ। We're sorry. All circuits. ਇੰਦਰਪ੍ਰੀਤ ਸਿੰਘ ਟਵਾਣਾ ਜੀ, ਲਾਈਨ ਨੰਬਰ 2। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਟਵਾਣਾ ਸਾਹਿਬ। ਉਸਤਾਦ ਦੀ ਚੜਾਈ ਹੈ ਬੜੀ ਜ਼ਰੂਰੀ ਹੈ ਗਿੱਲ ਸਾਹਿਬ, ਟਰੱਕਿੰਗ ਦੇ ਵਿੱਚ ਵੀ ਨਾ। ਇਹਨੂੰ ਮੇਰੇ ਇੱਥੇ ਮੁੰਡਾ ਸੀਗਾ ਆਪਣਾ ਕਪੂਰਥਲੇ ਦਾ, ਚਲੋ ਮੈਨੂੰ ਉਹਨੇ ਟਰੱਕ ਤੇ ਚੜਾਇਆ 15 ਦਿਨ, ਮੈਨੂੰ ਭੱਜ ਕੇ ਵੀ ਪੈ ਜਾਣਾ ਉਹਨੇ ਕਈ ਵਾਰੀ, ਤੇ ਫਿਰ ਸ਼ਾਮ ਨੂੰ ਪਲੋਸ ਵੀ ਲੈਣਾ ਉਹਨੇ ਨਾ, ਵੀ ਕਹਿੰਦਾ ਵੀ ਇਹ ਜ਼ਰੂਰੀ ਹੈ ਇਹ ਚੀਜ਼ ਹੈ ਨਾ। ਤੇ ਐਂਡ ਦੇ ਵਿੱਚ ਗਿੱਲ ਸਾਹਿਬ 2-3 ਵਾਰੀ, ਜਿਵੇਂ ਹੁਣ ਸਾਡੇ ਇੱਥੇ ਡਾਊਨਟਾਊਨ 'ਚ ਐਲ ਬਣਾ ਕੇ ਜਦੋਂ ਬੈਕ ਲਾਉਣੀ ਹੈ ਚੀਜ਼, ਤੇ ਬੜੀ ਵਾਰੀ ਗਲੈਡ ਜਨਤਾ ਤੋੜ ਲੈਂਦੀ ਹੈ ਨਾ, ਜਿਵੇਂ ਲਾਲ ਵਾਲਾ ਜਿਹੜਾ ਆਪਣਾ ਦੂਸਰਾ ਜਾਂ ਗਲੈਡ ਟੁੱਟ ਗਿਆ ਨਾ, ਤੇ ਜਿਵੇਂ ਟਰੱਕ ਵਾਲਾ, ਤੇ ਫਿਰ ਦੂਸਰੇ ਕਈ ਪਤਾ ਹੀ ਨਹੀਂ ਹੁੰਦਾ ਸੀਗਾ। ਫਿਰ ਹੌਲੀ ਚੀਜ਼ਾਂ ਦੇਖ ਕੇ ਵੀ ਭਾਈ ਮੈਕਸੀ ਲਾ ਕੇ ਉਹਨੂੰ ਮੂਵ ਕਰ ਸਕਦੇ ਆ, ਐਟਲੀਸਟ ਤੁਸੀਂ ਪ੍ਰੋਬਲਮ 'ਚੋਂ ਨਿਕਲੋ। ਹੁਣ ਨਵੇਂ ਮੁੰਡੇ ਆ ਰਹੇ ਨੇ, ਇਹਨਾਂ 'ਚ ਬਹੁਤ ਪ੍ਰੋਬਲਮ ਆ ਰਹੀ ਹੈ ਗਿੱਲ ਸਾਹਿਬ। ਕਈਆਂ ਤਾਂ ਚਾਸੀਆਂ ਨਹੀਂ ਬੰਦ ਹੁੰਦੀਆਂ ਸਨੋ ਦੇ ਵਿੱਚ, ਸਿਲਕਦੀ ਫਿਰੀ ਜਾਂਦੀਆਂ ਨੇ, ਉਹ ਫਿਰ ਉਹ ਮਤਲਬ ਭਜਾ ਕੇ ਮੈਕਸੀ ਲਾ ਫੇਰ ਬੰਦ ਹੁੰਦੀਆਂ ਨੇ ਚਾਸੀਆਂ ਪ੍ਰੈਸ਼ਰ ਦੇ ਨਾਲ ਨਾ। ਤੇ ਨਹੀਂ ਸਨੋ ਦੇ ਵਿੱਚ ਬੰਦਾ ਪਿੱਛੇ ਭੀੜ ਮਤਲਬ ਬਲੌਕ ਕਰਕੇ ਸਾਰਾ ਖੜਾ ਰਹਿੰਦਾ, ਨਾਲੇ ਤਾਂ ਬੰਦਾ ਖੱਪਾ ਖੂਨ ਹੁੰਦਾ। ਮਤਲਬ ਇਹ ਚੀਜ਼ਾਂ ਗਲਤੀਆਂ ਕਰਕੇ ਐਕਸੀਡੈਂਟ ਵੀ ਹੁੰਦੇ ਨੇ, ਸਾਰਾ ਕੁਝ ਹੁੰਦਾ। ਤੇ ਦੂਜੀ ਗਿੱਲ ਸਾਹਿਬ ਆਪਣੇ ਨਾ ਕੰਮਾਂ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਦੀ ਗੱਲ ਜਿਹੜੀ ਤੁਸੀਂ ਕਰਦੇ ਸੀਗੇ, ਪ੍ਰੋਫੈਸ਼ਨਲਿਜ਼ਮ ਦੇ ਵਿੱਚ ਬਾਈ ਜੀ ਜਿਹੜੀ ਕਸਟਮਰ ਸਰਵਿਸ ਹੈ ਨਾ, ਉਹਨੂੰ ਕੋਈ ਵੀ ਬੰਦਾ ਉਹ ਨਹੀਂ ਦਿੰਦਾ ਹੈਗਾ ਜਿਹੜੀ ਆਪਾਂ ਕਹਿ ਸਕਦੇ ਇੰਪੋਰਟੈਂਸ। ਉਹ ਕਹਿੰਦੇ ਕੋਈ ਨਹੀਂ ਕੰਮ ਹੋ ਗਿਆ, ਜਿਵੇਂ ਹੁਣ ਮੰਨ ਲਓ ਕੋਈ ਪੇਵਿੰਗ ਕਰ ਰਿਹਾ, ਅਗਲਾ ਨੇ ਝਾੜੂ ਮਾਰੇ, ਖਿਸਕਣ ਦੀ ਗੱਲ ਕਰਦੇ ਨੇ ਜਦੋਂ ਕੰਮ ਨਿਬੜਦਾ ਨਾ। ਤੇ ਉਸ ਤੋਂ ਬਾਅਦ ਮੈਂ ਇੱਕ ਗੱਲ ਦੇਖੀ ਆ, ਹੁਣ ਇੱਥੇ ਵੀ ਇੱਕ ਮੁੰਡਾ ਕੰਮ ਕਰਦਾ, ਉਹਨੇ ਟੋਰਾਂਟੋ, ਚਲੋ ਆਪਾਂ ਨਾਮ ਤਾਂ ਕੀ ਲੈਣਾ, ਉਹ ਬਣਾਉਂਦੇ ਨੇ ਮਤਲਬ ਫਰਨੀਚਰ ਵਗੈਰਾ। ਉਹਦੀ ਐਡ ਦੇ ਵਿੱਚ ਉਹ ਕਹਿੰਦਾ ਜੀ ਮੇਰਾ ਫਰਨੀਚਰ ਤੁਸੀਂ ਸਸਤੇ ਦੀ ਗੱਲ ਨਾ ਕਰਿਓ, ਗਰੰਟੀ ਮੈਂ ਪੂਰੀ ਦਊਂਗਾ। 150 ਮਹਿੰਗਾ ਹੋ ਸਕਦਾ। ਲੋਕਾਂ ਨੇ ਇੰਨਾ ਉਹਨੂੰ ਬਿਜ਼ੀ ਕਰਤਾ ਵੀ ਅਗਲਾ ਕਹਿੰਦਾ ਇਮਾਨਦਾਰ ਹੈ। ਇੱਕ ਜਿਹੜੇ ਹੁਣ ਪ੍ਰਾਈਸ ਵੀ ਕਹਿਣਾ ਨਾ 1500 ਦੀ ਚੀਜ਼ ਹੈ ਜੀ, ਹੁਣ ਅਸੀਂ 500 ਦੀ ਲਾਤੀ, 600 ਦੀ ਲਾਤੀ, ਉਹਦਾ ਵੀ ਨੈਗੇਟਿਵ ਇੰਪੈਕਟ ਪੈਂਦਾ। ਮੈਂ ਦੇਖਿਆ ਜਦੋਂ ਬੰਦਾ ਤੁਸੀਂ ਡਿਸਕਾਊਂਟ ਦੇ ਦਿੰਦੇ ਹੋ ਜਿਹੜਾ ਕਿ ਮਤਲਬ ਸੱਚ ਜਿਹਾ ਨਹੀਂ ਲੱਗਦਾ, ਅਗਲਾ ਕਹਿੰਦਾ ਇਹਦਾ ਮਤਲਬ ਪਹਿਲਾਂ ਸਾਨੂੰ ਲੁੱਟੀ ਹੋ ਗਏ। ਮੈਨੂੰ ਤਾਂ ਉਹਦਾ ਵੀ ਨੈਗੇਟਿਵ ਜੇ ਮਤਲਬ ਕਲੀਅਰ ਕੱਟ ਹੋਣੀ ਚਾਹੀਦੀ ਹੈ। ਤੇ ਕਸਟਮਰ ਸਰਵਿਸ ਬਾਈ ਜੀ, ਜੇ ਰਾਤ ਨੂੰ ਤੁਸੀਂ 1-2 ਵਾਰੀ ਕਿਸੇ ਬੰਦੇ ਕੋਲ ਚਲੇ ਗਏ ਨਾ, ਉਹ ਸਾਰੀ ਉਮਰ ਵਾਸਤੇ ਤੁਹਾਡੇ ਨਾਲ ਬੰਨਿਆ ਜਾਂਦਾ। ਹੁਣ ਜਿਹੜੇ ਬੰਦੇ ਟਿਕਟਾਂ ਦੇ ਫਸਦੇ ਨੇ, ਹੁਣ ਤੁਸੀਂ ਦੇਖੋ ਟਿਕਟਾਂ ਵਾਲਿਆਂ ਦੇ ਲੋਕ ਫਿਰ ਬਾਅਦ 'ਚ ਤੁਹਾਨੂੰ ਵੀ ਕਾਲਾਂ ਆਉਂਦੀਆਂ ਨੇ, ਔਨਲਾਈਨ ਲੈ ਲਈ, ਨਾਮ ਗਲਤ ਪਾ ਲਿਆ। ਗਿੱਲ ਸਾਹਿਬ ਆਪਣਾ ਤਾਂ ਇੱਕੋ ਬੰਦਾ ਭਰੋਸਾ, ਉਹਨੂੰ ਕਹਿ ਦੇਣਾ, ਅਗਲੇ ਦਾ ਵੀ ਵਿਸ਼ਵਾਸ ਹੈ, ਅਗਲੇ ਨੇ 20-50 ਵਿੱਚੋਂ ਰੱਖਣੇ ਨੇ, ਚਾਹੇ ਰਾਤ ਨੂੰ 2 ਵਜੇ ਉਹਨੂੰ ਕਾਲ ਕਰ ਲਓ। ਸੋ ਕਿਤੇ ਨਾ ਕਿਤੇ ਖੜਨਾ ਪੈਂਦਾ, ਕਸਟਮਰ ਸਰਵਿਸ ਦੇ ਕੇ ਬੰਦੇ ਨੂੰ ਕੀਲਿਆ ਜਾ ਸਕਦਾ ਬਾਈ ਜੀ। ਸਭ ਤੋਂ ਬੜੀ ਮੇਨ ਚੀਜ਼ ਹੈ ਤੁਹਾਡੇ ਕੰਮ ਦੇ ਨਾਲੋਂ ਵੀ ਬਾਈ ਜੀ। ਧੰਨਵਾਦ। ਧੰਨਵਾਦ ਟਵਾਣਾ ਸਾਹਿਬ। ਕੰਗ ਸਾਹਿਬ, ਲਾਈਨ ਨੰਬਰ 5। ਗਿੱਲ ਸਾਹਿਬ ਤੁਸੀਂ ਇਹ ਮੁੱਦਾ ਲਿਆਉਂਦੇ ਰਹਿੰਦੇ ਆ ਤਾਂ ਬੜੀ ਜਾਗਰਤੀ ਆਉਂਦੀ ਲੋਕਾਂ ਨੂੰ, ਧੰਨਵਾਦ ਤੁਹਾਡਾ। ਤਾਂ ਦੂਜੀ ਗੱਲ ਮੈਂ ਇਹ ਕਹਿਣੀ ਚਾਹੁੰਦਾ, ਸਾਡੇ ਪੰਜਾਬੀ ਜਾਂ ਭਾਈ ਉੱਦਾਂ ਵੀ ਹਿੰਦੁਸਤਾਨ ਦੇ ਜਿਹੜੇ ਬੰਦੇ ਕੋਈ ਵੀ ਆ ਲਾ ਲਓ, ਜੇ ਨਾ ਥੋੜਾ ਜਿਹਾ ਨਾ ਇਹ ਆਪਣੇ ਪ੍ਰੋਫੈਸ਼ਨ ਪ੍ਰਤੀ ਜਾਗਰਤ ਹੋਏ ਜਾਂ ਕਿੱਦਾਂ ਵੀ ਇਮਾਨਦਾਰ ਨਾ ਹੋਏ ਤੇ ਆਪਣਾ ਇਹ ਭੱਠਾ ਬਹਿਣ ਲੱਗ ਪੈਣਾ। ਲੋਕਾਂ ਨੇ ਫਿਰ ਦੂਜੇ ਪਾਸੇ ਨੂੰ ਜਾਣਾ। ਕਿਸੇ ਲਾਈਨ 'ਚ ਵੀ ਲੈ ਲਓ, ਮਕੈਨਿਕੀ 'ਚ ਲੈ ਲਓ, ਟਰੱਕਿੰਗ ਲਾਈਨ 'ਚ, ਡਰਾਈਵਰੀ ਤਾਂ ਚਲੋ ਪੂਰੀ ਸਿੱਖੋਗੇ ਤਾਂ ਇਹ ਸੂਟ ਆਉਂਦਾ, ਨਹੀਂ ਤਾਂ ਭਾਈ ਸਾਹਿਬ ਦੱਸ ਹੀ ਗਏ ਵੀ ਕੀ ਕੰਮ ਖਰਾਬ ਹੁੰਦਾ। ਮਕੈਨਿਕ ਲੈ ਲਓ, $100 ਚਾਰਜ ਕਰਦੇ ਆ, ਜਿਹਨੂੰ ਬੰਦੇ ਨੂੰ ਪੇਚ ਨਹੀਂ ਕੱਸਣਾ ਆਉਂਦਾ ਉਹ $15 ਤੇ ਹਾਇਰ ਕਰਦੇ ਆ। ਹਾਂਜੀ, ਮੇਰੇ ਨਾਲ ਕਈ ਵਾਰੀ ਕੰਮ ਹੋਇਆ, ਮੰਨ ਲਓ ਟਾਇਰ ਖੁੱਲਣੋਂ ਹੀ ਬਚੇ। ਅੱਛਾ ਕੀ ਕਰੋਗੇ ਉੱਥੇ ਤੁਸੀਂ, ਕੀ ਕਹਿ ਲਓਗੇ? ਤੇ ਜੇ ਅੱਛਾ ਘਰ ਮੈਂ ਹੁਣ ਜੇ ਬਣਾ ਕੇ ਦੇਖਿਆ, ਉਹਦੇ ਵਿੱਚ ਵੀ ਮੈਨੂੰ ਲੱਗਦਾ ਵੀ ਮੈਂ ਵਾਲ ਹੀ ਪੱਟੇ ਆ। ਤੁਸੀਂ ਜੇ ਕਹੋਗੇ ਵਿਆਹ ਯਾਰ ਏਦਾਂ ਉਹ ਯਾਰ ਅੱਜ ਦੇ ਕਰਦੇ ਆ 20 ਸਾਲ ਭਾਜੀ, 20 ਸਾਲ ਤੋਂ ਘੱਟ ਦਾ ਐਕਸਪੀਰੀਅੰਸ ਦੱਸਦੇ ਹੀ ਨਹੀਂ।
ਹਾਂਜੀ ਦੇਖੋ 20 ਤੋਂ ਥੱਲੇ ਨਹੀਂ 20 ਤੋਂ ਥੱਲੇ ਨਹੀਂ ਖੜਦੇ 20 ਤੋਂ ਥੱਲੇ ਨਹੀਂ ਛੱਡਦੇ ਨਹੀਂ। ਉਹ ਤੋਂ ਮੈਂ ਇੱਕ ਦਿਨ ਐਤਵਾਰ ਦੀ ਗੱਲ ਹੈ, ਦੇਖੋ ਜੀ ਐਤਵਾਰ ਉਹ ਗੁਰਦੁਆਰੇ ਰੋਟੀਆਂ ਖਾ ਕੇ ਆ ਗਿਆ ਕਿਤੇ, ਤੇ ਜਾਂਦਾ ਜਾਂਦਾ ਕਹਿੰਦਾ ਚੱਲ ਇੱਥੇ 2 ਮੇਖਾਂ ਲਾ ਜਾਣਾ ਬਈ ਦਿਹਾੜੀ ਪਾਰ। ਤੇ ਮੈਂ ਉਹਨੂੰ ਦੱਸਿਆ ਆਪਣੇ ਮਾਮੇ ਦੇ ਮੁੰਡੇ, ਮੈਂ ਕਿਹਾ ਯਾਰ ਏਦਾਂ ਕੀ ਕੰਮ ਹੈ ਵੀ ਇੰਚ ਦੀ ਫੱਟੀ 'ਚ 2 ਇੰਚ ਦੀ ਮੇਖ 3 ਦੀ ਠੋਕ ਗਿਆ ਉਹ, ਤੇ ਉਹ ਹਾਥੀ ਦਾ ਸਿੰਘਾਂ ਬਾਹਰ ਦੋਨੇ ਮੇਖਾਂ ਜਾਣ ਕੇ ਮੈਂ ਦੱਸੀਆਂ ਮੈਨੂੰ। ਤੇ ਮੈਂ ਉਹਨੂੰ ਕੀਤਾ, ਮੈਂ ਕਿਹਾ ਭਰਾਵਾ ਏਦਾਂ ਏਦਾਂ। ਉਹਨੇ ਆਖ ਦੱਸੀ, ਮੈਂ ਅੱਜ ਦਾ ਕਹਿੰਦਾ ਕਰਦਾ। ਮੈਂ ਕਿਹਾ ਭਰਾਵਾ ਤੈਨੂੰ ਹੋ ਗਿਆ 50 ਸਾਲ, ਤੂੰ ਮੇਖਾਂ ਕਰ ਮੈਂ ਵੀ ਲੈਣੀਆਂ ਸੀ। ਮੈਂ ਕਿਹਾ ਉਹ ਪਹਿਲਾਂ ਉਹ ਕਰਕੇ ਆ, ਸਿੱਧੀ ਗੱਲ ਮੇਰਾ ਤੇਰਾ ਐਕਸਪੀਰੀਅੰਸ ਨਹੀਂ ਮੈਂ ਪੁੱਛਿਆ। ਪਰ ਤੁਸੀਂ ਇਹ ਦੇਖੋਗੇ ਮੈਨੂੰ ਲੱਗਦਾ 2 ਚੋਂ ਮੈਂ ਕਿ ਫੱਟੀ ਨਹੀਂ ਪੁੱਛਦਾ, 2 ਚੋਂ ਤੋਂ ਇਲਾਵਾ ਮੈਨੂੰ ਨਹੀਂ ਕੋਈ ਦੱਸਿਆ, ਗਟਰ ਵਾਲਾ ਨਹੀਂ ਦੱਸਿਆ, ਮੈਂ ਟੈਕਸ ਸਕੇਟ ਦਾ ਕੰਮ ਹੈ ਇਹਨੂੰ ਸਿੱਧਾ ਕਰਨਾ ਨਾ। ਜਿੱਥੇ ਦੇਖਦੇ ਡਰਿੱਲ ਕੋਲਿਆ ਚੱਕ ਦਿੰਦੇ ਚਰਦਾ ਨਹੀਂ। ਉਹ ਜਿਹੜਾ ਕੀ ਨਾ ਕਰੇ ਤੌਲੀਏ ਨਹੀਂ ਟੰਗਦੇ ਆਪਾਂ ਘਰਾਂ ਦੇ ਵਿੱਚ, ਉਹ ਇੱਕ ਜਣਾ ਤਾਂ ਪ੍ਰੋਫੈਸ਼ਨ ਹੁੰਦਾ, ਦੂਜਾ ਲੈ ਚੱਲ ਆ ਜਾ ਤੇਰੇ ਆਸੇ ਡਰਿੱਲ ਆ ਏਦਾਂ ਦੀ ਇਹਨੂੰ ਪੈਣਾ ਮੂਹਰੇ ਪੇਚ। ਉਹ ਹੀ ਦੇਖੋ ਉਹਨਾਂ ਦੇ ਡਰਾਈ ਵਾਲ 'ਚ ਕੱਸ ਜਾਂਦੇ ਆ, ਆਪਾਂ ਨੂੰ ਲੱਗੇ ਬਹੁਤ ਸੋਹਣੇ ਲੱਗਦੇ ਆ। ਤੇ ਬੇਬੇ ਜਦੋਂ ਤੌਲੀਆ ਟੰਗਦੀ ਉਹ ਨਾਲ ਹੀ ਥੱਲੇ ਆ ਜਾਂਦਾ। ਹਾਂਜੀ ਉਹ ਨਹੀਂ ਜੇ ਕਹੋਗੇ ਆਹ ਯਾਰ ਕੀ ਕਰ ਗਿਆ ਤੂੰ, ਮੁੜ ਕੇ ਆਉਂਦੇ ਵੀ ਨਹੀਂ। ਪਹਿਲੀ ਗੱਲ ਤਾਂ ਸਾਨੂੰ ਆਪ ਹੀ ਦੱਸਣ ਪੈਂਦੇ, ਤੇ ਐਕਸਪੀਰੀਅੰਸ ਉਹਨਾਂ ਨੇ 20 ਸਾਲ ਦਾ ਦੱਸਣਾ। ਤੁਸੀਂ ਕੀ ਕਰੋ, ਕਿੱਧਰ ਜਾਓਗੇ, ਮੈਂ ਤਾਂ ਹੈਰਾਨ ਆ। ਦੇਖੋ ਇਹ ਕੰਮ ਲੈਣ ਦੀ ਖਾਤਰ ਚਲੋ ਕੰਪੀਟੀਸ਼ਨ ਬਣਿਆ, ਪਰ ਹੈਲਦੀ ਜਿਹਾ ਕਰੋ ਹਨਾ। ਤੁਸੀਂ ਇਹ ਨਾ ਕਰੋ ਵੀ ਆਹ ਕੰਮ ਫੜ ਦੀ ਖਾਤਰ ਚੱਕ ਲਿਓ ਆਪਣਾ ਟਿੰਡ ਫੋੜੀ ਲਾ ਜਾਓ ਹੱਥ, ਫਿਰ ਮੁੜ ਕੇ ਹੋਰ ਕਿਸੇ ਨੂੰ ਵੀ ਨਾ ਦੇਣ ਜੋਗਾ ਹੋਵੇ। ਤੇ ਮੁੜ ਕੇ ਕਿਉਂਕਿ ਰੇਟ ਘੱਟ ਕੀਤਾ ਹੁੰਦਾ ਜਾਂ ਕਿੱਦਾਂ ਬੜਾ ਲਮਕਾਉਂਦੇ ਆ। ਬਹੁਤ ਔਖਾ ਕੰਮ ਆ ਆਪਣੇ ਗਿੱਲ ਸਾਹਿਬ। ਇਹ ਟਰੱਕਿੰਗ ਲੈਣ ਲੈ ਲਓ ਮੇਰੇ ਤੋਂ, ਤੁਹਾਨੂੰ ਮੈਂ ਅੱਧਾ ਕੁ ਮਿੰਟ ਲੈਣਾ ਤੁਹਾਡਾ ਹੋਰ। ਮੈਂ 19 ਤੋਂ ਲੱਗਾ ਮੇਰੀ ਟਰੱਕਿੰਗ ਆ। ਮੈਂ 3-4 ਟਰੱਕ ਵੀ 3 ਕਰ ਲੈ, ਟਰੇਲੇ ਕਰ ਲੈ। ਮੇਰਾ ਹਨਾ ਨਹੀਂ ਪਿਆ, ਮੈਂ ਡਰਾਈਵਰ ਹਾਇਰ ਕਰਕੇ ਇਹ ਕੰਮ ਮਤਲਬ ਲੈ ਲਵਾਂ। ਕਿਉਂ ਲੋਕਾਂ ਦੀਆਂ ਗਾਲਾਂ ਆਲੇ ਦੁਆਲੇ ਬੜਾ ਕੁਛ ਹੁੰਦਾ ਸੀ। ਮੈਂ ਕਿਹਾ ਤਾਂ ਯਾਰ ਕੰਮ ਖਰਾਬ ਹੈ, ਇਹਨੂੰ ਤਾਂ ਅੱਧੀ ਖਾ ਲਓ ਚੰਗੀ ਗੱਲ। ਹਾਂਜੀ ਪਤਾ ਨਹੀਂ ਕਿੱਦਾਂ ਚਲਾਈ ਜਾਂਦੇ ਆ। ਜਿਹੜਾ ਇੱਕ ਦਿਨ ਟਰੱਕ ਏਲੇ ਲੈ ਕੇ ਜਾਂਦਾ, ਦੂਜੇ ਦਿਨ ਉਹਦੀ ਕੰਪਨੀ ਹੁੰਦੀ ਆ। ਪਿਛਲੇ 20 ਸਾਲਾਂ ਤੋਂ ਪਹਿਲਾਂ ਜਿਹਨੇ ਹਨਾ ਏਦਾਂ ਟਰੱਕਿੰਗ ਦਾ ਸੱਤਿਆਨਾਸ਼ ਕੀਤਾ, ਫਾਰਮ ਲੈ ਕੇ ਬੈਠੇ ਆ। ਕਿਸੇ ਟਰੱਕ ਵਾਲੇ ਦੇ ਉਹਨਾਂ ਨੇ ਪੱਲੇ ਕੁੱਖ ਨਹੀਂ ਪਾਇਆ, ਉਹ ਵਿਚਾਰੇ ਗੇੜੇ ਹੀ ਲਾਉਂਦੇ ਮਰ ਗਏ। ਤੇ ਨਾਲ ਹੀ ਕਹਿੰਦੇ ਨਵਾਂ ਚੱਕ, ਪੁਰਾਣਾ ਇੱਥੇ ਰਾਹ 'ਚ ਖੜ ਜਾਂਦਾ। ਉਹ ਜਿਆਦਾ ਕਿਸ਼ਤ ਦੇਣੀ ਪੈਂਦੀ ਸੀ, ਬੜਾ ਸੱਤਿਆਨਾਸ਼ ਕਰ ਦਿੱਤਾ ਜੀ। ਦੇਖੋ ਮੈਂ ਤੁਹਾਨੂੰ ਇੱਕ ਗਿੱਲ ਸਾਹਿਬ ਦੱਸਾਂ, ਤੂੰ ਗੋਰਿਆ ਡਿਸਪੈਚਰਾਂ ਨਾਲ ਗੱਲ ਮਿਲਦੀ, ਕੋਈ ਕਿਸੇ ਗੋਰੇ ਡਿਸਪੈਚਰ ਨੇ ਕੰਪਨੀ ਨਾਲ ਧੋਖਾ ਕਰਕੇ ਕੰਪਨੀ ਨਹੀਂ ਖੋਲੀ। ਮੈਨੂੰ ਲੱਗਦਾ ਜਿੱਥੇ ਤੱਕ ਮੈਂ ਜਾਣਦਾ ਉਹ ਡਿਸਪੈਚ ਹੀ ਕਰਦੇ, ਉਹਨਾਂ ਨੂੰ ਮਿਹਨਤਾਂ ਨਾਲ ਮਿਲਦਾ। ਸਾਡਾ ਬੰਦਾ ਗੋਰਿਆਂ ਦੀ ਕੰਪਨੀ ਇੱਕ ਦਿਨ ਡਿਸਪੈਚ, ਦੂਜੇ ਦਿਨ ਕੰਪਨੀ ਡਿਸਪੈਚ ਕੀ ਡਰਾਈਵਰੀ ਕਰਿਆ। ਜਿੱਥੋਂ ਲੋਡ ਚੱਕਦੇ ਆ ਉਹ ਤੂੰ ਕਿੰਨੇ ਲਿਜਾਣਾ ਬਈ ਇੰਨੇ ਨੂੰ, ਉਹ ਛੱਡ ਪਰਾਂ ਇੰਨੇ ਦੀ ਚੱਲ। ਓਏ ਹੋਏ ਹੋਏ ਬੁਰਾ ਹਾਲ ਬੌਂਕੇ ਜਿਹੜੇ। ਤਾਂ ਗੱਲ ਚੱਲਣੀ ਨਹੀਂ। ਗਿੱਲ ਸਾਹਿਬ ਪ੍ਰੋਗਰਾਮ ਲਿਆਇਆ ਕਰੋ, ਸ਼ਾਇਦ ਅਸੀਂ ਕੈਨੇਡਾ ਨੂੰ ਕੈਨੇਡਾ ਰਹਿਣ ਦੇਈਏ। ਥੈਂਕ ਯੂ ਜੀ। ਧੰਨਵਾਦ ਜੀ। ਹਰਿੰਦਰ ਸ਼ਰਮਾ ਜੀ ਸਾਡੇ ਦੋਸਤ ਨੇ SDO ਸਾਹਿਬ, ਉਹਨਾਂ ਨੇ ਇੱਕ ਜੋਕ ਭੇਜਿਆ, ਕਹਿੰਦੇ ਮਾਰਟਨ ਲੂਥਰ ਕਿੰਗ ਕਹਿੰਦਾ ਬਈ ਜੇ ਤੁਸੀਂ ਉੱਡ ਨਹੀਂ ਸਕਦੇ ਭੱਜੋ, ਜੇ ਭੱਜ ਨਹੀਂ ਸਕਦੇ ਤਾਂ ਤੁਰੋ, ਜੇ ਤੁਰ ਨਹੀਂ ਸਕਦੇ ਤਾਂ ਧਰਤੀ ਤੇ ਰੀਂਗੋ, ਪਰ ਘੱਟੋ ਘੱਟ ਤੁਰਦੇ ਰਹੋ। ਪੰਜਾਬੀ ਕੋਲ ਖੜਾ ਸੀ, ਕਹਿੰਦਾ ਸਾਰਾ ਤਾਂ ਇਹ ਤਾਂ ਗੱਲ ਠੀਕ ਹੈ ਲੂਥਰਾ ਸਾਹਿਬ, ਪਰ ਐਂ ਤਾਂ ਦੱਸੋ ਜਾਣਾ ਕਿੱਥੇ ਹੈ। ਫਿਰ ਇਹ ਆ ਗੱਲ ਜਿਹੜੀਆਂ ਨਾ ਬਾਹਰ ਦੀ ਮੇਖਾਂ ਕੱਢਦੇ ਆ, ਖੱਬੇ ਪਾਸੇ ਦੀ ਸੱਜੇ ਪਾਸੇ ਦੀ। ਇੱਕ ਆ ਜਿਹੜੀ ਦੱਸ ਕੇ ਕਹਿੰਦੇ ਕੰਗ ਸਾਹਿਬ, ਜਿਹੜਾ ਇੱਕ ਟਾਇਲਟ ਪੇਪਰ ਟੰਗਣ ਵਾਲਾ, ਤੇ ਇੱਕ ਜਿਹਦੇ ਤੇ ਪਾਉਣੇ ਆ ਸੁੱਕਣਾ ਆਪਣਾ ਟੌਲ ਆ ਜਿਹੜਾ, ਉਹ ਤਾਂ ਹਿੱਲਣ ਲੱਗ ਜਾਂਦਾ ਜਿਵੇਂ ਹਿੱਲਣ ਵਾਲੀ ਬਿਮਾਰੀ ਹੋਈ ਹੁੰਦੀ ਹੈ। ਉਹ ਤਾਂ ਮਹੀਨਾ ਹੀ ਲੰਘਦਾ। ਇੱਕ ਆ ਚੀਨ ਵਾਲੀਆਂ ਸੁੱਚਾਂ ਜਿਹੜੀਆਂ ਨੇ ਬਿਜਲੀ ਵਾਲੀਆਂ ਲੱਗੀਆਂ ਨੇ ਹੁਣ, ਜਿਹੜੀਆਂ ਆਉਂਦੀਆਂ ਨੇ, ਆਪਾਂ ਸਾਲ ਕੇ ਹੋਇਆ ਘਰ ਬਣਾਏ ਨੂੰ, ਜਦੋਂ ਸੁੱਚ ਤੀਜੇ ਦਿਨ ਨਾ ਬੰਦ ਕਰਦੇ ਆ ਜਾਂ ਜਗਾਉਂਦੇ ਆ, ਸੁੱਚ ਬਾਹਰ ਆ ਜਾਂਦੀ। ਮਤਲਬ ਐਡੀ ਇੱਕ ਸੰਗ ਲਾਹੀ ਹੋਈ ਹੈ, ਐਡੀ ਇੱਕ ਸ਼ਰਮ ਲਾਤੀ ਲੋਕਾਂ ਨੇ, ਮਤਲਬ ਸਿਰੇ ਲਾਤੀ ਗੱਲ। ਤੁਸੀਂ ਸਵਿੱਚ ਆ ਯਾਰ, ਸਵਿੱਚ ਕਿਵੇਂ ਟੁੱਟ ਸਕਦੀ? ਔਨ ਕਰੋ ਆਫ ਕਰੋ, ਉਹ ਸਵਿੱਚ ਦੇ ਵਿੱਚੋਂ ਉਹਦੇ ਸਪਰਿੰਗ ਜੇ ਨਿਕਲ ਕੇ ਬਾਹਰ, ਸੁੱਚ ਹੱਥ 'ਚ ਲਿਆ। ਚਲੋ ਬ੍ਰਾਂਡ ਬਣਾ ਕੇ ਆਪਣੇ ਤੇ ਲੋਕਾਂ ਦੇ ਦੱਬੀ ਚੱਲੋ, ਤੇ ਉਹਦਾ ਖੜਕਾ ਜਿਹੜਾ ਹੈ ਗੁਆਂਢ 'ਚ ਸੁਣਦਾ ਸੁੱਚ ਦਾ ਜਦੋਂ ਔਨ ਆਫ ਹੁੰਦੀ ਹੈ। ਇੱਕ ਦਿਨ ਮੈਂ ਕਹਿਤਾ ਸੀ ਕਿ ਇਲੈਕਟ੍ਰੀਸ਼ੀਅਨ ਔਖਾ ਹੁੰਦਾ ਸੀ ਜੇ ਅਸੀਂ ਚੰਗੇ ਤੇ ਮਾੜੇ, ਜਿਹੜੇ ਚੰਗੇ ਨੇ ਉਹਨਾਂ ਨੂੰ ਫਿਕਰ ਕਰਨ ਦੀ ਨਹੀਂ ਲੋੜ। ਜਿਹੜਾ ਉਹ ਕਹਿੰਦੇ ਨਾ ਵੀ ਪੋਰਟ ਲਾਈਟ ਨੂੰ ਤਾਰਾਂ ਪੈਂਦੀਆਂ ਨੇ, ਤਾਰਾਂ ਦੇ ਅੱਡ 30,000 ਪਹਿਲਾਂ ਪਾਉਂਦੇ ਆ ਰਾਫਿਨ ਦਾ, ਉਹ ਤਾਰਾਂ ਦਾ ਹੀ ਪਾਉਂਦੇ ਆ, ਮੁੜ ਕੇ $50,000 'ਚ ਫੇਰ ਠੋਕਦੇ ਆ।
ਸੁੱਚ ਨੂੰ ਆਫ ਕਰੋ ਔਨ ਕਰੋ, ਸੁੱਚ ਹੱਥ 'ਚ ਆਉਂਦੀ। ਜਿਹੜੀ ਕਦੇ ਵੀ ਜ਼ਿੰਦਗੀ 'ਚ ਟੁੱਟ ਨਹੀਂ ਸਕਦੀ ਚੀਜ਼, ਉਹ ਸੁੱਚੇ ਬਾਹਰ ਨਿਕਲ ਆਉਂਦੀ ਹੈ। ਜਿਹੜੀ ਵਿਚਲੀ ਸਵਿੱਚ ਆ ਪਿੱਛੇ ਪਲੇਟ ਰਹਿ ਜਾਂਦੀ ਹੈ। ਕਰੋਗੇ ਕੀ ਤੁਸੀਂ ਫਿਰ? ਕੀ ਪ੍ਰੋਫੈਸ਼ਨ? ਉਹ ਪੜ੍ਹੇ ਲਿਖੇ ਇੰਜੀਨੀਅਰ ਬੰਦੇ ਜਿਹੜਾ ਬਿਜ਼ਨਸ ਕਰਦੇ ਨੇ, ਜਿਹੜੇ ਬਹੁਤ ਸੌਫਟ ਸਪੀਕਿੰਗ ਤੇ ਬਹੁਤ ਵਧੀਆ ਗੱਲ ਹੈ, ਸਾਊ ਇਨਸਾਨ। ਪਰ ਤੁਸੀਂ ਮਤਲਬ ਐਡਾ ਤੁਸੀਂ ਮਾੜਾ ਲੁੱਟਣ ਲੱਗੇ, ਲੋਕਾਂ ਦੀਆਂ ਜੇਬਾਂ ਤੁਸੀਂ ਕੱਟਣ ਲੱਗੇ। ਕਿਹੜਾ ਪ੍ਰੋਫੈਸ਼ਨਲਿਜ਼ਮ ਰਹਿ ਗਿਆ? ਤੁਸੀਂ ਕੀ ਕਰਦੇ ਕੀ ਹੋ? ਤੁਸੀਂ ਸਵਿੱਚ ਟੁੱਟ ਸਕਦੀ ਹੈ ਕਿਵੇਂ? ਬੈਂਟ ਹੈ ਤੁਹਾਡੇ ਥੱਲਿਓਂ, ਮਤਲਬ ਫਰਨਸ ਤੋਂ ਜਿਹੜਾ ਬੈਂਟ ਜਾਂਦਾ ਉੱਪਰ, ਹੁਣ ਉਹ 3 ਇੰਚ ਦਾ ਬੈਂਟ ਹੈ ਤੇ ਉਹਨੂੰ 6 ਇੰਚ ਦੀ ਕੰਧ ਦੇ ਵਿੱਚ ਬਾਹਰਲੇ ਬੰਨੇ ਫਸਾਤਾ, 3 ਇੰਚ ਦੇ ਵਿੱਚ ਲਾਤੀਆਂ, ਤੇ ਉਹ ਜਦ ਥੱਲਿਓਂ ਔਨ ਹੁੰਦੀ ਹੈ ਤੁਹਾਡੀ ਫਰਨਸ, ਉਹਦੇ ਚੋਂ ਹਵਾ ਨਿਕਲਦੀ ਆ, ਉਹ ਖੜਕਾ ਹੁੰਦਾ, ਕੈੜ ਕੈੜ ਹੁੰਦਾ, ਜਿਵੇਂ ਘਰ 'ਚ ਕੋਈ ਟੁੱਟਦਾ ਹੁੰਦਾ। ਕਿਸੇ ਸਿਆਣੇ ਨੂੰ ਸੱਦਿਆ, ਉਹਨੇ ਬਾਹਰੋਂ ਜਦੋਂ ਪੱਟੀ, ਉਹ ਕਹਿੰਦਾ ਇਹ 'ਚ ਜਗ੍ਹਾ ਹੀ ਹੈ ਨਹੀਂ। ਆਵਾਜ਼ ਹੁਣ ਹਟ ਕੇ ਕਹਿੰਦਾ ਹੁਣ ਇਹ ਡਰਾਈ ਵਾਲ ਨਾਲ ਨਹੀਂ ਫਰੈਸ਼ ਹੋਣਾ, ਇਹ 'ਚ ਕੋਈ ਮੂਹਰੇ ਉੱਪਰੋਂ ਪਤਲੀ ਫੱਟੀ ਲਾ ਕੇ ਇਹਨੂੰ ਫਰੈਸ਼ ਕਰਦੇ। ਮਤਲਬ ਇਹ ਥੋੜਾ ਵੀ ਤੁਸੀਂ ਤੁਰੇ ਫਿਰੋ ਭੱਜ ਲਓ ਜੀ, ਇੱਧਰ ਨੂੰ ਵੀ ਭੱਜ ਲਓ, ਆਹ ਵੀ ਭੱਜ ਲਓ, ਵਧੀਆ ਬੈਨਾਂ ਤੇ ਵਧੀਆ ਫੈਂਸੀ ਨਾਂ ਲਿਖਾ ਕੇ ਤੁਸੀਂ ਪ੍ਰੋਫੈਸ਼ਨਲ ਬਣ ਜਾਓਗੇ। ਪਤਾ ਹੋਣਾ ਚਾਹੀਦਾ ਅਸੀਂ ਕਰਦੇ ਕੀ। ਐਟਲੀਸਟ ਪਤਾ ਤਾਂ ਹੋਊ ਜੇ ਸਿਰ ਤੇ ਖੜੋਗੇ। ਬੰਦੇ ਤਾਂ ਤੁਸੀਂ ਸੱਦੇ ਹੋਏ ਨੇ ਅਨਟ੍ਰੇਨਡ, ਜਿਨ੍ਹਾਂ ਕੋਲ ਕੋਈ ਲਾਇਸੈਂਸ ਨਾ ਕੋਈ ਗੱਲ ਨਾ ਬਾਤ, ਉਹਨਾਂ ਨੂੰ ਲਾ ਜਾਂਦੇ ਹੋ ਜਿਹੜੇ ਪਾਸੇ ਨੂੰ ਜਿੱਧਰ ਮਰਜ਼ੀ ਠੋਕੀ ਜਾਣ। ਸੋ ਇਹਨੂੰ ਜਿਹੜਾ ਪ੍ਰੋਫੈਸ਼ਨਲ ਹੈ ਉਹਨੂੰ, ਹਾਂ ਤੁਸੀਂ ਕਰੇ ਆਓਗੇ ਇੱਕ ਜਗ੍ਹਾ, ਪਰ ਇੱਕ ਜਗ੍ਹਾ ਜਿੱਥੇ ਮਾੜਾ ਕਰੋਗੇ 10 ਕਹਾਂ ਬੰਦੇ ਲੂਜ਼ ਕਰੋ, ਕਿਉਂਕਿ ਜਿੱਥੇ ਮਾੜਾ ਹੋਇਆ ਉਹਨੇ ਰੌਲਾ ਪਾਉਣਾ ਹੀ ਪਾਉਣਾ। ਸਰ ਕੁਲਿੰਦਰ ਸਿੰਘ ਜੀ ਲਾਈਨ ਸੌਰੀ ਸਰ ਦਿਲਬਾਗ ਸਿੰਘ ਉਡੀਕ ਰਹੇ ਨੇ ਲਾਈਨ ਨੰਬਰ ਤੁਹਾਡੇ ਤੋਂ ਪਹਿਲਾਂ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਾਹਿਬ ਸਤਿ ਸ਼੍ਰੀ ਅਕਾਲ ਵੀਰ ਜੀ। ਗੱਲ ਹੈ ਜੀ, ਮੈਂ ਟਾਇਲਟ ਆ ਕੇ ਰੱਖਿਆ ਤੇ ਬੰਦਾ ਇੱਕ ਥੱਲੇ ਹੀ ਨਾ ਬੇਸਮੈਂਟ ਜੀ ਪੰਜਾਬ ਕਰੀ ਜਾਵੇ। ਤੇ ਮੈਂ ਯਾਰ ਉਹ ਬਾਹਰ ਕਹਿੰਦਾ ਮੈਨੂੰ ਵਾਰ-ਵਾਰ ਆਉਂਦਾ, ਮੈਂ ਵਾਰ-ਵਾਰ ਜਾ, ਫਿਰ ਮੈਂ ਕੱਲ ਨੂੰ ਕੰਮ ਤੇ ਹੀ ਨਹੀਂ ਆਉਂਦਾ ਜੀ। ਮੈਂ ਨਾ ਤੇਰੀ ਮਰਜ਼ੀ। ਦੱਸੋ ਹਾਲ ਆ ਮੈਂ ਟ੍ਰੇਨਮੈਨ ਦਾ। ਹਾਂ ਟਾਇਲਟ ਵੀ ਲੈ, ਉਹ ਜ਼ਰੂਰੀ ਆ ਹੁਣ ਤਾਂ ਜੀ, ਰੱਖਣਾ ਪੈਂਦਾ ਮੈਨੂੰ ਲੱਗਦਾ। ਪਰ ਉਹਦੇ 'ਚ ਜਾਂਦੇ ਨਹੀਂ। ਮੈਂ ਉਹੀ ਤਾਂ ਗੱਲ ਕਰਦਾ, ਬੰਦਾ ਬੇਸਮੈਂਟ 'ਚ ਵੈਸੇ ਹੀ ਜਾਈ ਜਾਂਦਾ, ਬਜਰੀ 'ਚ ਪਿਸ਼ਾਬ ਕਰੀ ਜਾਂਦਾ। ਕਹਿੰਦਾ ਕਿਹੜਾ ਬਾਹਰ ਜਾਊ, ਛੱਡ ਯਾਰ। ਠੀਕ ਫਿਰ ਮੈਂ ਕਿਹਾ ਤੇ ਗੁੱਸਾ ਕਰ ਲਿਆ, ਮੈਂ ਤਾਂ ਕੱਲ ਨੂੰ ਕੰਮ ਤੇ ਨਹੀਂ ਆਉਂਦਾ। ਮੈਂ ਤੂੰ ਆਪਣੇ ਬੰਦੇ ਨੂੰ ਕਿਹਾ, ਮੈਨੂੰ ਕੀ ਨਾ ਹੀ ਬਾਈ ਸਿਆ, ਇਹਦਾ ਤਾਂ ਸਫਾਈ ਕਰਦੇ ਸਾਡੇ 6 ਮਹੀਨੇ ਲੰਘ ਜਾਣੇ ਨੇ ਜਿੱਥੇ ਤੂੰ ਐਕਸ਼ਨ ਕਰਨਾ ਬਾਹਰਲੇ ਬੰਦੇ ਆ ਕੇ। ਸਵਰਨਜੀਤ ਸਿੰਘ ਜੀ ਲਾਈਨ ਨੰਬਰ 5। ਹਾਂਜੀ ਸਤਿ ਸ੍ਰੀ ਅਕਾਲ ਜੀ। ਕੈਸਾ? ਸਤਿ ਸ਼੍ਰੀ ਅਕਾਲ ਜੀ। ਮੇਰੇ ਟਰੱਕ ਦਾ ਜੀ ਏਸੀ ਕੰਪਰੈਸ਼ਰ ਖਰਾਬ ਹੋ ਗਿਆ ਤੇ ਮੈਂ ਫਰੇਟ ਲਾਈਨ ਵਾਲੇ ਕੋਲੇ ਗਿਆ ਤੇ ਟਰੱਕ ਮੇਰਾ ਵਾਰੰਟੀਆਂ 'ਚ, ਚਲੋ ਵਾਰੰਟੀਆਂ 'ਚ ਹੈ ਨਹੀਂ ਸੀ ਕੰਪਰੈਸ਼ਰ, ਤੇ ਉਹਨਾਂ ਨੇ ਮੈਨੂੰ $1600 ਕਿਹਾ ਵਿੱਚੇ ਲੇਬਰ ਤੇ ਵਿੱਚੇ ਪਾਰਟਸ। ਤੇ ਉਦੋਂ ਇੱਕ ਟ੍ਰਿਪ ਪਹਿਲਾਂ ਬੈਟਾਂ ਨਵੀਆਂ ਪਾਈਆਂ ਸੀ ਦੋਨੇ ਹੀ, ਤੇ ਮੈਨੂੰ ਰੇਟ ਥੋੜਾ ਜਿਹਾ ਜ਼ਿਆਦਾ ਲੱਗਿਆ। ਮੈਂ ਚੱਲ ਆਪਣੇ ਭਾਈਚਾਰੇ 'ਚ ਪਤਾ ਕਰ ਲੈਂਦੇ ਆ। ਐਕਸਪੋਰਟ ਦੇ ਵਿੱਚ ਮੈਂ ਕਹਿੰਦੀ ਕਿ ਉਹਦੀ ਨਾਮੀ ਸ਼ੌਪ ਆ, ਉਹ ਮੈਨੂੰ ਕਹਿੰਦੇ $900। ਹੁਣ ਮੈਂ ਨੈਚੁਰਲ ਸੀਗਾ ਕਿ ਉੱਥੇ 1600 ਮੈਨੂੰ ਪੈ ਰਿਹਾ ਸੀ, ਤੇ ਮੈਂ 900 ਮੈਨੂੰ ਲੱਗਿਆ ਚੱਲ ਠੀਕ ਆ ਵੀ ਇਹਨਾਂ ਦਾ ਰੇਟ। ਮੈਂ ਉਹਨਾਂ ਤੋਂ ਜੀ ਕੰਪਰੈਸ਼ਰ ਪਵਾ ਲਿਆ, ਰੈਡੀ ਕਰਕੇ ਦੇਤਾ ਮੈਨੂੰ ਟਰੱਕ, ਤੇ ਟ੍ਰਿਪ ਚੱਕਿਆ ਤੇ ਮੈਂ ਐਲੇ ਦਾ ਤੇ ਖਾਲੀ ਕਰਕੇ ਸੈਂਟਾ ਮਾਰਿਆ ਤਾਂ ਲੋਡ ਚੱਕ ਕੇ ਡੋਗ ਤੋਂ ਨਿਕਲਣ ਲੱਗਿਆ ਜੀ, ਬੈੱਡ ਤੋੜਤੀ। ਇੱਕ ਟ੍ਰਿਪ ਪਹਿਲਾਂ ਨਵੀਂ ਬੈੱਡ ਪਵਾਈ ਸੀ। ਮੈਂ ਬੜਾ ਪਰੇਸ਼ਾਨ ਵੀ ਨਵੀਆਂ ਬੈੱਡਾਂ ਪਾਈਆਂ ਪਿਛਲੇ ਟ੍ਰਿਪ ਤੇ, ਕੀ ਚੱਕਰ ਚੱਲ ਗਿਆ। ਮੈਂ ਬੈੱਡਾਂ ਚੱਕ ਕੇ ਸਾਂਭ ਲਈਆਂ ਤੇ ਵੀਕਐਂਡ ਸੀਗਾ, ਲੌਂਗ ਵੀਕਐਂਡ ਸੀਗਾ ਜੀ। ਮੈਨੂੰ ਸਰਵਿਸ ਕਾਲ ਪੈ ਗਈ, ਬੈੱਡ $60-65 ਦੀ ਸਾਰੀ ਬੈੱਡ ਆ, ਤੇ ਮੈਨੂੰ $500 US ਚਾਰਜ ਕੀਤਾ ਬੰਦੇ ਨੇ ਪਾ ਕੇ ਜਾਣ ਦਾ, ਤੇ ਬੈੱਡ ਦੇ ਵੱਖਰੇ ਜੀ। ਤੇ ਮੈਂ ਫਰੇਟ ਲਾਈਨ ਨਾਲ ਜਾ ਵੜਿਆ, ਮੈਂ ਕਿਹਾ ਵੀ ਯਾਰ ਤੁਸੀਂ ਨਵੀਂ ਬੈੱਡ ਪਾਈ ਆ ਪਿਛਲੇ ਟ੍ਰਿਪ ਦੇ ਉੱਤੇ, ਤੇ ਵੀ ਨਵੀਆਂ ਬੈੱਡਾਂ ਟੁੱਟਣ ਦਾ ਕੀ ਕਰਨਾ, ਵੀ ਤੁਸੀਂ ਬੈੱਡ ਜ਼ਿਆਦਾ ਮਾੜੀ ਪਈ ਜਾਂ ਕੀ ਚੱਕਰ ਆ। ਉਹਨਾਂ ਨੇ ਫਾਈਂਡ ਆਊਟ ਕੀਤਾ ਵੀ ਯਾਰ ਤੁਸੀਂ ਕੰਪਰੈਸ਼ਰ ਪਵਾਇਆ ਉਦੋਂ ਬਾਅਦ ਦੇ ਵਿੱਚ, ਵੀ ਉਦੋਂ ਬਾਅਦ 'ਚ ਬੰਦੇ ਨੇ ਬੈੱਡਾਂ ਚਾੜੀਆਂ ਇਹ। ਉਹਨਾਂ ਨੇ ਜਦੋਂ ਫਾਈਂਡ ਆਊਟ ਕੀਤਾ, ਉਹ ਕਿਤੇ ਰੱਬ ਹੋਈ ਨਹੀਂ ਤਾਂ ਉਹ ਦੇਖਿਆ ਸਾਰਾ, ਉਹ ਜਿਹੜੇ ਦੇਸੀਆਂ ਤੋਂ ਆਪਣੇ ਤੋਂ ਕੰਮ ਕਰਿਆ ਸੀ ਉਹਨੇ ਬੈੱਡ ਹੀ ਗਲਤ ਪਾਤੀ, ਜਿਹੜੀ ਕੁੜੀ ਦੇ ਥੱਲੇ ਦੀ ਪੈਣੀ ਸੀ ਉਹਨੇ ਤਾਂ ਦੀ ਪਾਤੀ ਬੈੱਡ। ਉਹ ਰੱਬ ਹੋ ਕੇ ਬੈੱਡ ਟੁੱਟ ਗਈ। ਤੇ ਤੁਸੀਂ ਵੇਖੋ ਵੀ ਉਹ, ਚਲੋ ਮੈਂ ਨਾ ਮੈਨੂੰ ਥੋੜਾ ਜਿਹਾ ਲੱਗਿਆ ਵੀ ਫਰੇਟ ਲਾਈਨ ਦਾ ਜ਼ਿਆਦਾ ਆ, ਤੇ ਮੈਂ ਮੁੜ ਕੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ, ਕਹਿੰਦੇ ਤੁਹਾਨੂੰ ਲੱਗਦਾ ਤਾਂ ਹੁੰਦਾ ਵੀ ਅਸੀਂ ਚਾਰਜ ਵੱਧ ਕਰਦੇ ਆ, ਵੀ ਸਾਡਾ ਕਹਿੰਦਾ ਆਹ ਹੀ ਫਰਕ ਆ, ਕਹਿੰਦਾ ਸਾਡਾ ਵੀ ਤੂੰ ਹੁਣ ਆਹ ਦੇਖ ਲਾ ਵੀ ਤੈਨੂੰ ਕਿੰਨੇ 'ਚ ਪੈ ਗਿਆ ਕੰਮ, ਤੇ ਤੈਨੂੰ ਤਾਂ ਸਸਤਾ ਲੱਗਿਆ, ਹੁਣ ਤਾਂ ਤੂੰ ਖਰਾਬ ਹੋਇਆ ਵੱਖਰਾ।
ਇਸ ਉਦੋਂ ਬਾਅਦ ਆਪਣੇ ਦੇਸੀ ਭਾਈਆਂ ਤੋਂ ਮੈਂ ਨਵੇਂ ਟਾਇਰ ਪਵਾਏ। ਇੱਕ ਟਰੱਕ ਲੱਗਿਆ, ਦੂਜੇ ਟਰੱਕ ਦੇ ਵਿੱਚ ਟਾਇਰ ਦਾ ਵਾਲ ਪੱਟਿਆ ਗਿਆ ਜੀ, ਰੋਡ ਤੇ ਆਉਂਦੇ ਸਪੀਡ ਦੇ ਮੂਹਰਲੇ ਟਾਇਰ ਦਾ ਹੋ ਗਿਆ। ਟਰੱਕ ਹਿਸਾਬ ਨਾਲ ਸੀਗਾ ਤੇ ਕੰਟਰੋਲ ਕਰ ਲਿਆ ਤੇ ਰੋਕ ਲਿਆ। ਉਹ ਵਾਲ ਪੱਟਿਆ ਗਿਆ। ਦੇਖੋ ਮੈਂ ਇੱਕ ਟਰੱਕ ਪਹਿਲਾਂ ਹੀ ਮੂਹਰਲੇ ਨਵੇਂ ਟਾਇਰ ਪਵਾ ਗਿਆ ਸੀਗਾ ਤੇ ਉਹ ਮੈਨੂੰ $2000 ਦੇ ਵਿੱਚ ਸਰਵਿਸ ਕਾਲ ਪਈ ਟਾਇਰ ਦੀ, ਉਹ ਇੱਕ ਟਾਇਰ ਦੀ $2000 ਦੇ ਵਿੱਚ। ਤੇ ਆਪਾਂ ਕਰਨਾ ਜਾਂਦੇ ਥੋੜਾ ਜਿਹਾ ਵਾਕਈ ਪ੍ਰੋਫੈਸ਼ਨਲ ਹੈਗਾ ਵਾ, ਜਿਹੜਾ ਗੋਰਿਆਂ ਦਾ ਕੰਮ ਆ ਵਾਕਈ ਉਹ ਜ਼ਿੰਮੇਵਾਰੀ ਵੀ ਚੱਕਦੇ ਆ ਉਹ ਵੀ ਹਾਂ ਵੀ ਸਾਡਾ ਕੰਮ ਕੀਤਾ ਤਾਂ ਰਿਸਪੌਂਸੀਬਲ ਆ, ਜੇ ਕੋਈ ਪ੍ਰੋਬਲਮ ਆਉਂਦੀ ਆ ਤਾਂ। ਤੇ ਆਪਾਂ ਥੋੜੇ ਜਿਹੇ ਪੈਸੇ ਦੀ ਖਾਤਰ ਆਪਾਂ ਕਰ ਜਾਂਦੇ, ਪਰ ਉਸ ਤੋਂ ਬਾਅਦ ਮੈਂ ਕੰਨਾਂ ਨੂੰ ਹੱਥ ਲਾ ਰਿਹਾ ਵੀ ਮੈਂ ਆਪਣੇ ਭਾਈਚਾਰੇ ਚੋਂ ਨਹੀਂ ਕੰਮ ਕਰਾਉਣਾਗਾ। ਗੋਰਿਆਂ ਤੋਂ $100-200 ਵੱਧ ਦਿੱਤਾ ਚੰਗਾ ਵਾ, ਪਰ ਰੋਡ ਦੇ ਉੱਤੇ ਤੁਹਾਨੂੰ ਤਸੱਲੀ ਜ਼ਰੂਰ ਹੈਗੀ ਹੈ ਜੀ। ਮੈਂ ਦੱਸਣਾ ਜੀ। ਧੰਨਵਾਦ ਜੀ। ਧੰਨਵਾਦ ਵੀਰ ਜੀ। ਭੁਪਿੰਦਰ ਸਿੰਘ ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਾਂਜੀ, ਸਾਰਿਆਂ ਨੂੰ ਜੀ ਕਹਿਣਾ ਭੁੱਲ ਗਿਆ, ਮਾਫੀ ਮੰਗਦਾ ਜੀ। ਤੇ ਮੈਂ ਕਹਿਣਾ ਸੀਗਾ ਜੀ ਵੀ ਇਹ ਭਾਈਚਾਰਾ ਆਪਣਾ ਹੀ ਆ। ਮੈਂ ਕੋਈ ਏਦਾਂ ਦਾ ਲਫ਼ਜ਼ ਨਹੀਂ ਕਹਿਣਾ ਚਾਹੁੰਦਾ, ਹੋਰ ਨਾ ਕਿਤੇ ਰਾਹ 'ਚ ਘਰ ਬਣਾਉਂਦੇ ਹੁਣ ਪਤਾ ਹੀ ਆ, ਘੇਰ ਘੁਰ ਨਾ ਲੈਣ ਵੀ ਆ ਜਾ ਕੀ ਕਹਿੰਦਾ ਜੀ। ਹਾਂ, ਸੋ ਮੈਂ ਤਾਂ ਜੀ ਇਹ ਕਹਿਣਾ ਚਾਹੁੰਦਾ ਵੀ ਅਸੀਂ ਹੋਪ ਤੱਕ ਵੀ ਮੈਂ ਕੰਮ ਕੀਤਾ ਹੋਇਆ, ਹੋਪ, ਕਿਲਾ ਵੈਕ, ਵਾਈਟ ਰੌਕ, ਹਾਲ ਸਰੀ, ਬਈ ਸਾਰੇ ਆਪਦੀ ਮਿਹਨਤ ਕਰਦੇ ਆ। ਕਮੀਆਂ ਗੋਰਿਆਂ 'ਚ ਵੀ ਹੈਗੀਆਂ, ਚੰਗੀਆਂ ਗੱਲਾਂ ਉਹਨਾਂ 'ਚ ਵੀ ਆ, ਆਪਣੇ 'ਚ ਵੀ ਬਥੇਰੀਆਂ ਚੰਗੀਆਂ ਗੱਲਾਂ ਤੇ ਮਾੜੀਆਂ ਗੱਲਾਂ ਵੀ ਹੈਗੀਆਂ। ਉਹ ਹਰ ਬੰਦੇ ਨੂੰ ਪਤਾ ਹੀ ਹੁੰਦਾ ਆਪਦਾ ਵੀ ਮੇਰਾ ਕੀ ਲੈਵਲ ਆ, ਮੈਂ ਕਿੱਥੇ ਖੜਾ, ਕੀ ਕੰਮ ਕਰ ਰਿਹਾ। ਬਿਲਕੁਲ। ਪਰ ਮੈਂ ਜਿਹੜੀ ਇੱਕ ਗੱਲ ਕਹਿਣਾ ਵੀ ਇੱਕ ਗੱਲ ਹੈ ਕਹਿਣ ਨੂੰ ਨਿੱਕੀ ਜਿਹੀ ਆ, ਬਟ ਹੈ ਬਹੁਤ ਵੱਡੀ ਆ। ਵੀ ਜਦੋਂ ਮੈਂ ਘਰ ਵਾਲਿਆਂ ਨਾਲ ਰਿਲੇਟਡ ਗੱਲ ਕਰਨੀ ਚਾਹੁੰਦਾ ਵੀ ਅਸੀਂ ਤੁਹਾਨੂੰ ਦੱਸਾਂ ਵੀ ਹੋਪ ਚਲਾ ਬੈਗ ਸਾਰੇ ਪਾਸੇ ਮੈਂ ਘਰ ਦੇਖੇ ਆ ਬਣਦੇ, ਮੇਰੇ ਸਾਹਮਣੇ ਬੰਦੇ ਆ, ਮੈਨੂੰ ਅੱਧੇ ਲੇਬਰ ਵਾਲੇ ਮੈਂ ਉੱਦਾਂ ਹੀ ਜਾਣਦਾ ਵੀ ਆਹ ਬੰਦਾ ਉੱਥੇ ਕੰਮ ਕਰਦਾ ਜੀ, ਉੱਥੇ ਕੰਮ ਕਰਦਾ ਜੀ, ਕਿਉਂਕਿ 2-4 ਮਹੀਨੇ ਦਾ ਫਰੇਮ ਹੋ ਰਿਹਾ ਵੀ ਇੰਨੇ ਲੱਗਦੇ ਆ ਟਾਈਮ ਬਣਾਉਣ ਨੂੰ। ਹੈ ਬਈ ਘਰ ਹੁਣ ਆਪਣੇ ਬੰਦੇ ਨੇ 4-5 ਮੰਨ ਲਓ ਲਾਟਾਂ ਲੈ ਲਈਆਂ, ਘਰ ਬਣਾਉਣ ਲੱਗ ਗਏ। ਤੇ ਯਾਰ ਮਾੜਾ ਮੋਟਾ ਪ੍ਰੋਫੈਸ਼ਨਲਿਜ਼ਮ ਦਿਖਾਓ ਕਿਸੇ ਆਰਕੀਟੈਕਚਰ ਤੋਂ। ਘੱਟੋ ਘੱਟ ਜੇ ਤੁਸੀਂ 3 ਜਾਂ 4 ਘਰ ਬਣਾਉਣੇ ਹੋ, ਅਲੱਗ-ਅਲੱਗ ਨਕਸ਼ੇ ਬਣਵਾ ਲਓ ਪਲੀਜ਼। ਇੱਕ ਬੇਨਤੀ ਆ, ਇੱਕ ਨਕਸ਼ਾ ਲਿਆ ਆਪਦੇ ਹੀ ਢੰਗ ਨਾਲ 19-21 ਕਰਕੇ ਉਹ ਚਾਰੇ ਦੇ ਚਾਰੇ ਘਰ ਬਣਾਤੇ। ਉਹ ਥੋੜਾ ਬਹੁਤ ਦਾ ਫਰਕ ਪਾ ਲਓ। ਉਦਾਂ ਹੀ ਮੈਂ ਕਹਿੰਦਾ ਵੀ ਮੈਂ ਪ੍ਰੋਫੈਸ਼ਨਲ ਨਹੀਂ ਹੈਗਾ, ਬਟ ਇੰਡੀਆ ਵਿੱਚ ਮੇਰਾ ਇਹਦੇ ਨਾਲ ਰਿਲੇਟਡ ਕੰਮ ਸੀ ਤਾਂ ਮੈਨੂੰ ਪਤਾ, ਕਿਉਂਕਿ ਮੈਨੂੰ ਇੱਕ ਸ਼ੌਂਕ ਆ ਸੋਹਣੇ ਘਰ ਦੇਖਣ ਦਾ, ਬਣਾਉਣ ਦਾ, ਵੀ ਏਦਾਂ ਦਾ ਹੋਵੇ, ਐ ਹੋਵੇ, ਚਾਹੇ ਆਪਦੀ ਜੇਬ ਅਜੇ ਨਹੀਂ ਚੱਲਦੀ। ਪਰ ਮੈਂ ਕਹਿੰਦਾ ਵੀ ਮੈਂ 100 ਚੋਂ 90% ਤੁਹਾਨੂੰ ਇਹ ਕਹਿ ਕੇ ਦੱਸ ਦੂੰ, ਘਰ ਦੇਖ ਕੇ ਦੱਸ ਦੂੰ ਵੀ ਆਪਣੇ ਨੇ ਬਣਾਇਆ ਕਿ ਗੋਰਿਆਂ ਨੇ ਬਣਾਇਆ। ਇਹ ਮੈਂ ਗਾਰੰਟੀ ਕਰਦਾ, ਮੇਰਾ ਚੈਲੰਜ ਆ ਬੰਦਿਆਂ ਨੂੰ। ਔਰ ਸਾਲ ਤੋਂ ਸਾਲ ਬਾਅਦ ਇੰਨਾ ਵੀ ਇੱਕ ਤਾਂ ਆਰਕੀਟੈਕਚਰਲ ਆਪਣਾ ਟੋਟਲੀ ਜਿੰਨੇ ਵੀ ਬੰਦੇ ਫੀਲਡ 'ਚ ਕੰਮ ਕਰਦੇ ਆ, ਮੇਰੀ ਬੇਨਤੀ ਆ ਵੀ ਜੇ ਤੁਸੀਂ ਘਰ ਬਣਾਉਣਾ ਯਾਰ ਥੋੜਾ ਬਹੁਤ, ਜੇ ਪੱਥਰ ਥੱਪਣਾ ਪੱਥਰ ਹੀ ਥੱਪੀ ਜਾਂਦੇ ਆ ਸਾਰੇ ਘਰ ਦੇ ਉੱਤੇ ਹੀ। ਜੇ ਕੋਈ ਇੰਨਾ ਸਸਤਾ ਮਟੀਰੀਅਲ ਵੇਚਣਾ ਤੁਸੀਂ ਉਸੇ ਰੇਟ ਤੇ ਆ ਜਿਹੜਾ ਰੇਟ ਚੱਲ ਰਿਹਾ ਮਾਰਕੀਟ 'ਚ। ਕਹਿਣ ਦਾ ਮਤਲਬ ਇਹ ਆ ਵੀ ਚਲੋ ਮੈਂ ਆਪਣੇ ਵੀ ਘਰ ਪਾਏ ਹੋਏ ਆ, ਗੋਰਿਆਂ ਦੇ ਭਾਈ ਵੀ ਅਸੀਂ ਸਾਹਮਣੇ ਦੇਖੇ ਆ, ਉਸਦਾ ਹੀ ਪਤਾ ਲੱਗ ਜਾਂਦਾ ਵੀ ਆਹ ਆਪਣੇ ਦਾ ਪਾਇਆ ਲੱਗਦਾ ਵੀ ਜੇ ਆਹ ਕੁਝ ਕੀਤਾ ਨਾ ਘਰ ਦੇ ਮੂਹਰੇ, ਆਹ ਸਿੱਧਾ ਮਿੱਧਾ ਜਿਹਾ ਆਏ ਆ, ਆਪਣੇ ਦਾ ਪਾਇਆ ਹੋਇਆ। ਆਪਦੇ ਸਟੈਂਡਰਡ ਨੂੰ ਚੱਕੋ, ਤੁਸੀਂ ਮਿਹਨਤ ਬਹੁਤ ਕਰਦੇ ਹੋ। ਹਾਲਾਂਕਿ ਅੱਛਾ ਵਾਈਟ ਰੌਕ 'ਚ ਚਲੇ ਜਾਓ, ਜ਼ੀਰੋ ਐਵਨਿਊ ਵੱਲ, ਉਹ ਭਾਵੇਂ ਆਪਣੇ ਦੇ ਪਾਏ ਹੋਣ, ਮੈਂ ਸਰਾਹਨਾ ਕਰਦਾ, ਪਰ ਮੇਰੇ ਹਿਸਾਬ ਨਾਲ ਮੈਂ ਗਾਰੰਟੀ ਨਾਲ ਲੈ ਕੇ ਦਿੰਦਾ ਵਧੀਆ ਕੰਪਨੀ ਹੋਊਗੀ ਜਾਂ ਸੁਪਰਵਿਜ਼ਨ ਕਿਸੇ ਗੋਰੇ ਦੀ ਹੋਊਗੀ। ਉਹ ਜਿਹੜਾ 4 ਐਵਨਿਊ ਤੋਂ ਲੈ ਕੇ 0 ਐਵਨਿਊ ਤੱਕ ਆਪਣੇ ਬਾਰਡਰ ਦੇ ਏਰੀਆ ਦੇਖੋ ਜਾ ਕੇ ਤੁਸੀਂ, ਸਾਰਿਆਂ ਦੇ ਘਰਾਂ ਦੀ ਲੁੱਕ ਲਗਭਗ ਦੇਖੋ ਜੀ, ਹਰ ਇੱਕ ਦਾ ਕਲਰ ਅਲੱਗ ਆ, ਹਰ ਇੱਕ ਦਾ ਡਿਜ਼ਾਈਨ ਅਲੱਗ ਆ। ਰੂਹ ਖੁਸ਼ ਹੋ ਜਾਂਦੀ ਹੈ ਘਰ ਦੇਖ ਕੇ। ਜਦ ਤੱਕ ਤੁਹਾਡੀ ਬਾਹਰੋਂ ਘਰ ਨੂੰ ਦੇਖ ਕੇ ਰੂਹ ਨਹੀਂ ਖੁਸ਼ ਹੁੰਦੀ। ਹੁਣ ਬਾਹਰੋਂ ਘਰ ਦੇਖ ਲਓ ਆਪਣੇ ਦੇ ਬਣੇ ਹੋਏ, ਹੁਣ ਵੀ ਮੈਂ ਲੰਘਿਆ ਜਾਂਦਾ, ਮੈਨੂੰ ਪਤਾ ਆਹ ਬੈਡਰੂਮ ਆ, ਆਹ ਰਸੋਈ ਆ, ਆਹ ਫਲਾਨਾ ਵਾ, ਕੋਈ ਪਲੈਨਿੰਗ ਹੀ ਨਹੀਂ ਆਪਣੇ ਘਰ ਦੀ। ਜਦੋਂ ਤੁਸੀਂ ਘਰ 'ਚ ਐਂਟਰ ਕਰਦੇ ਹੋ ਸਾਰਾ ਕੁਝ ਸੇਮ, ਉਹੀ ਘਰੇ ਉਹੀ ਗੋਰੇ ਦੇ ਘਰੇ ਐਂਟਰ ਕਰ ਜਾਓ, ਉਹਨੂੰ ਲੱਗੂਗਾ ਹੀ ਨਹੀਂ ਵੀ ਯਾਰ ਇੱਥੇ ਕੀ ਹੋ ਸਕਦਾ, ਇੱਧਰ ਕੀ ਹੋ ਸਕਦਾ ਵਾ। ਇਹੀ ਪਲੈਨਿੰਗ ਹੁੰਦੀ ਆ ਘਰ ਦੀ, ਇਹੀ ਆਰਕੀਟੈਕਚਰ ਨੂੰ ਹਾਇਰ ਕਰਨ ਦਾ ਫਾਇਦਾ ਹੁੰਦਾ ਜੀ। ਧੰਨਵਾਦ। ਬਿਲਕੁਲ, ਥੈਂਕ ਯੂ। $1,500 ਦੇ ਵਿੱਚ ਕਾਪੀ ਹੁੰਦੀ ਆ ਭੁਪਿੰਦਰ ਸਿੰਘ ਜੀ, ਇੱਕ $30,000 ਦੇ ਕੇ ਆਰਕੀਟੈਕਟ ਡਿਜ਼ਾਈਨ ਕਰਦਾ। ਸਾਡੇ ਬਹੁਤ ਐਕਸਪੀਰੀਅੰਸਡ ਜਿਹੜੇ ਡਿਜ਼ਾਈਨਰ ਨੇ, ਇੱਕ ਵਾਰ ਉਹਨਾਂ ਨੂੰ ਬਜਟ ਤਾਂ ਦੇਣ ਵੀ ਲੈ ਸਾਡਾ ਡਿਜ਼ਾਈਨ ਕਰਕੇ ਦੇ, ਫਿਰ ਉਹ ਲਾਉਣ ਉਹਦੇ ਤੇ ਕੰਮ, ਉਹਦੀਆਂ ਦੀਆਂ ਮੀਟਿੰਗਸ ਹੋਣ 1, 2, 3, 4 ਤੇ ਉਹਨੂੰ ਬਣਾ ਕੇ ਦਿਖਾਉਣ, ਫਿਰ ਪਤਾ ਲੱਗਦਾ। ਤੇ ਅਸੀਂ ਸਾਡੀਆਂ ਆਦਤਾਂ ਸਸਤੇ ਦੀਆਂ ਜਦ ਪੈ ਗਈਆਂ, ਇੱਕ ਨਕਲ ਜਿਹੜੀ ਆ ਅੱਗੇ ਤੋਂ ਅੱਗੇ ਉਹ। ਮਨਪ੍ਰੀਤ ਸਿੰਘ ਜੀ ਲਾਈਨ ਨੰਬਰ 3। ਹਾਂਜੀ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਜਦੋਂ ਦਾ ਆਇਆ ਜਦ ਸਾਹਿਬ ਮੈਂ ਥੋੜਾ ਜਿਹਾ ਟਾਈਮ ਜੌਬ ਕੀਤੀ ਹੈ, ਉਸ ਤੋਂ ਬਾਅਦ ਮੈਂ ਆਪਣਾ ਕੰਮ ਸ਼ੁਰੂ ਕਰ ਲਿਆ ਤੇ ਗਾਹਾਂ ਤੁਹਾਡੇ ਵਰਗੇ ਮਿੱਤਰ ਪ੍ਰੇਮੀ ਮਿਲਦੇ ਗਏ। ਉਹਨਾਂ ਦੀ ਵੀ ਗੁੜਤੀ ਇਹੀ ਸੀਗੀ ਕਿ ਜੋ ਵੀ ਕੰਮ ਕਰਨਾ, ਪੇਰੈਂਟਸ ਦਾ ਵੀ ਸੀ, ਸਾਡੇ ਡੈਡ ਦਾ ਵੀ ਏਦਾਂ ਹੀ ਸੀਗਾ ਕਿ ਜਿਹੜਾ ਵੀ ਕੰਮ ਕਰਨਾ ਉਹਨੂੰ ਪ੍ਰੋਫੈਸ਼ਨਲੀ ਤਰੀਕੇ ਨਾਲ ਕਰੋ, ਵੀ ਜਿਹੜਾ ਤੁਹਾਨੂੰ ਤੁਹਾਡੀ ਮਾਰਕੀਟ ਬਣੀ ਰਹੇ। ਗਿੱਲ ਸਾਹਿਬ ਏਦਾਂ ਹੀ ਕੀਤਾ, ਬਹੁਤ ਵਧੀਆ। ਇੱਕ ਕੰਪਨੀ ਲੈ ਲਈ ਲੈਂਡਸਕੇਪਿੰਗ ਦੀ, ਫਿਰ 2 ਲੈ ਲਈਆਂ, ਫਿਰ 3 ਲੈ ਲਈਆਂ, ਛੋਟੀ ਛੋਟੀ ਐਡ ਕਰਦੇ ਚਲੇ ਗਏ। ਗਿੱਲ ਸਾਹਿਬ ਔਖਾ ਲੱਗੂਗਾ ਕਹਿਣਾ, ਜਿੱਦਾਂ ਬਾਈ ਜੀ ਪਿੱਛੇ ਵੀ ਕਹਿ ਕੇ ਗਏ ਨੇ ਕਿ ਮੈਂ ਗੋਰਿਆਂ ਤੋਂ ਹੀ ਕੰਮ ਕਰਾਉਣਾ। ਗਿੱਲ ਸਾਹਿਬ ਆਪਣੇ ਜਿਹੜੇ ਬੰਦੇ ਸੀ ਅਸੀਂ ਤਾਂ ਖੁਸ਼ੀ ਨਾਲ ਕੰਮ ਕਰਿਆ ਕਰਨਾ, ਕਿਉਂ ਅਸੀਂ ਬੇਰੀਏ 'ਚ ਰਹਿੰਦੇ ਹਾਂ। ਗਿੱਲ ਸਾਹਿਬ ਪੰਜਾਬੀ ਬੋਲਣ ਨੂੰ ਉਡੀਕਣਾ ਪੈਂਦਾ ਸੀ ਅੱਜ ਤੋਂ 20 ਸਾਲ ਪਹਿਲਾਂ ਕਿ ਅੱਜ ਅਸੀਂ ਪੰਜਾਬੀ ਬੋਲਣੀ ਹੈ। ਇੰਡੀਅਨ ਸਟੋਰ ਦੇ ਕੋਲ ਜਾਈਏ ਕੋਈ ਬੰਦਾ ਨਹੀਂ ਸੀ ਮਿਲਦਾ ਹੁੰਦਾ, ਜਾਂ ਆ ਕੇ ਸਰੀ 'ਚ ਬੋਲਣੀ, ਜਾਂ ਇੱਥੇ ਬਹੁਤ ਔਖਾ ਹੋਣਾ। ਤੇ ਜਦੋਂ ਅਸੀਂ ਆਪਣੇ ਬੰਦਿਆਂ ਨਾਲ ਖੁਸ਼ੀ ਨਾਲ ਜਾਣਾ, ਭਾਜੀ ਇਹਨਾਂ ਨੇ ਬੜਾ ਕੰਮ ਤੰਗ ਕਰਿਆ ਕਰਨਾ ਬੰਦਿਆਂ ਨੂੰ। ਬੰਦੇ ਸਾਰੇ ਮੇਰੇ ਕੋਲ ਮੁਸੀਕੇ ਕੰਮ ਕਰਦੇ, ਤੇ ਕਹਿੰਦੇ ਵੀ ਜਦੋਂ ਅਸੀਂ ਤੁਹਾਡੇ ਬੰਦਿਆਂ ਕੋਲ ਜਾਂਦੇ ਆ ਇਹਨੇ ਬਹੁਤ ਤੰਗ ਕਰਦੇ ਆ। ਚਲੋ ਜੀ ਹੌਲੀ ਹੌਲੀ ਫਿਰ ਇਹ ਘਟਾਉਣੇ ਕਿਤੇ। ਗਿੱਲ ਸਾਹਿਬ 200-300 ਕਸਟਮਰ ਆ, ਇੱਕ ਵੀ ਪੰਜਾਬੀ ਬੋਲਦਾ ਨਹੀਂ ਰੱਖਿਆ। ਹੌਲੀ ਤੰਗ ਹੋ ਕੇ ਹੌਲੀ ਹੌਲੀ ਸਾਰੇ ਖਸਕਾਏ। ਪ੍ਰੋਫੈਸ਼ਨਲ ਹੋਣਾ ਤੁਹਾਡਾ ਬਹੁਤ ਜ਼ਰੂਰੀ ਹੈ। ਜਿੱਦਾਂ ਹੁਣ ਅਸੀਂ ਇੱਥੇ ਆਪਣੇ ਬੰਦੇ ਨੂੰ ਕੰਮ ਦਿੰਦੇ ਆ, ਗਿੱਲ ਸਾਹਿਬ ਤੰਗੇ ਹੋਈਦਾ, ਕਿਉਂ ਉਹਨਾਂ ਨੇ ਸਮਾਨ ਤੁਹਾਡੀਆਂ ਜਗ੍ਹਾ ਜਗ੍ਹਾ ਛੱਡ ਜਾਣਾ, ਕਦੇ ਵੀ ਪੂਰਾ ਕਰਕੇ 100% ਨਹੀਂ ਜਾਣਾ, ਵਿੱਚ ਛੱਡ ਜਾਣਾ, ਬਾਅਦ 'ਚ ਆਉਣਾ। ਜਦੋਂ ਤੁਸੀਂ ਪ੍ਰੋਫੈਸ਼ਨਲ ਬੰਦਾ ਕੋਈ ਵੀ ਬੁਲਾਓ, ਉਹ ਤਸੱਲੀ ਕਰਾ ਕੇ ਜਾਂਦਾ। ਕੰਮ ਜ਼ਰੂਰ ਥੋੜਾ ਜਿਹਾ ਮਹਿੰਗਾ ਹੁੰਦਾ, ਪਰ ਪ੍ਰੋਫੈਸ਼ਨਲ ਹੋਣਾ ਬਹੁਤ ਜ਼ਰੂਰੀ ਹੈ। ਜਿੱਦਾਂ ਹੁਣ ਗਿੱਲ ਸਾਹਿਬ ਮੇਰੀ ਵਾਈਫ ਰੀਅਲ ਸਟੇਟ ਦਾ ਕੰਮ ਕਰਦੇ ਆ, ਅਸੀਂ ਇਸ ਕੰਮ ਨਾਲ ਜੁੜੇ ਹੋਏ ਆ। ਮੇਰੀ ਵਾਈਫ ਨਿਆਣੇ ਵੀ ਇਸੇ ਕੰਮ 'ਚ ਪੈ ਗਏ। ਗਿੱਲ ਸਾਹਿਬ ਜਿਹੜਾ ਆਪਾਂ ਹੁਣ ਲੈਂਡਸਕੇਪਿੰਗ ਕਰਦੇ ਆ, ਆਪਣੇ ਪੰਜਾਬੀ ਦੇ ਚਲੇ ਜਾਓ, ਠੀਕ ਆ, ਉਹਨੇ ਕੀ ਕਰਨਾ ਜੀ, ਪੱਥਰ ਆ ਜਿਹੜਾ ਉਹ ਅਸੀਂ ਉਹ ਘਰ ਵੇਚਣਾ। ਜਦੋਂ ਉਹਨੇ ਕਹਿਣਾ ਜੀ ਮੈਂ ਤਾਂ ਸਾਰਾ ਕੰਮ ਕਰਾਇਆ ਆ, ਗਿੱਲ ਸਾਹਿਬ ਵੁੱਡ ਚਿਪ ਹੋਰ ਆ, ਪੱਥਰ ਹੋਰ ਆ। ਜਦੋਂ ਕਸਟਮਰ ਨੇ ਆਉਣਾ ਉਹਨੇ ਦੇਖਿਆ ਨਾ ਵੀ ਇਹ ਕੀ ਭਿਖਾਰੀਆਂ ਵਾਲਾ ਕੰਮ ਕੀਤਾ ਹੋਇਆ। ਜੇ ਲੈਂਡਸਕੇਪਿੰਗ ਤੇ ਤੁਸੀਂ 5000 ਲਾਏਂਗੇ, ਉਹ 50000 ਕਮਾਏਂਗੇ। ਸਿੱਧਾ ਜਿਹਾ ਕੰਮ ਆ। ਪ੍ਰੋਫੈਸ਼ਨਲ ਹੋਣਾ ਬਹੁਤ ਜ਼ਰੂਰੀ ਹੈ। ਚਾਹੇ ਅੱਗੇ ਵੀ ਤੁਸੀਂ ਸ਼ੋਅ ਲੈ ਕੇ ਆਏ, ਫਿਰ ਤੁਹਾਨੂੰ ਲੋਕ ਬਾਅਦ 'ਚ ਕਹਿਣ ਲੱਗ ਜਾਂਦੇ ਤੁਸੀਂ ਅਸੀਂ ਫੁੱਲ ਟਾਈਮ ਕਿੱਥੋਂ ਕਰੀਏ। ਭਾਜੀ ਜਿਹੜੇ ਬੰਦੇ ਫੁੱਲ ਟਾਈਮ ਕਰਦੇ ਨੇ ਤੁਹਾਡੇ ਪੱਲੇ ਵੀ ਉਹੀ ਪਾਉਂਦੇ, ਜਿਹੜੇ ਪਾਰਟ ਟਾਈਮ ਕੰਮ ਕਰਦੇ ਨੇ, ਦਿਨੇ ਕੁਛ ਕਰਦੇ ਨੇ, ਰਾਤ ਨੂੰ ਕੁਛ ਕਰਦੇ ਨੇ, ਉਹਨਾਂ ਕੋਲ ਇਹ ਚੀਜ਼ ਤੁਹਾਨੂੰ ਪੂਰਾ ਨਹੀਂ ਕਰ ਸਕਦੇ। ਇਹ ਸੱਚ ਹੈ, ਚਾਹੇ ਉਹ ਗੁੱਸਾ ਕਰਨ। ਜਿਹੜੇ ਫੁੱਲ ਟਾਈਮ ਨੇ ਹੁਣ ਤੁਹਾਡੇ ਕੋਲ ਐਦਾਂ ਕਰਦੇ ਨੇ, ਆਉਂਦੇ ਨੇ ਭਾਜੀ ਪ੍ਰੋਫੈਸ਼ਨਲ ਦੇ ਮੂੰਹ 'ਤੇ ਪਤਾ ਲੱਗਦਾ ਤੁਹਾਨੂੰ ਜਦੋਂ ਬੋਲਦੇ ਨੇ ਕਿ ਹਾਂ ਭਾਈ ਕੋਈ ਪ੍ਰੋਫੈਸ਼ਨਲ ਬੰਦਾ ਕੰਮ ਕਰਦਾ। ਤੁਹਾਡੇ ਕੋਲ ਹਰਜਿੰਦਰ ਸਿੰਘ ਧਾਰੀਵਾਲ ਹੈਗੇ, ਸਾਡੇ ਕੋਲ ਜਗਰੂਪ ਸਿੰਘ ਹੈਗਾ, ਬਾਈ ਜੀ ਬੜੇ ਬੰਦੇ ਪ੍ਰੋਫੈਸ਼ਨਲ ਨੇ। ਇਹਨਾਂ ਦੇ ਨਾਲ ਲੱਗ ਕੇ ਬੜਾ ਕੁਛ ਸਿੱਖਿਆ। ਕਦੇ ਵੀ ਕੋਈ ਲਾਂਭਾ ਨਹੀਂ ਕਿਸੇ ਵੱਲੋਂ ਵੀ ਆਇਆ। ਤੇ ਜਦ ਕੋਈ ਕੰਮ ਹੀ ਨਹੀਂ ਕਰਨਾ ਭਾਜੀ, US ਸਟੇਟ ਏਦਾਂ ਹੀ ਡੁੱਬੀ ਆ। ਜਦੋਂ ਇਹ ਲੋਨ ਦਾ ਕੰਮ ਚੱਲਿਆ ਨਾ ਜੀ, ਜਾਲੀ ਪੇਪਰ ਬਣਾਈ ਜਾਣੇ ਗੈਸ ਸਟੇਸ਼ਨਾਂ ਤੇ, ਭਾਈ ਜੀ ਬੰਦੇ ਦਾ ਨਾਂ ਆਊਗਾ, ਹਾਂਜੀ ਬਲਕਾਰ ਸਿੰਘ ਤੁਹਾਡੇ ਕੋਲ ਕੰਮ ਕਰਦਾ, ਬੈਂਕ 'ਚੋਂ ਫੋਨ ਆਉਣਾ, ਹਾਂਜੀ ਇੱਥੇ ਕੰਮ ਕਰਦਾ ਜੀ, 40 ਘੰਟੇ ਕੰਮ ਕਰਦਾ, ਵਿੱਚ ਘਰ ਵਾਲੀ ਵੀ ਕਰ ਜਾਂਦੀ ਹੈ ਜੀ। ਭਾਜੀ ਉਹਨਾਂ ਤੋਂ ਕਿਸ਼ਤਾਂ ਹੀ ਨਹੀਂ ਦੇ ਹੋਈਆਂ, ਸਾਰੇ ਹੀ ਡੁੱਬ ਗਏ। ਹੁਣ ਇੱਥੇ ਲੋਨ ਦਾ ਇੰਨਾ ਔਖਾ ਕੰਮ ਹੈ ਗਿੱਲ ਸਾਹਿਬ, ਅੱਖਾਂ 'ਚ ਟੋਏ ਪੈ ਜਾਂਦੇ ਨੇ ਜੇ ਤੁਸੀਂ ਲੋਨ ਕਰਾਉਣੇ, ਲੋਨ ਦੀ ਪੜ੍ਹਾਈ ਕਰਨੀ। ਇੰਨੀ ਸ਼ੱਕ ਪੈ ਗਈ ਇਹਨਾਂ ਨੂੰ। ਤੁਸੀਂ ਮਾੜਾ ਜਿਹਾ ਗਲਤ ਹੋਵੇ ਸਿੱਧਾ ਜੇਲ੍ਹ ਦਿਖਦੀ ਆ ਬੰਦੇ ਨੂੰ ਕਿ ਯਾਤਰਾ ਹੋ ਜਾਣੀ ਹੈ। ਲੋਨ ਦਾ ਕੰਮ ਹੀ ਨਹੀਂ ਕਰਦੇ। ਰੀਅਲ ਸਟੇਟ ਕਹਿ ਦੇਣਗੇ ਹਾਂ ਜੀ ਰੀਅਲ ਸਟੇਟ ਕਰਾਉਣਾ, ਲੋਨ ਦਾ ਨਹੀਂ ਕਰਾਉਣਾ। ਕਿਉਂ? ਉਹ 'ਚ ਸੌਰੀ ਕਹਿਣ ਦਾ ਹੁਣ ਟਾਈਮ ਹੈ ਨਹੀਂ ਗਿੱਲ ਸਾਹਿਬ। ਹੁਣ ਸਿਰਫ ਤੇ ਸਿਰਫ ਪ੍ਰੋਫੈਸ਼ਨਲਿਜ਼ਮ ਹੀ ਕਾਮਯਾਬ ਹੈ। ਓਕੇ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਾਨੀ ਮਨਪ੍ਰੀਤ ਕੌਰ ਜੀ, ਲਾਈਨ ਨੰਬਰ 4। ਮਨਪ੍ਰੀਤ ਕੌਰ ਜੀ, ਐਨੀਵੇਜ਼ ਇੱਕ ਇਹਦੇ 'ਚ ਅਖੀਰ ਹੁਣ ਘਰਾਂ ਦੀ ਮੈਂ ਇਨ ਜਨਰਲ, ਹੈਲੋ, ਪ੍ਰੋਫੈਸ਼ਨਲਿਜ਼ਮ ਦੀ ਮੈਂ ਗੱਲ ਕਰਦਾ, ਘਰਾਂ ਤੇ ਗੱਲ ਆਈ ਹੈ। ਇੱਕ ਜਿਹਨੇ ਵੀ ਘਰ ਬਣਾਉਣਾ, ਬੇਨਤੀ ਹੈ ਕਿ ਬਿਨਾਂ ਕੋਟੇਸ਼ਨ ਤੋਂ, ਬਿਨਾਂ ਚੈੱਕ ਕਰੇ, ਬਿਨਾਂ ਬੰਦੇ ਦੀ ਬੈਕਗਰਾਊਂਡ ਚੈੱਕ ਕਰੇ, ਬਿਨਾਂ ਜਿਹੜੇ ਘਰਾਂ ਦਾ ਰੈਫਰੈਂਸ ਦਿੰਦਾ ਹੈ ਉਹਨਾਂ ਤੋਂ ਚੈੱਕ ਕਰੇ, ਕਦੇ ਕੰਮ ਨਾ ਦਿਓ। ਪਹਿਲਾਂ ਪੁੱਛ ਲਓ। ਮਸਲਨ ਕੋਈ ਘਰ ਦਿਖਾ ਕੇ ਕਹਿੰਦੇ ਵੀ ਆਹ ਘਰ ਹੈ ਅਸੀਂ ਬਣਾਇਆ, ਉਹਨੂੰ ਕਹਿ ਲਿਆ ਦੇ ਬੰਦੇ ਦਾ ਨੰਬਰ ਜਿਹਦਾ ਘਰ ਬਣਾਇਆ, ਮੈਂ ਪੁੱਛਾਂ ਤੇਰੇ ਬਾਰੇ। ਜਦ ਤੁਸੀਂ ਘਰ ਦੇ ਵਿੱਚ, ਜਿਵੇਂ ਲੈਂਡਸਕੇਪਿੰਗ ਦੀ ਮਨਪ੍ਰੀਤ ਕਹਿ ਗਿਆ, ਲੈਂਡਸਕੇਪਰ ਜਿਹਨੂੰ ਤੁਹਾਨੂੰ ਐਸਟੀਮੇਟ ਨਹੀਂ ਕਰਨਾ ਆਉਂਦਾ ਤੁਹਾਡੇ ਘਰ ਦਾ, ਵੀ ਮੇਰੀ ਇਹਦੇ ਤੇ ਇੰਨੀ ਕੋਸਟ ਆ, ਇੰਨਾ ਸਮਾਨ ਆ, ਇੰਨੇ ਮੈਂ ਇਹਦੀ ਮੇਰੇ ਪੈਸੇ ਲੱਗਣ, ਉਹ ਤੁਸੀਂ ਇਹੋ ਜਿਹਾ ਖਿਲਾਰ ਪਾਓਗੇ ਤੁਹਾਨੂੰ ਪਤਾ ਨਹੀਂ ਲੱਗਣਾ ਉਹਦਾ। ਤੁਹਾਡੇ ਬੰਦਾ ਆਵੇ ਤੁਹਾਨੂੰ ਜੇ ਕਿਸੇ ਨੂੰ ਐਸਟੀਮੇਟ ਦੀ ਜੌਬ ਦਾ ਦੇਣਾ ਆਉਂਦਾ, ਉਹ ਤੁਹਾਡਾ ਕੰਮ ਕੀ ਕਰੂਗਾ?
ਜੇ ਉਹ ਚੈੱਕ ਕਰਕੇ ਜੇ ਉਹਦੇ 'ਚ ਇਹ ਅਬਿਲਿਟੀ ਨਹੀਂ ਬਈ ਆਹ ਲੈ ਡਰਾਇੰਗਾਂ ਫੜ, ਇਹਦਾ ਦੇਖ ਲੈਵਲ, ਇੱਥੋਂ ਮਿੱਟੀ ਇੰਨੀ ਜਾਣੀ ਹੈ ਤੇ ਪਿਛਲੇ ਪਾਸੇ ਇੰਨੀ ਜਾਣੀ ਹੈ, ਆਹ ਕੰਮ 5 ਮਹੀਨੇ ਬਾਅਦ ਜੇ ਤੁਹਾਡੇ ਕੀਤੇ ਕੰਮ ਤੋਂ ਬਾਅਦ 5 ਮਹੀਨੇ ਬਾਅਦ ਤੁਸੀਂ ਉਸ ਤੇ ਦੁਬਾਰਾ ਕਰਾਉਣ ਲੱਗ ਜਾਂਦੇ ਹੋ, ਕਾਹਦਾ ਕੰਮ ਹੋਇਆ? ਘਰ ਦੀ ਜਿਹੜੀ ਇੱਕ ਲੈਂਡਸਕੇਪਿੰਗ ਦਾ ਕੰਮ ਹੈ ਜਿਹੜਾ ਇੰਨਾ ਕੁ ਵਧੀਆ ਹੋਣਾ ਚਾਹੀਦਾ ਜਿਹਦੇ ਤੇ ਦੇਖਣ ਨੂੰ ਹੀ ਲੱਗਦਾ। ਤੁਹਾਡੇ ਪੇਪਰ ਵਗੈਰਾ ਤੁਸੀਂ ਲਵਾਉਂਦੇ ਹੋ $7 ਦਾ ਸਕੁਅਰ ਫੁੱਟ ਲੱਗਦਾ। ਅਲਟਰਨੇਟਿਵ ਪਹਿਲਾਂ ਵੇਖੋ, ਉਹਨੂੰ ਚੈੱਕ ਕਰੋ ਵੀ ਮੇਰੇ 5000 ਆ, ਮੇਰਾ 35000 ਦੇ ਮੇਰੇ ਪੇਪਰ ਲੱਗਣੇ ਨੇ, ਇਹਦਾ ਹੀ ਅਲਟਰਨੇਟਿਵ ਕੀ ਆ? ਕੀ ਮੈਂ ਇੱਥੇ ਅਸਫਾਲਟ ਪਵਾ ਲਵਾਂ, ਕੀ ਮੈਂ ਇੱਥੇ ਕੋਈ ਕੰਕਰੀਟ ਪਵਾ ਲਵਾਂ, ਇੱਥੇ ਮੈਂ ਕੀ ਪਵਾ ਲਵਾਂ? ਕਿਉਂਕਿ ਉਹਨਾਂ ਨੇ ਉਹ ਤੁਹਾਨੂੰ ਕਹਿਣਾ ਜਿਹੜਾ ਉਹਨਾਂ ਨੂੰ ਫਾਇਦਾ, ਤੁਸੀਂ ਉਹ ਕਰਨਾ ਜਿਹੜਾ ਤੁਹਾਨੂੰ ਫਾਇਦਾ। ਔਰ ਕਦੇ ਵੀ ਜੇ ਤੁਸੀਂ ਕਿਸੇ ਦੋਸਤ ਮਿੱਤਰ ਦੇ ਕਹੋ ਨਾ ਵੀ ਚੱਲ ਨਵਾਂ ਬੰਦਾ ਯਾਰ ਇਹਨੂੰ ਕੰਮ ਦੇ ਦਿਓ, ਆਪਣਾ ਘਰ ਤੁਹਾਡਾ ਇੱਕ ਵਾਰ ਜ਼ਿੰਦਗੀ 'ਚ ਬਣਨਾ, ਉਹ ਤਜਰਬਿਆਂ ਲਈ ਨਹੀਂ ਹੈ, ਉਹ ਪ੍ਰਯੋਗਸ਼ਾਲਾ ਨਹੀਂ ਹੈ। ਤੇ ਮੁੜ ਕੇ ਤੁਸੀਂ ਹੱਥਾਂ ਤੇ ਦੰਦੀਆਂ ਵੜਦੇ ਹੋ ਜਾਂ ਤੁਰੇ ਫਿਰਦੇ ਹੋ ਬਾਹਰ। ਚਲੇ ਲੱਗੇ ਹੁੰਦੇ ਨੇ ਪਾਣੀ ਦੇ ਜਿੱਥੇ ਜਰਬਲ ਲੱਗੀ ਹੁੰਦੀ ਹੈ, ਦੇਖ ਲਿਓ ਤਾਂ ਘਰਾਂ 'ਚ ਆਲੇ ਦੁਆਲੇ ਤੁਰੇ ਫਿਰਦੇ। ਤੋ ਇਹ ਜਿਹੜਾ ਕੰਮ ਹੈ ਇਹਦੇ ਤੇ ਔਰ ਉਹ ਕਲੇਸ਼ 'ਚ ਨਿਬੜਨਾ, ਜਿਹੜੀ ਤੁਸੀਂ ਪਹਿਲਾਂ ਲਿਖਤੀ ਨਹੀਂ ਕੀਤੀ ਹੋਈ ਵੀ ਮੈਂ 30,000 ਦੀ ਜੋਬ ਆ 30 'ਚ ਕਰੂੰ, ਆਹ ਚੱਕ 25% ਹੋਣ, 25% ਅੱਧ 'ਚ, 25% ਅਖੀਰ 'ਚ। ਜਿਹੜਾ ਤੁਸੀਂ ਇਹ ਕਰਤਾ ਮਟੀਰੀਅਲ ਤੁਹਾਡਾ, ਲੇਬਰ ਮੇਰੀ, ਉਹ 'ਚ ਬਸ ਤੁਸੀਂ ਗਏ। ਤੁਹਾਡਾ 50,000 ਵਾਲਾ ਕੰਮ $1,00,000 ਟੂ। ਮੈਂ ਇੱਕ ਤੁਹਾਨੂੰ ਇਹ ਦੇ ਰਿਹਾ ਇਹਦੀ ਐਗਜ਼ਾਮਪਲ, ਇਹੋ ਜਿਹੀਆਂ ਬਹੁਤ ਨੇ ਸਾਰੇ ਕੰਮਾਂ 'ਚ। ਘਰ ਦੀ ਤਾਂ ਗੱਲ ਇੱਕ ਵਾਰ ਚੱਲ ਪੈਂਦੀ ਆ ਕਿਉਂਕਿ ਵੱਡਾ ਆਪਣਾ ਬਿਜ਼ਨਸ ਹੈ। ਕਿਸੇ ਵੀ ਕੰਮ 'ਚ ਪ੍ਰੋਫੈਸ਼ਨਲਿਜ਼ਮ 'ਚ ਪ੍ਰੋਫੈਸ਼ਨਲਿਸਟ ਕੋਲ ਜਾਓ, ਚਾਹੇ $10 ਵੱਧ ਦੇਵੋ, ਸੌਖੇ ਰਹੋਗੇ। ਆ ਜਦ ਏਅਰ ਕੇਅਰ ਹੁੰਦੀ ਸੀ, ਉਹ ਬਾਤ ਕਿੱਦਾਂ ਹੁੰਦਾ ਸੀ ਉਹ ਸਾਰਾ ਸਿਸਟਮ। ਹੁਣ ਇਹਨੂੰ ਭਜਾ ਕੇ ਲੈ ਜੀ, ਇਹਦੇ 'ਚ ਹੁਣ ਦੂਜੀ ਗੈਸ ਪਾ ਲਈ, ਇਹਦਾ ਗੇੜਾ ਕੱਢੀ ਪੂਰਾ ਹੋਪ ਤੱਕ, ਫਿਰ ਬਹੁਤ ਗਰਮ ਨੂੰ ਲੈ ਕੇ ਆਈ ਉੱਥੇ। ਤਾਂ ਦੱਸ ਸਿਸਟਮ ਕੀ ਹੈ ਵੀ ਉਹਦਾ ਤੁਸੀਂ ਜਿਹੜਾ ਕੈਟਾਲਿਟਿਕ ਕਨਵਰਟਰ ਪੈਣ ਵਾਲੇ ਨੇ ਉਹਦਾ ਕੀ ਪੈਣ ਵਾਲਾ, ਉਹ ਤਾਂ ਤੁਸੀਂ ਪਤਾ ਉਹ ਤਾਂ এনवायरमेंट ਸੇਵ ਕਰਨ ਲਈ ਤਾਂ ਅਸੀਂ ਕਰ ਰਹੇ ਹਾਂ। ਉਹ ਝੂਠ ਬੋਲ ਕੇ ਪਾਸ ਕਰਾ ਕੇ ਅਸੀਂ ਕੀ ਕਰਨਾ? ਮੇਰੇ ਮਤਲਬ ਇਹ ਅਸੀਂ ਵਧੀਆ ਤਰੀਕੇ ਨਾਲ ਕਰੀਏ। ਵਪਾਰਕ ਸੰਦੇਸ਼ ਪ੍ਰੋਫੈਸ਼ਨਲਿਜ਼ਮ ਆ ਜਿਹੜਾ ਉਹ ਪੇਸ਼ੇਵਰ ਜਾਂ ਤੁਸੀਂ ਹੁੰਦੇ ਹੋ, ਫੇਰ ਇਹ ਫਾਇਦਾ। ਕੋਈ ਵੀ ਪ੍ਰੋਫੈਸ਼ਨ ਆ, ਸਾਰਿਆਂ ਬਾਰੇ ਮੈਂ ਕਹਿ ਰਿਹਾ। ਦੂਸਰਾ ਮੈਂ ਗੱਲ ਅੱਜ ਕਰਨੀ ਸੀ, ਦੂਸਰੀ ਗੱਲ ਇਹ ਲੰਮੀ ਹੋ ਗਈ, ਇਹਨੂੰ ਮੈਂ ਹੁਣ ਸਮਾਪੇ ਕਰ ਦੇਣਾ ਕਿ ਸਾਡੇ ਧਰਮ ਤੇ ਸੱਭਿਆਚਾਰ ਕਰਕੇ ਸਾਡੀਆਂ ਜਿਹੜੀਆਂ ਰਿਆਇਤਾਂ ਮਿਲੀਆਂ ਨੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਠੀਕ ਰੱਖ ਸਕਦੇ। ਸਾਨੂੰ ਬੜਾ ਕੁਛ ਇੱਥੇ ਮਿਲਿਆ ਜਿਹਦੇ 'ਚ ਅਸੀਂ ਧਰਮ ਦੀ ਆਪਣੀ ਪ੍ਰੈਕਟਿਸ ਕਰਦੇ ਹਾਂ ਤੇ ਉਸ ਦਾ ਅਸੀਂ ਨਿੱਘ ਮਾਣਦੇ ਹਾਂ। ਉਹ ਸਾਨੂੰ ਛੋਟ ਦਿੱਤੀ ਹੋਈ ਹੈ ਕਿ ਤੁਸੀਂ ਇਹ ਕਰ ਸਕਦੇ। ਮਸਲਨ ਮੋਟਰਸਾਈਕਲ ਚਲਾਉਣਾ ਦਸਤਾਰ ਬੰਨ੍ਹ ਕੇ, ਉਹਦਾ ਕੋਈ ਕਾਇਦਾ ਕਾਨੂੰਨ ਹੈ ਕਿ ਉਹ ਦਸਤਾਰ ਕਿੱਡੀ ਚਾਹੀਦੀ ਹੈ। ਜਿਹੜੀ ਦਸਤਾਰ ਬੰਨੀ ਹੋਈ ਲੱਗੇ, ਉਹ 4 ਗਜ ਦਾ ਸਿੰਗਲ ਪਹਿਰੇ ਦਾ ਪਰਨਾ ਨਹੀਂ ਹੈ ਜਿਹੜਾ ਅੱਜ ਕੱਲ੍ਹ ਸਪੋਰਟਸ ਮੋਟਰਸਾਈਕਲਾਂ ਤੇ ਚਲਾਈ ਫਿਰਦੇ ਨੇ ਨਾ ਨਵੇਂ ਮੁੰਡੇ। ਕਿਰਪਾ ਕਰੋ, ਥੋੜ੍ਹੀ ਬਹੁਤੀ ਤਰਸ ਕਰੋ ਕੌਮ ਤੇ। ਜਾਂ ਹੋਰ ਸਾਨੂੰ ਇੱਥੇ ਲਿਆਉਣ ਦੇ ਤੇ ਸਾਨੂੰ ਉਹਨਾਂ ਨੇ ਅਲਾਓ ਕਰ ਦਿੱਤਾ ਕਿ ਅਸੀਂ ਆਪਣੇ ਘਰ ਦੀਆਂ ਪੁਰਾਣੀਆਂ ਚੀਜ਼ਾਂ ਲੈ ਆਈਏ। ਦੇਖੋ ਕੀ ਕੁਛ ਅਸੀਂ ਇੱਥੇ ਲੈ ਕੇ ਆਏ। ਟਰੈਕਟਰ ਅਸੀਂ ਘਰ ਦੇ ਜੱਦੀ ਲੈ ਆਏ, ਹਲ ਤੇ ਉਸ ਤੋਂ ਬਾਅਦ ਮੋਟਰਸਾਈਕਲ, ਸੰਦੂਕ ਮਾਵਾਂ ਦੇ। ਸਾਨੂੰ ਕੀ ਕੁਝ ਇੱਥੇ ਇਹ ਖੁੱਲੇ ਦੇਸ਼ ਨੇ ਕੀਤਾ ਬਈ ਤੁਸੀਂ ਕਰੋ ਯਾਰ, ਤੁਹਾਡੀਆਂ ਇਹ ਚੀਜ਼ਾਂ ਨੇ, ਤੁਸੀਂ ਇੱਥੇ ਘਰ 'ਚ ਆ ਗਏ ਲੈ ਆਓ। ਹੈਰਾਨੀ ਹੋ ਗਈ, ਮੱਝਾਂ ਆ ਗਈਆਂ। ਮੱਝਾਂ ਬਾਈ ਗੁਰਚਰਨ ਬਰਾੜ ਨੇ ਮੱਝ ਲੈਣ ਦੀ ਕੱਲਾਂ ਵਾਲਿਆਂ ਨੇ ਚੈੱਕ ਕਰਗਾ ਦੁੱਧ ਗਲ ਦੇ ਵਿੱਚ ਇਉਂ ਲੰਘਦਾ ਜਿਵੇਂ ਨਲਕੇ ਤੇ ਮੋਟਰ ਲੱਗੀ ਹੁੰਦੀ, ਉਹਦਾ ਘੜਚਰੇ ਕੇ ਪੈਂਡੂਲਮ ਜਾਂ ਡਿੱਗਦਾ ਥੱਲੇ। ਮੈਂ ਹੈਰਾਨ ਹੋ ਗਿਆ ਜੀ। ਜਦ ਹੱਥ ਉਂਗਲ ਪਾਇਆ ਦੁੱਧ ਦੇ ਵਿੱਚ ਤੇ ਉਂਗਲ ਦੇ ਨਾਲ ਚਿੰਬੜ ਗਿਆ ਦੁੱਧ। ਭੁਲਿਆਟ ਮੱਝ ਦਾ ਦੁੱਧ 11 ਦੀ ਫੈਟ ਆ। ਮੈਂ ਖੁਰਚਣਾ ਸਿੱਟ ਲਓ ਤੇ ਬਣਾਓ ਖੋਆ ਇਹਦਾ। ਇਹ ਜਿਹੜੀ ਸਭ ਕੁਛ ਬੱਲੇ ਬੱਲੇ ਹੋਈ ਪਈ ਆ। ਸਰਦਾਰਾਂ ਨੇ ਫਾਰਮ, ਟਰੈਕਟਰ, ਘਰ ਬਾਰ, ਮਹਿਲ, ਮਾੜੀਆਂ, ਕਮੀਓ ਕਿਸੇ ਦੀ ਬੰਨ ਕੇ ਦਸਤਾਰਾਂ ਅਸੀਂ ਮੋਟਰਸਾਈਕਲ ਚਲਾਉਂਦੇ ਹਾਂ। ਪਰ ਇਹਨਾਂ ਖੁੱਲਾਂ ਦਾ, ਇਹ ਸਤਿਕਾਰ ਦਾ ਜਿਹੜਾ ਸਾਨੂੰ ਕੱਲ ਇੱਕ ਟਿਕਟੌਕ ਆਈ ਹੈ ਟਰੱਕਰ ਦੀ,
ਪਹਿਲੇ ਰਹਿੰਦਾ ਮੈਨੂੰ ਪਤਾ ਲੱਗਿਆ, ਚਿੱਟਾ ਦਾੜਾ ਪ੍ਰਕਾਸ਼ ਆ, ਦੂਰਾ ਪਟਕਾ ਸਿਰ ਤੇ ਸਜਾਇਆ, ਕਾਲੀਆਂ ਐਨਕਾਂ ਲਾਈਆਂ, ਲਲਕਾਰੇ ਮਾਰਦਾ ਬੈਠਾ ਟਰੱਕ ਤੇ ਬੋਤਲ ਬਲੈਕ ਲੇਬਲ ਦੀ ਦਿਖਾ ਕੇ ਕਹਿੰਦਾ ਕੀ ਕਰੋਨਾ ਕਰਾਨਾ, ਆਹ ਪੀਆ ਕਰੋ, ਆਹ ਪੀਆ ਕਰੋ, ਸਿਰੇ ਦੀ ਫੀਮ ਖਾਇਆ ਕਰੋ, ਕਿਵੇਂ ਆਜੂ ਕਰੋਨਾ ਨੇੜੇ। ਪ੍ਰੋਫੈਸ਼ਨਲ ਡਰਾਈਵਰ ਚੱਲਦੇ ਟਰੱਕ ਦੇ ਵਿੱਚ ਦਸਤਾਰ ਸਜਾਈਆ, ਦਾੜਾ ਪ੍ਰਕਾਸ਼ ਤੇ ਸ਼ਰਾਬ ਦੀ ਬੋਤਲ ਦਿਖਾ ਰਿਹਾ ਲੋਕਾਂ ਨੂੰ। ਬਣੂਗਾ ਕੀ? ਕਈ ਡੋਡੇ ਉਬਲਦਿਆਂ ਦੀ ਚਾਹ ਦਿਖਾਉਂਦੇ ਨੇ, ਆ ਕਹਿੰਦੇ ਦੇਖ ਚੈੱਕ ਕਰ ਗਈ ਚਾਹ, ਹੁਣ ਦੇਖੀ ਸ਼ਿਕਾਇਤ ਪੈਂਦਾ ਟਰੱਕ ਤੇ। ਤੁਹਾਨੂੰ ਪਤਾ ਵੀ ਤੁਹਾਡੇ ਡਰੱਗ ਟੈਸਟ ਹੁੰਦੇ ਨੇ ਤੇ ਤੁਸੀਂ ਕਦੇ ਵੀ ਇਹ ਚੀਜ਼ਾਂ ਨਹੀਂ ਵਰਤ ਸਕਦੇ। ਹੋਰ ਬਹੁਤ ਕੁਝ ਹੈ। ਸਾਨੂੰ ਕੀ ਕੁਛ ਮਿਲਿਆ? ਉਹ ਕਹਿੰਦੇ ਵੀ ਨਹੀਂ ਅਸੀਂ ਹਾਰਡ ਹੈਡ ਪਾਉਣੀ, ਅਸੀਂ ਦਸਤਾਰਾਂ ਸਜਾਵਾਂਗੇ। ਦਸਤਾਰ ਦਾ ਮਤਲਬ ਕੰਮ ਹੈ, ਉਹ ਦਸਤਾਰ ਹੈ, ਮੜਾਸਾ ਨਹੀਂ ਹੈ ਕਿ ਡੱਬੀਦਾਰ ਪਰਨੇ ਤੁਸੀਂ ਬੰਨ੍ਹ ਕੇ ਤੁਰੇ ਫਿਰੋ। ਇਹ ਗੱਲ ਦਾ ਖਾਸ ਖਿਆਲ ਰੱਖੀਏ। ਅਸੀਂ ਰਿਆਇਤਾਂ ਤਾਂ ਲੈ ਲਈਆਂ, ਪਰ ਅਸੀਂ ਕਿਵੇਂ ਇਹਨੂੰ ਸਿੱਧੇ ਰੱਖਣਾ? ਕੀ ਅਸੀਂ ਬਾਹਰ ਕੀ ਕਰਦੇ ਫਿਰਦੇ ਹਾਂ? ਅਸੀਂ ਕੀ ਕਰਨਾ ਚਾਹੁੰਦੇ? ਮੋਟਰਸਾਈਕਲਾਂ ਦੇ ਪਿੱਛੇ ਕੱਲ ਵੀ ਇੱਕ ਦਿਨ ਅੱਗੇ ਕਿਹਾ ਸੀ, ਪਲੀਜ਼ ਇੱਥੇ ਮੋਟਰਸਾਈਕਲ ਦੇ ਪਿੱਛੇ ਬੰਦੇ ਦੇ ਪਿੱਛੇ ਬੰਦਾ ਨਹੀਂ ਬਹਿੰਦਾ ਨਾ। ਕਈ ਵਾਰ ਕਹਿੰਦੇ ਚੱਲ ਮੈਂ ਬਾਪੂ ਤੈਨੂੰ ਗੁਰਦੁਆਰੇ ਛੱਡਿਆ ਆਵਾਂ, ਪਿੱਛੇ ਬਿਠਾ ਲੈਂਦੇ ਹੋ, ਨਹੀਂ ਬਹਿੰਦੇ ਇੱਥੇ। ਬੇਨਤੀ ਹੈ, ਦੋ ਪੱਗਾਂ ਬੰਨੀ ਮੋਟਰਸਾਈਕਲ ਤੇ ਜਦ ਬੈਠੇ ਲੋਕ ਗਰਦਨ ਘੁਮਾ ਕੇ ਦੇਖਦੇ ਨੇ ਵੀ ਅੱਛਾ ਆਹ ਕੀ ਕਰਦੇ ਨੇ, ਇਹ ਕੌਣ ਨੇ? ਨਹੀਂ ਬਹਿੰਦੇ ਇੱਥੇ। ਥੋੜਾ ਬਹੁਤਾ ਆਪਣੇ ਆਪ ਨੂੰ ਅਸੀਂ ਸਾਂਭੀਏ। ਜੇ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਮਿਲੀ ਹੈ ਤਾਂ ਉਹ 7 7.5 ਗਜ ਦੀ ਪੂਰੀ 6 ਫਾੜੀਆਂ ਦੀ ਪੱਗ ਹੋਵੇ, ਬੰਦਿਆਂ ਵਾਂਗੂ ਬੰਨੀ ਹੋਵੇ। ਕਿਉਂਕਿ ਦੂਸਰੇ ਤੁਸੀਂ ਦਮਾਲਾ ਵੀ ਸਜਾਇਆ ਹੋਵੇ, ਪਰ ਦਮਾਲਾ ਜਿਹੜਾ ਲੱਗੇ ਵੀ ਬੰਨਿਆ ਹੋਇਆ ਦੂਰਾ ਕਰਕੇ, ਥੱਲੇ ਦੀ ਕੇਸਕੀਆ ਤੇ ਉੱਪਰ ਦੀ ਦਮਾਲਾ, ਜਿਹੜਾ ਕੰਨਾਂ ਤੋਂ ਉੱਪਰ ਪਾਂਡਿਆਂ ਵਾਂਗੂ ਘੁਮਾ ਕੇ ਬੰਨ੍ਹਦੇ ਆ ਨਾ 5 ਲੜ, ਉਹ ਐਗਜ਼ੈਂਪਸ਼ਨ ਨਹੀਂ ਹੈ। ਪਹਿਲਾਂ ਹੀ ਜਿਹੜੇ ਨਸਲਵਾਦੀ ਔਖੇ ਨੇ, ਜਾਂ ਤੁਸੀਂ ਇਹੋ ਜਿਹਾ ਪਾ ਕੇ ਫਿਰ 7-7 8-8 ਦੇ ਇਕੱਠੇ ਹੋ ਕੇ ਵਾਈਟ ਹਾਊਸ ਗੇੜੇ ਕੱਢਦੇ ਫਿਰਦੇ ਹੋ, ਮੂਹਰੇ ਨੂੰ ਕੋਟੇ ਜੇ ਹੋ ਕੇ ਬਹਿ ਕੇ ਮੋਟਰਸਾਈਕਲਾਂ ਤੇ, ਕੀ ਦਿਖਾਉਣਾ ਚਾਹੁੰਦੇ ਹੋ ਤੁਸੀਂ? ਚੱਪਲਾਂ ਪਾ ਕੇ ਮੋਟਰਸਾਈਕਲ ਚੱਲਦੇ ਆ। ਇਹ ਬਹੁਤ ਘਾਲਣਾ ਔਖੀ, ਬੜੀਆਂ ਔਖੀਆਂ ਪਰਮਿਸ਼ਨਾਂ ਮਿਲੀਆਂ, ਬਹੁਤ ਔਖੀ। ਪ੍ਰੋਪਰ ਕੱਪੜੇ ਪਾਏ ਹੋਣ, ਤੁਹਾਡੀਆਂ ਜੈਕਟਸ ਪਾਈਆਂ ਨੇ, ਤੁਹਾਡੀਆਂ ਵੈਸਟਾਂ ਪਾਈਆਂ ਨੇ, ਸਾਡੇ ਜਿਹੜੇ ਰਾਈਡਿੰਗ ਸ਼ੂਜ਼ ਪਾਏ ਨੇ, ਪਤਾ ਲੱਗਦਾ ਵੀ ਕਿਸ ਤਰ੍ਹਾਂ ਖੜੇ ਹੋ ਤੁਸੀਂ। ਜਿੱਥੇ ਵੀ ਇਹ ਚੀਜ਼ਾਂ ਤੁਹਾਨੂੰ ਮਿਲਦੀਆਂ ਉਹਦਾ ਕੋਈ ਮੁੱਲ ਹੈ, ਤੇ ਉਹਨੂੰ ਇਹ ਨਾ ਸਮਝੋ ਵੀ ਨਾਲ ਚੱਲ ਚੱਕ ਦਿਓ ਜਿਵੇਂ ਮਰਜ਼ੀ। ਸੰਖੇਪ 'ਚ ਹੀ ਇਹ ਮੈਂ ਬੇਨਤੀ ਤੁਹਾਡੀ ਕਰਨੀ ਚਾਹੁੰਦਾ ਤੁਹਾਨੂੰ, ਜਿਹੜੀਆਂ ਸਾਨੂੰ ਧਰਮ ਤੇ ਸੱਭਿਆਚਾਰ ਦੇ ਨਾਂ ਤੇ ਮਿਲੀਆਂ ਹੋਈਆਂ ਮੋਹਲਤਾਂ ਨੇ, ਇਹਨੂੰ ਸਿਰ ਮੱਥੇ ਕਰਕੇ ਰੱਖੋ। ਜਿੱਥੇ ਸਾਨੂੰ ਇਕੱਠ ਕਰਨ ਦਾ ਸਮਾਂ ਮਿਲਦਾ, ਨਗਰ ਕੀਰਤਨ ਦਾ ਸਮਾਂ ਮਿਲਦਾ, ਉੱਥੇ ਇੰਨਾ ਕੁ ਵਧੀਆ ਅਸੀਂ ਆਪਣੇ ਆਪ ਨੂੰ ਸ਼ੋਅ ਕਰੀਏ, ਸਾਡਾ ਸਤਿਕਾਰ ਹੋਵੇ। 4-4 ਲੱਖ ਦਾ ਨਗਰ ਕੀਰਤਨ ਹੁੰਦਾ, ਅਗਲੇ 3 ਘੰਟੇ ਬਾਅਦ ਇੱਕ ਕਾਗਜ਼ ਦਾ ਟੁਕੜਾ ਨਹੀਂ ਉੱਥੇ ਲੱਭਦਾ, ਫਿਰ ਅਗਲੇ ਕਹਿੰਦੇ ਵੀ ਹਾਂ ਇਹ ਹੈ ਕੌਣ, ਇਹ ਕੰਮ ਕਰਦੇ ਨੇ। ਇੰਨਾ ਸਾਫ਼, ਇੰਨਾ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਮੈਨੇਜ ਕਰਦੇ। ਸੋ ਸਾਨੂੰ ਖਾਸ ਖਿਆਲ ਰੱਖਣਾ ਚਾਹੀਦਾ। ਚੱਲ ਜਾਂਦੇ ਹੋਏ ਹਾਸਾ ਵੀ ਮਾੜਾ ਜਿਹਾ ਸਾਂਝਾ ਕਰਦੇ। ਸੁਰਿੰਦਰ ਸਿੰਘ ਦਾਊ ਬਾਜਾ ਕਹਿੰਦਾ ਤੀਰਥ ਆਪਣਾ ਮਿੱਤਰ ਹੈ, ਦਾਰੂ ਦਾ ਸ਼ੌਕੀਨ ਹੈ। ਇਹਲਾ ਕਹਿੰਦਾ ਕਈ ਸਾਲ ਪਹਿਲਾਂ ਇਹਦੀ ਨਾਨੀ ਚੜਾਈ ਕਰ ਗਈ, ਤੀਰਥ ਦੇ ਨਾਲ ਇਹਦੇ ਮਾਮੇ ਦਾ ਮੁੰਡਾ ਫੁੱਲ ਪਾਉਣ ਚੱਲ ਗਿਆ। ਦੇਖ ਲਾ ਆਪਣੇ ਟਿਕਟ ਲੈਂਦੇ ਹੁੰਦੇ ਮਰੇ ਬੰਦੇ ਦੇ ਨਾਂ ਦੀ ਨਾ, ਇਹਨਾਂ ਨੇ 3 ਟਿਕਟਾਂ ਲੈ ਲਈਆਂ, ਬੱਸ ਚੜ੍ਹਨ ਤੋਂ ਪਹਿਲਾਂ ਹੀ ਫੜ ਲਈਆਂ। ਨਾਲ ਬੱਸ ਚੜ੍ਹ ਕੇ ਕਹਿੰਦਾ ਚੱਲ ਆ ਬੇਬੇ, ਡਾਇਰੈਕਟਰ ਨੇ 2 ਵਾਲੀ ਸੀਟ ਵੱਲ ਹੱਥ ਕਰਦਾ, ਕਹਿੰਦਾ ਪ੍ਰਧਾਨ ਉੱਧਰ ਬਹਿ ਜਾਓ ਤੇ ਆ ਪੋਟਲੀ ਗੋਦੀ 'ਚ ਰੱਖ ਲੈ। ਡੱਕਿਆ ਤੀਰਥ ਕਹਿੰਦਾ ਵੀਰੇ ਜੇ 3 ਟਿਕਟਾਂ ਲੈ ਕੇ ਬੇਬੇ ਗੋਦੀ 'ਚ ਬਿਠਾਉਣੀ ਹੈ ਤੇ ਬੱਸ ਹੀ ਹੋਰ ਕਰ ਲੈਂਦੇ ਆ, ਇਹਦੇ 'ਚ ਨਹੀਂ ਜਾਣਾ। ਲਾਈ ਹੋਈ ਸੀ ਪਹਿਲਾਂ। ਪਟਿਆਲੇ ਜਾ ਕੇ ਫੁੱਲਾਂ ਵਾਲੀ ਪੋਟਲੀ ਕਹਿੰਦਾ ਬੇਬੇ ਨੂੰ ਇੱਥੇ ਰੱਖ ਚੱਲੀਏ, ਹੋਰ ਨਾ ਆ ਕੇ ਬੈਠੂ, ਆਪਾਂ ਚੱਲ ਪੇਕ ਲਾ ਕੇ ਆਈਏ। ਜਦ ਨੂੰ ਵਾਪਸ ਆਏ ਬੱਸ ਲੰਘ ਗਈ, ਬੋਤਲ ਇੱਕ ਹੋਰ ਫੜ ਲਈ, ਬੱਸ ਚੜ੍ਹ ਕੇ ਪਿੰਡ ਆਏ। ਘਰ ਦੇ ਕਹਿੰਦੇ ਪਹੁੰਚ ਗਈ ਬੇਬੇ ਹਰਿਦੁਆਰ? ਕਹਿੰਦੇ ਪਤਾ ਨਹੀਂ, ਪਟਿਆਲੇ ਤੱਕ ਤਾਂ ਨਾਲ ਸੀ, ਗਾਹਾਂ ਉਹ ਹੋਰ ਬੱਸ 'ਚ ਹੋ ਗਈ, ਅਸੀਂ ਹੋਰ 'ਚ ਹੋ ਗਏ। ਕੁਲਦੀਪ ਮਾਨਕ ਤੁਹਾਡੇ ਲਈ ਤੇ ਕੱਲ ਨੂੰ 11 ਵਜੇ ਮੁੜਦਾ। ਰੱਬ ਰਾਖਾ।